ओशो ਦਾ ਪ੍ਰਵਚਨ ਹੈ ਸਰੂਪ ਦਾ ਉਦਘਾਟਨ। ਸਮਝਣ 'ਚ ਮੁਸ਼ਕਿਲ ਆਉਂਦੀ ਹੈ। ਪਹਿਲੀ ਗੱਲ ਤਾਂ ਇਹ ਸਮਝਣ 'ਚ ਮੁਸ਼ਕਿਲ ਆਉਂਦੀ ਹੈ ਕਿ ਕਿਤੇ ਜਾਣਾ ਨਹੀਂ ਹੈ। ਇਹ ਸਮਝਣਾ ਹੀ ਮੁਸ਼ਕਿਲ ਹੈ। ਸਾਡੇ ਮਨ ਦੀ ਪੂਰੀ ਵਿਵਸਥਾ ਹੀ ਅਜਿਹੀ ਹੈ ਕਿ ਉਹ ਕਹਿੰਦਾ ਕਿਤੇ ਚੱਲੋ, ਇੱਥੇ ਕੁਝ ਵੀ ਨਹੀਂ ਹੈ। ਪੂਰਾ ਮਨ ਹੀ ਇਸ ਤਣਾਅ ਤੋਂ ਬਣਿਆ ਹੈ ਕਿ ਕਿਤੇ ਚੱਲੋ, ਉੱਥੇ ਕਿਤੇ ਦੂਰ ਮੰਜ਼ਿਲ ਹੈ। ਮਨ ਦਾ ਆਧਾਰ ਹੀ ਇਹ ਹੈ ਕਿ ਮੰਜ਼ਿਲ ਦੂਰ ਹੋਵੇ, ਨਹੀਂ ਤਾਂ ਮਨ ਗਿਆ। ਕਿਉਂਕਿ ਮੰਜ਼ਿਲ ਦੂਰ ਹੈ ਤਾਂ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਪੈਂਦੀ ਹੈ, ਸੋਚਣਾ ਪੈਂਦਾ ਹੈ, ਯੋਜਨਾ ਬਣਾਉਣੀ ਪੈਂਦੀ ਹੈ, ਢੰਗ ਲੱਭਣੇ ਪੈਂਦੇ ਹਨ। ਤੇ ਮੰਜ਼ਿਲ ਦੂਰ ਹੈ ਤੇ ਅੱਜ ਨਹੀਂ ਤਾਂ ਕੱਲ ਤਾਂ ਮਿਲੇਗੀ। ਇਸੇ ਲਈ ਅੱਜ ਤੋਂ ਕੱਲ ਦੇ ਪ੍ਰਤੀ ਤਣਾਅ ਰੱਖਣਾ ਪੈਂਦਾ ਹੈ। ਮਨ ਜਿੱਤਿਆ ਹੈ ਤਣਾਅ ਵਿੱਚ, ਤੇ ਸਭ ਤਣਾਅ ਡੂੰਘਾਈ ਤੱਕ ਕਿਤੇ ਪਹੁੰਚਣ ਦਾ ਤਣਾਅ ਹੈ। ਚਾਹੇ ਉਹ ਧਨ, ਚਾਹੇ ਜਸ, ਚਾਹੇ ਧਰਮ, ਚਾਹੇ ਮੋਕਸ਼। ਮਨ ਭਰਿਆ ਉਸ ਵਕਤ ਜਿਸ ਵਕਤ ਤੁਸੀਂ ਕਿਹਾ ਕਿਤੇ ਨਹੀਂ ਜਾਣਾ, ਜਾਣਾ ਹੀ ਨਹੀਂ ਹੈ ਕਿਤੇ, ਤਾਂ ਮਨ ਦੀ ਹੋਂਦ ਦੀ ਸਾਰੀ ਬੁਨਿਆਦ ਹੀ ਹਟ ਗਈ। ਤੇ ਜਦੋਂ ਤੱਕ ਤੁਸੀਂ ਕਿਤੇ ਜਾਣ 'ਚ ਲੱਗੇ ਹੋ, ਤਦ ਤੱਕ ਇੱਕ ਗੱਲ ਪੱਕੀ ਹੈ ਕਿ ਆਪਣੇ ਆਪ ਨੂੰ ਜਾਣਨ 'ਚ ਨਹੀਂ ਲੱਗ ਸਕਦੇ। ਕਿਉਂਕਿ ਦੂਰ ਲਿਜਾਣ ਵਾਲਾ ਮਨ ਕੋਲ ਨਹੀਂ ਆਉਣ ਦਿੰਦਾ, ਤੇ ਦੂਰ ਲਿਜਾਣ ਵਾਲਾ ਮਨ ਇੰਨਾ ਚਲਾਕ ਹੈ ਕਿ ਫਿਰ ਜੇ ਤੁਸੀਂ ਦੂਰ ਚਲੇ ਵੀ ਜਾਓ ਤੇ ਕਹਿੰਦਾ ਹੈ ਕਿ ਕੋਲ ਜਾਣ ਲਈ ਕੋਈ ਵੀ ਰਸਤਾ ਚਾਹੀਦਾ ਹੈ। ਜਿਵੇਂ ਇੱਕ ਆਦਮੀ ਕਿਤੇ ਰਾਤ ਸੁੱਤਾ ਤੇ ਉਹਨੇ ਸੁਪਨੇ 'ਚ ਦੇਖਿਆ ਕਿ ਉਹ ਕਲਕੱਤੇ ਚਲਾ ਗਿਆ, ਤਾਂ ਕਿਸੇ ਰਸਤੇ ਮੋੜਨਾ ਪਏਗਾ ਉਸਨੂੰ ਕਲਕੱਤੇ ਤੋਂ ਇੱਥੇ ਵਾਪਸ। ਉਹ ਗਿਆ ਹੀ ਨਹੀਂ ਹੈ। ਕਿਉਂਕਿ ਸੱਚੀ ਗੱਲ ਇਹ ਹੈ ਕਿ ਅਸੀਂ ਜਿੱਥੇ ਹਾਂ ਉੱਥੇ ਦਰਅਸਲ ਅਸੀਂ ਜਾ ਹੀ ਕਿਵੇਂ ਸਕਦੇ ਹਾਂ। ਜੋ ਅਸੀਂ ਹਾਂ ਉਸ ਤੋਂ ਉਲਟ ਅਸੀਂ ਹੋ ਵੀ ਕਿਵੇਂ ਸਕਦੇ ਹਾਂ। ਅਸੀਂ ਉਹੀ ਹਾਂ, ਸਿਰਫ ਸਾਡਾ ਮਨ ਚਲਾ ਗਿਆ ਹੈ, ਸਿਰਫ ਕਾਮਨਾ ਚਲੀ ਗਈ ਹੈ। ਮਨ ਵੀ ਕੀ ਜਾਏਗਾ, ਕਾਮਨਾ ਚਲੀ ਗਈ ਹੈ, ਡਿਜ਼ਾਇਰ ਚਲੀ ਗਈ ਹੈ ਦੂਰ, ਅਸੀਂ ਉੱਥੇ ਖੜੇ ਹਾਂ। ਹੁਣ ਸਵਾਲ ਸਿਰਫ ਇੰਨਾ ਹੈ ਕਿ ਜਿੱਥੇ ਅਸੀਂ ਖੜੇ ਹਾਂ ਉੱਥੇ ਅਸੀਂ ਆਪਣੀ ਸਾਰੀ ਡਿਜ਼ਾਇਰ ਨੂੰ, ਸਾਰੇ ਵਿਚਾਰ ਨੂੰ, ਸਾਰੀ ਕਾਮਨਾ ਨੂੰ ਉੱਥੇ ਰੋਕ ਲਈਏ ਜਿੱਥੇ ਅਸੀਂ ਖੜੇ ਹਾਂ, ਤਾਂ ਜੋ ਅਸੀਂ ਹਾਂ ਉਹ ਸਾਨੂੰ ਪਤਾ ਲੱਗ ਜਾਏ। ਇੱਕ ਤਾਂ ਸਧਾਰਨ ਤੌਰ ਤੇ ਸਮਝ ਵਿੱਚ ਨਹੀਂ ਆਉਂਦਾ, ਕਿਉਂਕਿ ਜੀਵਨ ਦਾ ਸਾਰਾ ਅਨੁਭਵ ਇਹ ਕਹਿੰਦਾ ਹੈ ਕਿ ਮੰਜ਼ਿਲ ਦੂਰ ਹੈ। ਤੇ ਆਤਮਿਕ ਅਨੁਭਵ ਦੀ ਗੱਲ ਬਿਲਕੁਲ ਉਲਟੀ ਹੈ ਕਿ ਮੰਜ਼ਿਲ ਦੂਰ ਬਿਲਕੁਲ ਨਹੀਂ ਹੈ, ਬਿਲਕੁਲ ਨੇੜੇ ਹੈ। ਨੇੜੇ ਹੀ ਨਹੀਂ, ਤੁਸੀਂ ਹੀ ਉਹ ਮੰਜ਼ਿਲ। ਤਾਂ ਜੋ ਮੰਜ਼ਿਲ ਦੂਰ ਹੋਵੇ ਉਹਨੂੰ ਜੋੜਨ ਲਈ ਰਸਤਾ ਚਾਹੀਦਾ ਹੈ, ਢੰਗ ਚਾਹੀਦਾ ਹੈ, ਮੈਥਡ ਚਾਹੀਦਾ ਹੈ, ਫਿਰ ਦੱਸਣ ਵਾਲਾ ਗਾਈਡ ਚਾਹੀਦਾ ਹੈ। ਕਿਉਂਕਿ ਮੰਜ਼ਿਲ ਅੱਗੇ ਹੈ, ਭਵਿੱਖ ਹਨੇਰਾ ਹੈ, ਅਸੀਂ ਉੱਥੇ ਗਏ ਨਹੀਂ ਹਾਂ ਕਦੀ, ਤਾਂ ਕੋਈ ਚਾਹੀਦਾ ਹੈ ਜੋ ਦੱਸੇ। ਭਵਿੱਖ ਵਿੱਚ ਮੰਜ਼ਿਲ ਹੈ ਤੇ ਫਿਰ ਗੁਰੂ ਜ਼ਰੂਰੀ ਹੈ, ਸ਼ਾਸਤਰ ਜ਼ਰੂਰੀ ਹੈ, ਗਾਈਡ ਹੋਏਗਾ, ਵਿਵਸਥਾ ਹੋਏਗੀ, ਢੰਗ ਹੋਏਗਾ, ਤਕਨੀਕ ਹੋਏਗੀ। ਲੇਕਿਨ ਮਜ਼ੇ ਦੀ ਗੱਲ ਇਹ ਹੈ ਕਿ ਮੰਜ਼ਿਲ ਇੱਥੇ ਹੈ, ਹੁਣੇ, ਇਸੇ ਵਕਤ। ਕਿਤੇ ਜਾਣਾ ਨਹੀਂ ਹੈ ਖੋਜਣ, ਸਿਰਫ ਰੁਕ ਜਾਣਾ ਹੈ। ਤੇ ਰੁਕ ਹੋ ਜਾਏਗਾ ਜੋ ਖੋਜ ਬੰਦ ਕਰ ਦੇਵੇ, ਕਿਉਂਕਿ ਖੋਜਣ ਵਾਲਾ ਮਨ ਰੁਕ ਕਿਵੇਂ ਸਕਦਾ ਹੈ। ਉਹ ਖੋਜ ਰਿਹਾ ਹੈ, ਨਹੀਂ ਖੋਜ ਰਹੇ ਹੋ ਤੁਸੀਂ। ਨੋ ਸੀਕਿੰਗ ਦੀ ਹਾਲਤ ਹੈ, ਕੁਛ ਵੀ ਨਹੀਂ ਖੋਜਣਾ ਹੈ, ਬਸ ਹੋ। ਤਾਂ ਇਸ ਪਲ ਹੋਏਗਾ ਕਿ ਇਸ ਪਲ 'ਚ ਤੁਸੀਂ ਕਿਤੇ ਦੂਰ ਨਹੀਂ ਹੋਵੋਗੇ, ਤਾਂ ਚੇਤਨਾ ਉੱਥੇ ਹੋਏਗੀ ਜਿੱਥੇ ਹੈ, ਤੇ ਇੱਥੇ ਉਦਘਾਟਨ, ਐਕਸਪਲੋਜ਼ਨ ਹੋਏਗਾ। ਸਾਰੀਆਂ ਵਿਧੀਆਂ ਇਸ ਗੱਲ ਨੂੰ ਮੰਨ ਕੇ ਚੱਲਦੀਆਂ ਹਨ ਕਿ ਤੁਸੀਂ ਕਿਤੇ ਚਲੇ ਗਏ ਹੋ ਜਾਂ ਕਿਤੇ ਤੁਸੀਂ ਜਾਣਾ ਹੈ। ਤਾਂ ਵਿਧੀ ਮਾਤਰ ਦੀ ਜੋ ਭੁੱਲ ਹੈ ਉਹ ਸਾਡੇ ਜਾਣ ਵਾਲੇ ਮਨ 'ਚ ਲੱਗੀ ਹੋਈ ਹੈ। ਤੇ ਜਦੋਂ ਵਿਧੀ ਸਿੱਖਾਂਗੇ ਤਾਂ ਫਿਰ ਗੁਰੂ ਚਾਹੀਦਾ ਹੈ। ਫਿਰ ਜਦੋਂ ਆਏਗਾ ਉਹ ਪਿੱਛੋਂ ਸਾਰੀ ਗੁਰੂ ਡਮ ਆਏਗੀ, ਆਸ਼ਰਮ ਆਏਗਾ, ਸੰਪਰਦਾ ਆਏਗਾ, ਪੈਰੋਕਾਰ ਆਉਣਗੇ, ਉਹ ਸਭ ਆਏਗਾ। ਦੂਜੀ ਮਜ਼ੇ ਦੀ ਗੱਲ ਹੈ ਕਿ ਜੋ ਖਿਆਲ 'ਚ ਨਹੀਂ ਆਉਂਦੀ ਤੇ ਉਹ ਇਹ ਕਿ ਜੇ ਕਿਸੇ ਪਲ ਕੋਈ ਵਿਅਕਤੀ ਕੁਝ ਵੀ ਨਹੀਂ ਖੋਜ ਰਿਹਾ ਤੇ ਕੁਝ ਵੀ ਨਹੀਂ ਕਰ ਰਿਹਾ, ਤਾਂ ਵੀ ਕਿਤੇ ਤਾਂ ਹੋਵੇਗਾ ਤਦ ਹੀ। ਨਾ ਖੋਜਦਾ ਹੋਵੇ, ਨਾ ਕਰਦਾ ਹੋਵੇ, ਨਾ ਸੋਚਦਾ ਹੋਵੇ, ਤਾਂ ਵੀ ਕਿਤੇ ਹੋਏਗਾ। ਕਿੱਥੇ ਹੋਏਗਾ? ਆਪਣੇ ਤੋਂ ਉਲਟ ਹੋਣ ਦੇ ਸਾਰੇ ਦਰਵਾਜ਼ੇ ਬੰਦ ਹਨ। ਨਾ ਤਾਂ ਉਹ ਕੁਝ ਕਰ ਰਿਹਾ ਕਿ ਜਿਸ 'ਚ ਉਲਝ ਜਾਏ, ਨਾ ਉਹ ਕੁਝ ਸੋਚ ਰਿਹਾ ਜਿਸ 'ਚ ਫਸ ਜਾਏ, ਨਾ ਉਹ ਕੁਝ ਖੋਜ ਰਿਹਾ ਜਿਸ 'ਚੋਂ ਚਲਾ ਜਾਏ। ਨਾ ਖੋਜ ਰਿਹਾ, ਨਾ ਸੋਚ ਰਿਹਾ, ਨਾ ਕਰ ਰਿਹਾ। ਨॉन ਡੂਇੰਗ, ਨॉन ਸੀਕਿੰਗ, ਨॉन ਥਿੰਕਿੰਗ। ਹੋਵੇਗਾ ਕਿੱਥੇ? ਜਾਏਗਾ ਕਿੱਥੇ? ਮਿਟ ਤਾਂ ਨਹੀਂ ਜਾਏਗਾ।
ਹੋਵੇਗਾ ਤਾਂ ਫਿਰ ਵੀ ਉਹ ਫਿਰ ਉੱਥੇ ਹੋਏਗਾ ਜਿੱਥੇ ਹੈ। ਕੋਈ ਉਪਾਅ ਨਹੀਂ ਰਿਹਾ ਉਸਦਾ। ਬਾਹਰ ਜਾਣ ਦੇ ਦਰਵਾਜ਼ੇ ਗਏ। ਇਹ ਸਾਰੇ ਦਰਵਾਜ਼ੇ ਬਾਹਰ ਲਿਜਾਣ ਵਾਲੇ ਹਨ। ਤਦ ਉਹ ਕਿਸੇ ਸਥਿਤੀ ਵਿੱਚ, ਜਿਸ ਸਥਿਤੀ 'ਚ ਹੋਏਗਾ, ਉਹਦਾ ਸੁਭਾਅ ਹੋਏਗਾ, ਸਰੂਪ ਹੋਏਗਾ, ਉਸਦਾ ਉਦਘਾਟਨ ਕਰਨਾ। ਤੇ ਸਰੂਪ ਦੇ ਉਦਘਾਟਨ ਲਈ ਸਭ ਮੈਥਡ ਅੜਿੱਕੇ ਹਨ ਤੇ ਸਾਰੇ ਰਸਤੇ ਅੜਚਣਾ ਹਨ, ਕਿਉਂਕਿ ਉਹ ਦੂਰ ਲੈ ਜਾਂਦੇ ਹਨ, ਕਿਤੇ ਖੋਜ ਤੇ ਲੈ ਜਾਂਦੇ ਹਨ। ਇਹ ਇੱਕਦਮ ਖਿਆਲ 'ਚ ਆਉਣਾ ਬੇਹੱਦ ਔਖਾ ਲੱਗਦਾ ਹੈ। ਇੱਕ ਵਾਰ ਖਿਆਲ 'ਚ ਆ ਜਾਏ ਤਾਂ ਇਸ ਤੋਂ ਜ਼ਿਆਦਾ ਸਰਲ ਕੁਝ ਵੀ ਨਹੀਂ ਹੈ। ਲੇਕਿਨ ਸਾਡਾ ਜੋ ਮਾਈਂਡ ਹੈ, ਉਹਦੀ ਪੂਰੀ ਦੀ ਪੂਰੀ ਵਿਵਸਥਾ ਇਸੇ ਭਾਸ਼ਾ 'ਚ ਸੋਚਣ ਦੀ ਹੈ। ਕਿੱਥੇ ਜਾਣਾ ਹੈ, ਕੀ ਪਾਉਣਾ ਹੈ, ਕਿਵੇਂ ਜਾਣਾ ਹੈ। ਤੇ ਜਦੋਂ ਕੋਈ ਰਾਹ ਦੱਸਦਾ ਹੈ ਤਾਂ ਸਾਡੀ ਸਮਝ 'ਚ ਆਉਂਦਾ ਹੈ ਕਿ ਠੀਕ ਗੱਲ ਕਹੀ ਜਾ ਰਹੀ ਹੈ। ਰਸਤਾ ਹੋਏਗਾ, ਤਕਨੀਕ ਹੋਏਗੀ, ਪਹੁੰਚਣਾ ਹੋਏਗਾ। ਸਤਿਆਨੰਦ ਜੀ ਨੇ ਬਹੁਤ ਵਧੀਆ ਗੱਲ ਕਹੀ ਪਿੱਛੇ। ਉਹਨਾਂ ਨੇ ਕਿਹਾ ਕਿ ਚਾਹੇ ਵਿਧੀ ਨਾਲ, ਚਾਹੇ ਅਵਿਧੀ ਨਾਲ, ਮੈਥਡ ਨਾਲ, ਚਾਹੇ ਨੋ ਮੈਥਡ ਨਾਲ, ਪਹੁੰਚਣਾ ਅਸੀਂ ਉੱਥੇ ਹੈ, ਪਾਉਣਾ ਅਸੀਂ ਉਹ ਹੀ ਹੈ। ਤੇ ਹੁਣ ਜੇ ਤੁਸੀਂ ਇਹਨੂੰ ਗੌਰ ਨਾਲ ਦੇਖੋਗੇ ਤਾਂ ਬਹੁਤ ਮਜ਼ੇਦਾਰ ਹੈ ਇਹ ਬਿਆਨ। ਸਤਿਆਨੰਦ ਜੀ ਨੇ ਕਿਹਾ ਬਹੁਤ ਮਹੱਤਵਪੂਰਨ ਹੈ। ਇਹਦਾ ਮਤਲਬ ਕੀ ਹੁੰਦਾ ਹੈ? ਜੇ ਤੁਸੀਂ ਇਹ ਕਹਿੰਦੇ ਹੋ ਕਿ ਚਾਹੇ ਵਿਧੀ ਨਾਲ, ਚਾਹੇ ਅਵਿਧੀ ਨਾਲ, ਮੰਜ਼ਿਲ ਤਾਂ ਇੱਕ ਹੀ ਹੈ, ਤਾਂ ਫਿਰ ਤੁਸੀਂ ਵਿਧੀ ਲੱਭ ਹੀ ਲਓਗੇ। ਫਿਰ ਵਿਧੀ ਤੋਂ ਤੁਸੀਂ ਬਚ ਨਹੀਂ ਸਕਦੇ, ਕਿਉਂਕਿ ਵਿਧੀ ਜੁੜੀ ਹੈ ਮੰਜ਼ਿਲ ਨਾਲ। ਫਿਰ ਤੁਸੀਂ ਅਵਿਧੀ ਦੀ ਗੱਲ ਹੀ ਨਹੀਂ ਸੋਚ ਸਕਦੇ। ਤੇ ਮੈਂ ਕਹਿ ਰਿਹਾ, ਇਸ ਲਈ ਉਹ ਕਹਿ ਸਕਦੇ ਹਨ ਕਿ ਜੋ ਮੈਂ ਕਿਹਾ ਉਹ ਉਹਨਾਂ ਨੇ ਕਿਹਾ, ਮੈਂ ਨਹੀਂ ਕਹਿ ਸਕਦਾ। ਇਹ ਕਿ ਜੋ ਮੈਂ ਕਿਹਾ ਉਹ ਉਹਨਾਂ ਨੇ ਕਿਹਾ, ਇਹ ਤਾਂ ਬਿਲਕੁਲ ਹੀ ਉਲਟਾ ਹੈ। ਜੋ ਉਹਨਾਂ ਨੇ ਕਿਹਾ ਹੋਇਆ ਇਹ ਮੈਂ ਨਹੀਂ ਕਹਿ ਸਕਦਾ। ਇਹ ਗੱਲ ਕਿਉਂਕਿ ਮੈਂ ਗੱਲ ਹੀ ਹੋਰ ਕਹਿ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਕਿ ਮੈਥਡ ਨਾਲ ਵੀ ਪਹੁੰਚ ਜਾਂਦਾ ਹੈ ਕੋਈ, ਨੋ ਮੈਥਡ ਨਾਲ ਵੀ ਪਹੁੰਚ ਜਾਂਦਾ ਹੈ। ਮੈਂ ਇਹ ਕਹਿ ਰਿਹਾ ਕਿ ਮੈਥਡ ਵਾਲਾ ਪਹੁੰਚ ਹੀ ਨਹੀਂ ਸਕਦਾ, ਕਿਉਂਕਿ ਮੈਥਡ ਹਮੇਸ਼ਾ ਭਵਿੱਖ ਦੀ ਤਰਫ ਇਸ਼ਾਰਾ ਕਰਦਾ ਹੈ, ਮੰਜ਼ਿਲ ਵੱਲ। ਨੋ ਮੈਥਡ ਆਪਣੀ ਤਰਫ ਇਸ਼ਾਰਾ ਕਰਦਾ ਹੈ, ਕਿਉਂਕਿ ਨੋ ਮੈਥਡ ਵਿੱਚ ਮੰਜ਼ਿਲ ਦਾ ਕੋਈ ਉਪਾਅ ਨਹੀਂ ਹੈ। ਜਾਓਗੇ ਕਿੱਥੇ? ਰਸਤਾ ਨਹੀਂ ਹੈ ਕੋਈ। ਰਸਤਾ ਤਾਂ ਕਿਤੇ ਲੈ ਜਾਂਦਾ ਹੈ, ਉਹ ਹਮੇਸ਼ਾ ਕਿਤੇ ਲੈ ਜਾਂਦਾ ਹੈ। ਤੇ ਇੱਥੇ ਮੁਸ਼ਕਿਲ ਇਹ ਹੋ ਗਈ ਹੈ ਆਤਮਿਕ ਜੀਵਨ ਦੀ ਕਿ ਇੱਥੇ ਅਸੀਂ ਕਿਤੇ ਜਾਣਾ ਨਹੀਂ ਹੈ। ਜਿੱਥੇ ਅਸੀਂ ਹਾਂ ਉੱਥੇ ਇੱਕ ਪਲ ਲਈ ਵੀ ਅਸੀਂ ਹੋ ਜਾਣਾ ਹੈ। ਤਾਂ ਕਿਸੇ ਵੀ ਰਸਤੇ ਤੇ ਅਸੀਂ ਗਏ ਤੇ ਅਸੀਂ ਭਟਕੇ। ਇੱਧਰ ਲੋਕ ਤਾਂ ਕਹਿੰਦੇ ਹਨ ਕਿ ਰਸਤਾ ਪਹੁੰਚਾਉਂਦਾ ਹੈ, ਤੇ ਮੈਂ ਕਹਿੰਦਾ ਰਸਤਾ ਸਿਰਫ ਭਟਕਾਉਂਦਾ ਹੈ। ਤੇ ਸਭ ਮਾਮਲਿਆਂ 'ਚ ਬਿਲਕੁਲ ਠੀਕ ਹੈ ਇਹ ਗੱਲ ਕਿ ਜੇ ਤੁਸੀਂ ਸਟੇਸ਼ਨ ਜਾਣਾ ਤਾਂ ਰਸਤੇ ਤੋਂ ਜਾਓਗੇ, ਬੰਬਈ ਜਾਣਾ ਤਾਂ ਰਸਤੇ ਤੋਂ ਜਾਓਗੇ। ਇੱਕ ਮਾਮਲੇ 'ਚ ਇਹ ਗੱਲ ਗਲਤ ਹੈ। ਜੇ ਆਪਣੇ ਉੱਪਰ ਆਉਣਾ ਹੈ ਤਾਂ ਰਸਤੇ ਤੋਂ ਤੁਸੀਂ ਨਹੀਂ ਆ ਸਕਦੇ, ਕਿਉਂਕਿ ਰਸਤੇ ਉੱਤੇ ਚੱਲਣਾ ਹੀ ਦੂਰ ਨਿਕਲਣ ਦੀ ਸ਼ੁਰੂਆਤ ਹੋ ਗਈ। ਤਦ ਕੀ ਕਰੀਏ? ਤਦ ਸਵਾਲ ਇਹ ਉੱਠਦਾ ਹੈ, ਕਰੀਏ ਕੀ? ਤਾਂ ਮੇਰਾ ਕਹਿਣਾ ਹੈ ਕਿ ਅਸੀਂ ਇਸ ਸਥਿਤੀ ਨੂੰ ਠੀਕ ਤਰ੍ਹਾਂ ਸਮਝੀਏ। ਇਹ ਪੂਰੀ ਸਿਚੁਏਸ਼ਨ ਸਾਡੀ ਸਮਝ 'ਚ ਆ ਜਾਏ ਕਿ ਅਜਿਹੀ ਉਲਝਣ ਹੈ, ਜੇ ਰਸਤਾ ਫੜਿਆ ਤਾਂ ਭਟਕ ਜਾਵਾਂਗੇ। ਉਹ ਅਜਿਹਾ ਹੀ ਸਮਝਾਉਂਦੇ ਹਨ, ਅੰਦਰ ਜਾਣ ਲਈ ਵੀ ਰਸਤਾ ਹੈ। ਇਹ ਜੋ ਕਠਿਨਾਈ ਹੈ ਨਾ, ਅਸਲ 'ਚ ਮਜ਼ਾ ਇਹ ਹੈ ਕਿ ਰਸਤਾ ਸਿਰਫ ਬਾਹਰ ਜਾਣ ਦਾ ਹੁੰਦਾ ਹੈ, ਕਿਉਂਕਿ ਅੰਦਰ ਤਾਂ ਅਸੀਂ ਖੁਦ ਹਾਂ। ਉਹ ਅਜਿਹਾ ਹੀ ਸਮਝਾਉਂਦੇ ਹਨ। ਜੋ ਕਠਿਨਾਈ ਹੈ ਅਜਿਹਾ ਤਾਂ ਹੈ ਨਹੀਂ ਕਿ ਅਸੀਂ ਬਾਹਰ ਹੋ ਗਏ ਹਾਂ ਤੇ ਅੰਦਰ ਜਾਣਾ ਹੈ। ਜੇ ਇਹਨੂੰ ਅਸੀਂ ਠੀਕ ਤਰ੍ਹਾਂ ਸਮਝੀਏ ਤੇ ਅਜਿਹਾ ਤਾਂ ਹੋ ਨਹੀਂ ਗਿਆ ਕਿ ਅਸੀਂ ਬਾਹਰ ਆਂਦੇ ਅਸੀਂ ਅੰਦਰ ਜਾਣਾ। ਅਸੀਂ ਤਾਂ ਅੰਦਰ ਹੀ ਹਾਂ। ਇਸ 'ਚ ਕੋਈ ਉਪਾਅ ਹੀ ਨਹੀਂ ਹੈ ਬਾਹਰ ਹੋਣ ਦਾ। ਯਾਨੀ ਇਸ 'ਚ ਜੇ ਕੋਈ ਉਪਾਅ ਵੀ ਹੁੰਦਾ ਤਾਂ ਫਿਰ ਉਲਟਾ ਉਪਾਅ ਹੀ ਹੁੰਦਾ। ਬਾਹਰ ਜਾਣਾ ਤਾਂ ਕੋਈ ਉਪਾਅ ਨਹੀਂ, ਲੇਕਿਨ ਬਾਹਰ ਦੀ ਕਲਪਨਾ ਹੀ ਹੋ ਸਕਦੀ ਹੈ। ਤੁਸੀਂ ਜਾ ਨਹੀਂ ਸਕਦੇ ਬਾਹਰ। ਤੁਸੀਂ ਇੱਥੇ ਬੈਠੇ ਹੋ, ਤੁਸੀਂ ਕਲਕੱਤੇ ਨਹੀਂ ਜਾ ਸਕਦੇ, ਲੇਕਿਨ ਕਲਕੱਤੇ ਜਾਣ ਦਾ ਸੁਪਨਾ ਦੇਖ ਸਕਦੇ ਹੋ। ਇਸ 'ਚ ਕੋਈ ਔਖ ਨਹੀਂ। ਅੱਖਾਂ ਬੰਦ ਕਰਕੇ ਤੁਸੀਂ ਕਲਕੱਤੇ ਜਾ ਵੀ ਸਕਦੇ ਹੋ, ਇਸ ਅਰਥ ਵਿੱਚ ਕਿ ਵਿਚਾਰ ਚਲਾ ਜਾਏ ਤੁਸੀਂ, ਲੇਕਿਨ ਫਿਰ ਵੀ ਇੱਥੇ ਰਹੋਗੇ। ਤੁਸੀਂ ਹੋਵੋਗੇ ਇੱਥੇ, ਤੁਸੀਂ ਹੋਵੋਗੇ ਆਪਣੇ ਅੰਦਰ ਹੀ। ਤਾਂ ਸਮਝਣ ਦੀ ਗੱਲ ਇਹ ਹੈ ਕਿ ਅਸੀਂ ਅੰਦਰ ਤਾਂ ਹਾਂ ਹੀ, ਇਸ ਲਈ ਅੰਦਰ ਜਾਣ ਦਾ ਸਵਾਲ ਨਹੀਂ ਹੈ। ਅਸੀਂ ਬਾਹਰ ਕਿਹੜੇ ਕਿਹੜੇ ਰਸਤੇ ਤੋਂ ਚਲੇ ਗਏ ਹਾਂ, ਉਹਨਾਂ ਰਾਹਾਂ ਨੂੰ ਛੱਡ ਦੇਣ ਦਾ ਸਵਾਲ ਹੈ। ਜੋ ਪ੍ਰੋਬਲਮ ਹੈ ਅਸਲ 'ਚ, ਜੇ ਮੈਂ ਇਸੇ ਕਮਰੇ 'ਚ ਬੈਠਾ ਹੋਇਆ ਤਾਂ ਮੈਂ ਇਸ ਕਮਰੇ 'ਚ ਆਉਣਾ ਨਹੀਂ ਹੈ। ਸਵਾਲ ਸਿਰਫ ਇਹ ਹੈ ਕਿ ਮੇਰੇ ਲਈ ਇਹ ਕਮਰਾ ਮਿਟ ਗਿਆ ਹੈ ਤੇ ਮੈਨੂੰ ਕਲਕੱਤਾ ਦਿਖਾਈ ਦੇ ਰਿਹਾ, ਤਾਂ ਮੈਂ ਵਿਚਾਰ ਦੀ ਕਿਸੇ ਯਾਤਰਾ ਰਾਹੀਂ ਕਲਕੱਤੇ ਪਹੁੰਚ ਗਿਆ। ਹਾਂ, ਇਸੇ ਕਮਰੇ 'ਚ,
लेकिन एक अर्थ च कलकत्ते च ये कमरा मैनू दिखाई नहीं दे रहा। मैं कलकत्ते दे स्टेशन ते खड़ा हाँ, वो स्टेशन मैनू दिखाई दे रहा है। तो मेरे सामने सवाल है कि मैं अपने घर किवें वापस परतां। जे सचमुच ही मैं कलकत्ते पहुंच गया हुंदा तो फिर इस कमरे तक आउण लई कोई रस्ता फड़ना ही पैंदा, लेकिन क्योंकि मैं हकीकत च पहुंचिया नहीं हाँ, सिर्फ ड्रीम कर रहा हाँ, इसलिए आउण लई ना कोई रस्ता। ते जे मैं रस्ता फड़िया तो होर भटकाउण वाला होएगा, क्योंकि ड्रीम च फड़े गए रस्तियां दा की मतलब हो सकता है। सिर्फ सवाल इन्ना है कि मैं इस तत्थ प्रति जाग जावां कि मैं तो अंदर ही हाँ। सिर्फ मेरा विचार बाहर चला गया ते मैं कदी अपने अंदरों बाहर नहीं गया। तो फिर हुण सवाल की है? हुण सवाल ये रह गया है कि विचार ना जाए ते विचार चला क्यों गया है। मैं भेजिया है इसलिए चला गया है, ते मैं भेजिया इसलिए है कि कलकत्ते च कुछ मिलन नूं है जो इत्थे नहीं मिल रहा, इसलिए चला गया है। कोई इच्छा है जो उत्ते पूरी हुंदी है, इत्थे पूरी नहीं हो रही, इसलिए चला गया। विचार चला गया है वासना दी गड्डी च बैठ के ते असीं उत्थे ही हाँ। यानी ये जो बेसिक ट्रुथ जे ख्याल च आ जाए कि असीं उत्थे ही हाँ, वासना दी गड्डी उत्ते बैठ के विचार चला गया। समझ लो एक आदमी इत्थे बैठा है, कलकत्ते विच विचार है, हुण वो कहंदा मैं किवें घर परतां, ਤਾਂ ਉਹਨੂੰ ਅਸੀਂ ਕਹੀਏ ਕਿ ਤੁਸੀਂ ਹਵਾਈ ਜਹਾਜ਼ ਫੜੋ ਤੇ ਪਰਤ ਆਓ, ਤਾਂ ਉਹ ਕਿੱਥੇ ਜਾਏਗਾ? ਕਿੱਥੋਂ ਦਾ ਹਵਾਈ ਜਹਾਜ਼ ਫੜੇਗਾ? ਉਹ ਜਿੰਨਾ ਕਲਕੱਤਾ ਝੂਠਾ ਹੈ ਉਨਾ ਹੀ ਕਲਕੱਤੇ ਵਿੱਚ ਫੜਿਆ ਗਿਆ ਹਵਾਈ ਜਹਾਜ਼ ਹੋਏਗਾ। ਕਲਕੱਤੇ ਵਿੱਚ ਉਹ ਆਦਮੀ ਹੈ ਹੀ ਨਹੀਂ, ਉਹ ਜਿੰਨਾ ਝੂਠਾ ਹਵਾਈ ਜਹਾਜ਼ ਹੋਏਗਾ ਉਨੀ ਝੂਠੀ ਟਿਕਟ ਹੋਏਗੀ, ਉਨਾ ਹੀ ਝੂਠਾ ਹਵਾਈ ਜਹਾਜ਼ ਦਾ ਪਾਇਲਟ ਹੋਏਗਾ, ਉਨਾ ਹੀ ਹਵਾਈ ਜਹਾਜ਼ ਤੱਕ ਪਹੁੰਚਾਉਣ ਵਾਲਾ ਗਾਈਡ ਹੋਏਗਾ। ਕਿਉਂਕਿ ਕਲਕੱਤੇ ਵਿੱਚ ਹੋਣਾ ਬੁਨਿਆਦੀ ਪੱਖ ਤੋਂ ਝੂਠਾ ਹੈ, ਇਸ ਲਈ ਹੁਣ ਕਲਕੱਤੇ ਵਿੱਚ ਜੋ ਵੀ ਕੀਤਾ ਜਾਏਗਾ ਉਹ ਸੱਚ ਤਾਂ ਹੋ ਨਹੀਂ ਸਕਦਾ, ਉਹ ਝੂਠ ਹੀ ਹੋਏਗਾ ਤੇ ਝੂਠ ਮੋੜਨ ਵਾਲਾ ਨਹੀਂ ਹੋਏਗਾ। ਇਸ ਲਈ ਸਵਾਲ ਸਿਰਫ ਇੰਨਾ ਹੈ ਕਿ ਅਸੀਂ ਇਹ ਜਾਣਨਾ ਹੈ, ਇਹ ਅਸੀਂ ਆਉਣਾ ਨਹੀਂ ਹੈ ਆਪਣੇ ਅੰਦਰ। ਆਉਂਦੇ ਤਾਂ ਉਦੋਂ ਜੇ ਅਸੀਂ ਬਾਹਰ ਚਲੇ ਗਏ ਹੁੰਦੇ। ਅਸੀਂ ਅੰਦਰ ਹਾਂ, ਆਉਣਾ ਅਸੀਂ ਹੈ ਨਹੀਂ, ਸਿਰਫ ਵਿਚਾਰ ਸਾਡਾ ਬਾਹਰ ਚਲਾ ਗਿਆ। ਵਿਚਾਰ ਨਾ ਹੋ ਜਾਏ ਅਸੀਂ ਫੌਰਨ ਦੇਖਾਂਗੇ ਕਿ ਅਸੀਂ ਅੰਦਰ ਹਾਂ। ਜਿਵੇਂ ਕਿ ਦਿਨੇ ਹੀ ਸੁਪਨੇ 'ਚ ਗਵਾਚ ਗਏ ਕਿ ਕਲਕੱਤੇ ਸੀ ਤੇ ਮੈਂ ਆ ਕੇ ਤੁਹਾਨੂੰ ਹਿਲਾ ਦਿੱਤਾ, ਤਾਂ ਤੁਸੀਂ ਕਲਕੱਤੇ 'ਚ ਥੋੜ੍ਹਾ ਹੀ ਜਾਗੋਗੇ, ਤੁਸੀਂ ਜਾਗੋਗੇ ਇੱਥੇ। ਤੇ ਕਲਕੱਤੇ ਤੋਂ ਪਰਤਣ ਲਈ ਕੋਈ ਵਾਹਨ ਕੰਮ ਨਹੀਂ ਆਏਗਾ, ਕੋਈ ਲੋੜ ਨਹੀਂ ਵਾਹਨ ਦੀ। ਇਹ ਜੋ ਬੁਨਿਆਦੀ ਸੱਚ ਹੈ ਕਿ ਅਸੀਂ ਕਦੀ ਆਪਣੇ ਤੋਂ ਬਾਹਰ ਗਏ ਹੀ ਨਹੀਂ ਹਾਂ। ਅਸੀਂ ਜਿਸ ਦੇ ਬਾਹਰ ਜਾ ਸਕਦੇ ਹਾਂ ਉਹ ਸਾਡਾ ਸਰੂਪ ਨਹੀਂ ਹੋ ਸਕਦਾ। ਜੋ ਸਾਡਾ ਬੁਨਿਆਦੀ ਸਰੂਪ ਹੈ ਉਸ ਤੋਂ ਬਾਹਰ ਅਸੀਂ ਜਾ ਕਿਵੇਂ ਸਕਦੇ ਹਾਂ? ਪਰ ਅਸੀਂ ਗਏ ਹੋਏ ਲੱਗਦੇ ਹਾਂ। ਇੱਕ ਤਾਂ ਭੁੱਲ ਹੀ ਹੋ ਗਈ ਕਿ ਅਸੀਂ ਗਏ ਹੋਏ ਲੱਗਦੇ ਹਾਂ, ਇੱਕ ਝੂਠ ਇਹ ਹੋ ਗਿਆ। ਹੁਣ ਦੂਜਾ ਝੂਠ ਇਸ 'ਚ ਇਹ ਪਾਲਣਾ ਹੈ ਕਿ ਅਸੀਂ ਪਰਤੀਏ ਕਿਵੇਂ? ਤਾਂ ਮੈਥਡ, ਰਿਲੀਜਨ, ਪੂਜਾ, ਰਿਚੁਅਲ ਇਹ ਸਭ ਅਸੀਂ ਫੜਾਂਗੇ। ਇਹ ਪਰਤਨ ਦੇ ਰਸਤੇ ਅਸੀਂ ਫੜ ਰਹੇ ਹਾਂ। ਹੁਣ ਇਹ ਬੜੇ ਮਜ਼ੇ ਦੀ ਗੱਲ ਹੈ ਕਿ ਜਿਸ ਆਦਮੀ ਦਾ ਜਾਣਾ ਹੀ ਨਿਰਾ ਭੁਲੰਦਰੇ ਭਰਿਆ ਹੈ, ਉਹਦੇ ਪਰਤਨ ਦੀ ਕੀ ਗੱਲ ਹੈ? ਉਸ ਆਦਮੀ ਨੂੰ ਸਿਰਫ ਇੰਨਾ ਚੌਕਸ ਕਰਨਾ ਜ਼ਰੂਰੀ ਹੈ ਕਿ ਤੁਸੀਂ ਕਿਤੇ ਗਏ ਹੀ ਨਹੀਂ ਹੋ। ਅਨੰਤ ਕਾਲ ਤੋਂ ਤੁਸੀਂ ਇੱਥੇ ਹੋ, ਲੇਕਿਨ ਅਨੰਤ ਕਾਲ ਤੋਂ ਤੁਹਾਡਾ ਮਨ ਭਟਕ ਰਿਹਾ ਹੈ, ਕਲਪਨਾ ਭਟਕ ਰਹੀ ਹੈ, ਡਰੀਮ 'ਚ ਤੁਸੀਂ ਗਵਾਚ ਰਹੇ ਹੋ। ਤਾਂ ਕਿਰਪਾ ਕਰੋ ਥੋੜ੍ਹੀ ਦੇਰ ਲਈ ਡਰੀਮ ਨਾ ਲਓ, ਥੋੜ੍ਹੀ ਦੇਰ ਲਈ ਸੋਚੋ ਨਾ, ਥੋੜ੍ਹੀ ਦੇਰ ਵਾਸਤੇ ਉੱਥੇ ਹੋ ਜਾਓ ਜਿੱਥੇ ਹੋ, ਤਾਂ ਤੁਸੀਂ ਪਾ ਲਓਗੇ ਜੋ ਪਾਇਆ ਹੀ ਹੋਇਆ ਹੈ। ਇਸ ਲਈ ਸਵਾਲ ਮੈਥਡ ਦਾ ਨਹੀਂ ਹੈ, ਨੋ ਮੈਥਡ ਦਾ ਹੈ, ਕਿਉਂਕਿ ਮੈਥਡ ਲਿਜਾਣ ਵਾਲਾ ਹੈ, ਰਸਤਾ ਲਿਜਾਣ ਵਾਲਾ ਹੈ। ਇਸ ਲਈ ਪਾਥ ਦਾ ਸਵਾਲ ਨਹੀਂ ਹੈ, ਨੋ ਪਾਥ ਦਾ ਸਵਾਲ ਹੈ। ਗੁਰੂ ਕਿਤੇ ਪਹੁੰਚਾਉਣ ਵਾਲਾ ਹੈ, ਅਸੀਂ ਕਿਤੇ ਪਹੁੰਚਣਾ ਹੀ ਨਹੀਂ ਹੈ, ਅਸੀਂ ਉੱਥੇ ਹੀ ਹਾਂ। ਕਿਹੜਾ ਗੁਰੂ ਸਾਨੂੰ ਉੱਥੇ ਪਹੁੰਚਾ ਸਕਦਾ ਹੈ? ਇਸ ਲਈ ਗੁਰੂ ਦੀ ਕੋਈ ਜ਼ਰੂਰਤ ਨਹੀਂ ਹੈ, ਇਸ 'ਚ ਗੁਰੂ ਦਾ ਕੋਈ ਸਵਾਲ ਨਹੀਂ ਹੈ। ਗੁਰੂ ਤਾਂ ਉਸੇ ਡਰੀਮ ਲੈਂਡ ਦਾ ਹਿੱਸਾ ਹੈ ਜਿਸ 'ਚ ਅਸੀਂ ਭਟਕਣ ਨੂੰ ਸੱਚ ਮੰਨਦੇ ਹਾਂ, ਫਿਰ ਅਸੀਂ ਲਿਜਾਣ ਵਾਲੇ ਨੂੰ ਵੀ ਸੱਚ ਮੰਨਦੇ ਹਾਂ, ਫਿਰ ਉਹਦੇ ਚਰਨਾਂ ਨੂੰ ਛੂੰਹਦੇ ਹਾਂ, ਫਿਰ ਉਹਨੂੰ ਗੁਰੂ ਮੰਨਦੇ ਹਾਂ। ਅਤੇ ਉਹ ਜੋ ਸਾਨੂੰ ਲਿਜਾ ਰਿਹਾ ਹੈ ਉਹ ਕਿੱਥੇ ਲੈ ਕੇ ਜਾਏਗਾ ਸਾਨੂੰ? ਕਿਉਂਕਿ ਕਲਕੱਤੇ 'ਚ ਅਸੀਂ ਹਾਂ ਨਹੀਂ। ਮੇਰੀ ਜੋ ਸਾਰੀ ਗੱਲ ਹੈ ਉਹ ਸਿਰਫ ਇੰਨੀ ਹੈ ਕਿ ਬੀਇੰਗ ਸਾਡਾ ਸਦਾ ਉੱਥੇ ਹੀ ਹੈ ਜਿੱਥੇ ਹੈ, ਅਤੇ ਮਨ ਸਾਡਾ ਸਦਾ ਉੱਥੇ ਹੈ ਜਿੱਥੇ ਅਸੀਂ ਨਹੀਂ ਹਾਂ।
ਅਜਿਹੇ ਮਨ ਵਿੱਚ ਤੇ ਸਾਡੇ ਵਿਚਕਾਰ ਇੱਕ ਫਾਸਲਾ ਬਣ ਗਿਆ। ਇਹ ਫਾਸਲਾ ਬਿਲਕੁਲ ਕਾਲਪਨਿਕ ਹੈ। ਇਹ ਅਸਲ ਡਿਸਟੈਂਸ ਜੋ ਹੁੰਦਾ ਹੈ, ਇਹ ਅਸਲ ਡਿਸਟੈਂਸ ਜੇ ਹੁੰਦਾ ਤਾਂ ਬਿਲਕੁਲ ਹੀ ਰਸਤੇ ਦੀ ਜ਼ਰੂਰਤ ਨਾ ਪੈਂਦੀ, ਲੇਕਿਨ ਇਹ ਫਾਸਲਾ ਬਿਲਕੁਲ ਝੂਠਾ ਹੈ। ਇਸ ਫਾਸਲੇ ਨੂੰ ਮਿਟਾਉਣ ਲਈ ਕੁਝ ਹੋਰ ਕਰਨ ਦੀ ਜ਼ਰੂਰਤ ਨਹੀਂ। ਇਹ ਜੋ ਮਨ ਦੇ ਜਾਣ ਦੀ ਆਦਤ ਹੈ, ਇਹਨੂੰ ਸਮਝਾਉਣ ਦੀ ਜ਼ਰੂਰਤ ਹੈ ਕਿ ਕਿਉਂ ਜਾਂਦਾ, ਕਿਉਂ ਹੈ ਬਾਹਰ, ਕਿਉਂ ਜਾਂਦਾ ਹੈ। ਜਾਂਦਾ ਹੈ ਇਸ ਲਈ ਕਿ ਉੱਥੇ ਕੁਝ ਮਿਲ ਜਾਏਗਾ। ਫਿਰ ਇੱਕ ਗੁਰੂ ਆਉਂਦਾ ਹੈ, ਉਹ ਕਹਿੰਦਾ ਹੈ ਜੇ ਮੋਕਸ਼ ਹਾਸਲ ਕਰਨਾ ਹੈ ਤਾਂ ਉਹ ਇੱਕ ਨਵੀਂ ਡਿਜ਼ਾਇਰ ਪੈਦਾ ਕਰਵਾ ਰਿਹਾ ਹੈ। ਉਹ ਇਹ ਕਰ ਰਿਹਾ ਹੈ, ਮੋਕਸ਼ ਉੱਥੇ ਹੈ। ਸੰਸਾਰ ਦੀਆਂ ਚੀਜ਼ਾਂ ਤਾਂ ਇੱਥੇ ਮਿਲ ਜਾਣਗੀਆਂ ਜ਼ਮੀਨ ਉੱਤੇ, ਉਹ ਮੋਕਸ਼ ਇੱਥੇ ਜ਼ਮੀਨ ਉੱਤੇ ਵੀ ਨਹੀਂ ਹੈ। ਉਹ ਉੱਥੇ ਸਿੱਧ ਸ਼ਿਲਾ ਬਹੁਤ ਦੂਰ ਹੈ, ਉਸ ਦੀ ਉੱਥੇ ਮੋਕਸ਼ ਹੈ। ਉਹ ਤੁਸੀਂ ਹਾਸਲ ਕਰਨਾ ਹੈ। ਉੱਥੇ ਸ਼ਾਂਤੀ ਹੈ, ਉੱਥੇ ਆਨੰਦ ਹੈ, ਉੱਥੇ ਪਰਮ ਅੰਮ੍ਰਿਤ ਵਰ ਰਿਹਾ ਹੈ। ਤੁਹਾਡਾ ਲੋਭ ਜਾਗਿਆ, ਗਰੀਡ ਜਾਗੀ। ਹੋਇਆ ਕੀ ਤੁਹਾਡੇ ਅੰਦਰ? ਤੁਹਾਡੇ ਅੰਦਰ ਲੋਭ ਜਾਗਿਆ ਕਿ ਅਜਿਹੀ ਸ਼ਾਂਤੀ ਮੈਨੂੰ ਚਾਹੀਦੀ ਹੈ, ਅਜੇ ਆਨੰਦ ਮੈਨੂੰ ਵੀ ਚਾਹੀਦਾ ਹੈ, ਇਹ ਮੋਕਸ਼ ਮੈਨੂੰ ਵੀ ਚਾਹੀਦਾ ਹੈ। ਤੇ ਮਜ਼ੇ ਦੀ ਗੱਲ ਇਹ ਕਿ ਲੋਭ ਹੀ ਤੁਹਾਨੂੰ ਬਾਹਰ ਲਿਜਾਣ ਦਾ ਮਾਧਿਅਮ ਸੀ ਤੇ ਤੁਸੀਂ ਕਿਹਾ ਮੈਨੂੰ ਮੋਕਸ਼ ਵੀ ਚਾਹੀਦਾ ਹੈ, ਰਸਤਾ ਦੱਸੋ। ਤਾਂ ਹੁਣ ਮੋਕਸ਼ ਬਿਲਕੁਲ ਹਨੇਰੇ ਦੀ ਗੱਲ ਹੈ। ਇਸ ਲਈ ਇਸ ਵਿੱਚ ਸਭ ਤਰ੍ਹਾਂ ਦੇ ਗੁਰੂ ਚੱਲ ਸਕਦੇ ਹਨ। ਉਸ 'ਚ ਕਿਸੇ ਗੁਰੂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਿਆ, ਕਿਉਂਕਿ ਉਸ ਵਿੱਚ ਕਿਤੇ ਜਾਣ ਨੂੰ ਕੁਝ ਹੁੰਦਾ ਤਾਂ ਉਸ ਵਿੱਚ ਹੁਣ ਤੱਕ ਇੱਕ ਗੁਰੂ ਜਿੱਤ ਗਿਆ ਹੁੰਦਾ। ਉਸ 'ਚ ਕੋਈ ਦਿੱਕਤ ਨਹੀਂ ਸੀ, ਕਿਉਂਕਿ ਕਿਤੇ ਨਾ ਕਿਤੇ ਅਸੀਂ ਇੱਕ ਪੱਕੀ ਗੱਲ ਫੜ ਲਈ ਹੁੰਦੀ ਹੈ ਕਿ ਭਾਈ ਇਹ ਰਸਤਾ ਹੈ। ਜਿਵੇਂ ਵਿਗਿਆਨ ਹੈ, ਉਸ 'ਚ ਗੁਰੂ ਜਿੱਤ ਜਾਂਦਾ ਹੈ ਇੱਕ, ਬਾਕੀ ਹਾਰ ਜਾਂਦੇ ਹਨ, ਕਿਉਂਕਿ ਮਾਮਲਾ ਰਿਐਲਿਟੀ ਨਾਲ ਸੰਬੰਧਿਤ ਹੈ। ਹੁਣ ਇਹ ਜੋ ਮੋਕਸ਼ ਦੀ ਤੁਹਾਡੀ ਇੱਛਾ ਜਾਗ ਗਈ, ਲੋਭ ਜਾਗ ਗਿਆ ਤੇ ਸ਼ਾਂਤੀ ਚਾਹੀਦੀ ਹੈ, ਆਨੰਦ ਚਾਹੀਦਾ ਹੈ, ਸੌਂਦਰਯ ਚਾਹੀਦਾ ਹੈ, ਲੋਭ ਜਾਗ ਗਿਆ। ਹੁਣ ਤੁਸੀਂ ਚੱਲੇ ਤੇ ਲੰਮੀ ਯਾਤਰਾ ਤੇ ਨਿਕਲੇ। ਤਾਂ ਇਸ ਜ਼ਮੀਨ ਦੀ ਯਾਤਰਾ ਤਾਂ ਫਿਰ ਵੀ ਹਕੀਕਤ ਹੈ। ਇੱਕ ਅਜਿਹੀ ਯਾਤਰਾ ਉੱਤੇ ਤੁਸੀਂ ਜਾ ਰਹੇ ਹੋ ਜਿੱਥੇ ਬਿਲਕੁਲ ਅੰਨੀ ਖੇਡ ਹੈ, ਜਿੱਥੇ ਗੁਰੂ ਜੋ ਕਹੇਗਾ। ਇਸ ਲਈ ਗੁਰੂ ਕਹਿੰਦਾ ਹੈ ਓਬੀਡੀਐਂਸ ਚਾਹੀਦਾ ਹੈ, ਸ਼ੱਕ ਨਹੀਂ ਚਾਹੀਦਾ, ਡਾਊਟ ਨਹੀਂ ਚਾਹੀਦਾ, ਕਿਉਂਕਿ ਡਾਊਟ ਅਤੇ ਓਬੀਡੀਐਂਸ, ਜੇ ਓਬੀਡੀਐਂਸ ਨਹੀਂ ਹੈ ਤੇ ਡਾਊਟ ਹੈ ਤਾਂ ਗੁਰੂ ਤੁਹਾਨੂੰ ਕਿਤੇ ਲਿਜਾ ਨਹੀਂ ਸਕਦਾ 1 ਇੰਚ ਵੀ। ਇਸ ਲਈ ਪਹਿਲਾਂ ਇਹਦਾ ਇੰਤਜ਼ਾਮ ਕਰਦਾ ਹੈ ਕਿ ਸ਼ੱਕ ਕੀਤਾ ਕਿ ਭਟਕੇ, ਸੰਦੇਹ ਕੀਤਾ ਕਿ ਗਏ, ਪੂਰੀ ਆਗਿਆ। ਗੁਰੂ ਜੋ ਕਹੇ ਉਹ ਪਰਮ ਸੱਚ ਹੈ। ਤੁਸੀਂ ਜਾਣਦੇ ਨਹੀਂ ਹੋ, ਅਸੀਂ ਜਾਣਦੇ ਹਾਂ, ਤਾਂ ਅਸੀਂ ਜੋ ਕਹਿੰਦੇ ਹਾਂ ਤੁਸੀਂ ਉਸ ਉੱਤੇ ਸ਼ੱਕ ਕਿਵੇਂ ਕਰ ਸਕਦੇ ਹੋ? ਤੁਸੀਂ ਜਾਣਦੇ ਹੀ ਨਹੀਂ ਹੋ। ਜਦੋਂ ਤੁਸੀਂ ਜਾਣ ਲਓਗੇ ਤਦ ਠੀਕ ਹੈ। ਸਾਡੇ ਪਿੱਛੇ ਆਓ। ਹੁਣ ਇੱਕ ਹਨੇਰਾ ਰਸਤਾ ਸ਼ੁਰੂ ਹੋਇਆ, ਕਿਉਂਕਿ ਜਿੱਥੇ ਅਸੀਂ ਗਏ ਨਹੀਂ ਸੀ ਉੱਥੋਂ ਇਹ ਆਦਮੀ ਸਾਨੂੰ ਵਾਪਸ ਪਰਤਣ ਦਾ ਰਸਤਾ ਦੱਸਣ ਲੱਗਿਆ ਹੈ। ਇੱਕ ਗੱਲ ਜੇ ਠੀਕ ਤਰ੍ਹਾਂ ਖਿਆਲ 'ਚ ਆ ਜਾਏ ਤਾਂ ਸਵਾਲ ਸਿਰਫ ਇੰਨਾ ਹੈ ਕਿ ਅਸੀਂ ਜੋ ਵਿਚਾਰ ਦੀਆਂ ਕਿਰਨਾਂ ਬਾਹਰ ਭੇਜ ਦਿੱਤੀਆਂ ਹਨ ਉਹ ਸਾਡੀਆਂ ਵਾਪਸ ਆ ਜਾਣ, ਤੇ ਵਾਪਸ ਪਰਤਣ ਲਈ ਵੀ ਕੁਝ ਹੋਣਾ ਨਹੀਂ ਹੈ ਕਿ ਉਹ ਸੱਚਮੁੱਚ ਵਾਪਸ ਪਰਤਣਗੀਆਂ, ਕਿਉਂਕਿ ਹਕੀਕਤ ਵਿੱਚ ਪਰਤਣ ਦੀ ਗੱਲ ਨਹੀਂ ਹੈ। ਸਿਰਫ ਕਲਪਨਾ 'ਚ ਅਸੀਂ ਚਲੇ ਗਏ ਹਾਂ, ਤੇ ਫਿਰ ਕਲਪਨਾ ਇਸ ਲਈ ਚਲੀ ਗਈ ਹੈ ਕਿ ਲੋਭ ਉੱਤੇ ਸਵਾਰ ਹੋ ਗਈ ਹੈ, ਤੇ ਫਿਰ ਲੋਭ ਉੱਤੇ ਸਵਾਰ ਹੋ ਰਹੀ ਹੈ ਮੋਕਸ਼, ਸਵਰਗ, ਮੁਕਤੀ, ਫਿਰ ਲੋਭ ਉੱਤੇ ਸਵਾਰ ਹੋ ਰਹੀ ਹੈ, ਤੇ ਇਸੇ ਲੋਭ ਦਾ ਫਾਇਦਾ ਉਠਾ ਰਿਹਾ ਗੁਰੂ। ਗੁਰੂ ਜੋ ਹੈ ਉਹ ਲੋਭ ਦਾ ਫਾਇਦਾ ਉਠਾ ਰਿਹਾ ਹੈ। ਇਸ ਲਈ ਜਿਨ੍ਹਾਂ ਦੀ ਧਨ ਦੀ ਤ੍ਰਿਪਤੀ ਹੋ ਜਾਏਗੀ ਉਹ ਫਿਰ ਧਰਮ ਦੇ ਲੋਭ 'ਚ ਪੈ ਜਾਣਗੇ, ਕਿਉਂਕਿ ਹੁਣ ਤਾਂ ਮਿਲ ਗਿਆ, ਹੁਣ ਠੀਕ ਹੈ, ਹੁਣ ਮੋਕਸ਼ ਵੀ ਚਾਹੀਦਾ ਹੈ। ਉਹ ਲੋਭ ਦਾ ਫਾਇਦਾ ਉਠਾ ਰਿਹਾ ਹੈ ਗੁਰੂ। ਉਹ ਕਹਿ ਰਿਹਾ ਹੈ ਕਿ ਅਸੀਂ ਤੈਨੂੰ ਦਿਵਾ ਦਿਆਂਗੇ ਜੋ ਵੀ ਚੀਜ਼ ਤੈਨੂੰ ਚਾਹੀਦੀ ਹੈ। ਇਸੇ ਲਈ ਮੈਂ ਕਹਿੰਦਾ ਸਭ ਗੁਰੂਡਮ ਪੁਚਲਾਵਾ ਹੈ ਤੇ ਖਤਰਨਾਕ ਹੈ। ਅਜਿਹਾ ਨਹੀਂ ਹੈ ਕਿ ਕੋਈ ਅੱਛਾ ਗੁਰੂ ਹੁੰਦਾ ਹੈ ਤੇ ਕੋਈ ਬੁਰਾ ਹੁੰਦਾ ਹੈ, ਅਜਿਹਾ ਨਹੀਂ, ਗੁਰੂ ਹੀ ਗੜਬੜ ਹੈ। ਤੇ ਦੂਜੀ ਗੱਲ, ਬਹੁਤ ਸਾਰੀਆਂ ਗੱਲਾਂ ਇੱਕਦਮ ਇਸ ਖਿਆਲ ਵਿੱਚ ਨਾ ਆਉਣ ਦੀ ਬੜੀ ਮੁਸ਼ਕਿਲ ਹੋ ਜਾਂਦੀ ਹੈ। ਹੁਣ ਜਿਵੇਂ ਕਿ ਕੋਈ ਵੀ ਇੱਕ ਤਕਨੀਕ ਹੈ, ਕੋਈ ਵੀ ਤਕਨੀਕ ਕਰਾਂਗੇ ਕੀ ਤਕਨੀਕ ਵਿੱਚ ਮਨ ਕੁਝ ਕਰੇਗਾ, ਕੁਝ ਵੀ ਕਰੇ। ਜੇ ਰਾਮ 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 ਉਹ ਸਿਖਾਉਂਦੇ ਹਨ ਕਿ ਇਹਨੂੰ ਜਪੋ, ਅੱਲਾ ਵਾਲਾ ਹੈ ਤੇ ਅੱਲਾ, ਤੇ ਜੀਸਸ ਵਾਲਾ ਹੈ ਤੇ ਜੀਸਸ, ਇਹਦਾ ਕੋਈ ਫਿਕਰ ਹੀ ਨਹੀਂ ਕਰਦੇ। ਜੋ ਤੁਹਾਡਾ ਨਾਮ ਹੈ ਉਹੀ ਜਪੋ, ਉਹਨੂੰ ਜ਼ੋਰ ਨਾਲ ਜਪਦੇ ਰਹੋ। ਇਸ ਪੂਰੇ ਜਪਣ ਦੀ ਪ੍ਰਕਿਰਿਆ 'ਚ ਕਿਸੇ ਵੀ ਇੱਕ ਸ਼ਬਦ 'ਤੇ
ਆਦਮੀ ਦਾ ਮਨ ਠਹਿਰਾ ਲਿਆ ਜਾਏ ਤਾਂ ਮੂਰਛਤ ਹੋ ਜਾਂਦਾ ਹੈ। ਹਿਪਨੋਸਿਸ ਦੀ ਤਰਕੀਬ ਹੀ ਇੰਨੀ ਹੈ, ਕੁੱਲ ਜਮਾ। ਤਾਂ ਇਸ ਨਾਲ ਤੁਸੀਂ ਆਪਣੇ ਤੇ ਨਹੀਂ ਆਉਂਦੇ ਹੋ, ਕਲਕੱਤੇ ਤਾਂ ਚਲੇ ਜਾਂਦੇ ਹੋ, ਤੁਸੀਂ ਆਪਣੇ ਤੇ ਨਹੀਂ ਵਰਤਦੇ। ਤੁਸੀਂ ਮੂਰਛਾ 'ਚ ਚਲੇ ਜਾਂਦੇ ਹੋ, ਯਾਨੀ ਸੁਪਨ ਨੀਂਦ 'ਚ ਚਲੇ ਜਾਂਦੇ ਹੋ। ਤੁਸੀਂ ਸੁਪਨੇ 'ਚ ਜਾਗਣ 'ਚ ਨਹੀਂ ਆਉਂਦੇ, ਕਿਉਂਕਿ ਕੋਈ ਵੀ ਦੁਹਰਾ, ਹੁਣ ਉਹ ਬੜੀ ਉਲਟੀ ਗੱਲ ਕਰ ਰਹੇ ਸਨ, ਕੋਈ ਵੀ ਦੁਹਰਾ ਡਲ ਕਰਦਾ ਹੈ ਦਿਮਾਗ ਨੂੰ, ਅਤੇ ਇਸ ਲਈ ਸਾਡਾ ਸਾਰਿਆਂ ਦਾ ਦਿਮਾਗ ਹੌਲੀ ਹੌਲੀ ਡਲ ਹੁੰਦਾ ਜਾਂਦਾ ਹੈ, ਕਿਉਂਕਿ ਸਾਨੂੰ 24 ਘੰਟੇ ਦੁਹਰਾ ਕਰਨਾ ਪੈਂਦਾ ਹੈ, ਰੋਜ਼ ਉਹੀ ਰੋਜ਼ ਉਹੀ ਰੋਜ਼ ਉਹੀ। ਇਸ ਨਾਲ ਡਲਨੈਸ ਆਈ ਜਾਂਦੀ ਹੈ, ਅਤੇ ਜੋ ਤਾਜ਼ਗੀ ਹੈ ਦਿਮਾਗ ਦੀ ਉਹ ਖਤਮ ਹੋਣ ਲੱਗਦੀ ਹੈ, ਕਿਉਂਕਿ ਸਭ ਰੂਟੀਨ ਹੋ ਜਾਂਦਾ ਹੈ। ਇਸ ਲਈ ਨਵੇਂ ਦਾ ਸਾਨੂੰ ਇੰਨਾ ਆਨੰਦ ਹੁੰਦਾ ਹੈ। ਤੁਸੀਂ ਜੇ ਅਹਿਮਦਾਬਾਦ ਤੋਂ ਅੱਕ ਗਏ ਹੋ ਤਾਂ ਪਹਿਲਗਾਮ ਅੱਛਾ ਲੱਗਦਾ ਹੈ। ਉਹਦੇ ਅੱਛੇ ਲੱਗਣ ਦਾ ਕਾਰਨ ਪਹਿਲਗਾਮ ਘੱਟ ਹੈ, ਅਹਿਮਦਾਬਾਦ ਨੇ ਡਲਨੈਸ ਪੈਦਾ ਕਰ ਦਿੱਤੀ, ਰੈਪੂਟੇਸ਼ਨ ਰੋਜ਼ ਰੋਜ਼ ਉਹੀ, ਉਸ ਤੋਂ ਤੁਸੀਂ ਅੱਕ ਗਏ। ਲੇਕਿਨ ਇੱਥੇ ਜੋ ਰਹਿ ਰਿਹਾ ਹੈ ਉਹਨੂੰ ਪਹਿਲਗਾਮ 'ਚ ਕੋਈ ਆਨੰਦ ਨਹੀਂ ਆ ਰਿਹਾ। ਉਹ ਸੋਚ ਰਿਹਾ ਹੈ ਕਿ ਕਦੋਂ ਅਹਿਮਦਾਬਾਦ ਦੇਖ ਲਵਾਂ, ਬੰਬਈ ਵੇਖ ਲਵਾਂ, ਪੂਨੇ ਵੇਖ ਲਵਾਂ। ਅਤੇ ਜਿਸ ਦਿਨ ਦੇਖੇਗਾ ਇੰਨਾ ਹੀ ਆਨੰਦਿਤ ਹੋਏਗਾ ਜਿੰਨਾ ਤੁਸੀਂ ਹੋਏ ਹੋ, ਕਿਉਂਕਿ ਉਸ ਦੀ ਇਹ ਰੂਟੀਨ ਹੋ ਗਈ ਸੀ, ਉਸ ਲਈ ਇਹ ਡਲ ਹੋ ਗਿਆ ਸੀ। ਹੁਣ ਉਸ ਵਿੱਚ ਕੁਝ ਦੇਖਣ ਦੀ ਗੱਲ ਨਹੀਂ ਸੀ, ਸਭ ਉਹੀ ਸੀ, ਰੋਜ਼ ਉਹੀ ਸੂਰਜ, ਰੋਜ਼ ਉਹੀ ਚੰਨ ਸੀ, ਰੋਜ਼ ਉਹੀ ਪਹਾੜ ਸਨ, ਰੋਜ਼ ਉਹੀ ਦਰਖਤ ਸਨ। ਤੁਸੀਂ ਵੀ ਪਹਿਲੇ ਦਿਨ ਜਿਵੇਂ ਦਰਖਤ ਦੇਖੇ ਹੋਣਗੇ, ਅੱਜ ਨਹੀਂ ਦੇਖੇ ਹੋਣੇ, ਉਹੀ ਗੱਲ ਹੋ ਗਈ। ਹੁਣ ਉਹ ਰੈਪੀਟੀਸ਼ਨ ਹੋ ਗਿਆ, ਮਾਈਂਡ ਡਲ ਹੋ ਜਾਂਦਾ ਹੈ ਫਿਰ ਰੈਪੀਟੀਸ਼ਨ ਤੋਂ। ਅਜਿਹਾ ਵੀ ਹੋ ਸਕਦਾ ਹੈ ਕਿ ਇਸ ਪਹਾੜ ਉੱਤੇ ਰਹਿਣ ਵਾਲਾ ਆਦਮੀ ਹੁਣ ਪਹਾੜ ਨੂੰ ਦੇਖਦਾ ਹੀ ਨਾ ਹੋਵੇ। ਇਹ ਕੋਈ ਔਖੀ ਗੱਲ ਨਹੀਂ ਹੈ। ਤੁਸੀਂ ਵੀ ਇੱਥੇ ਰਹਿ ਜਾਓਗੇ 4-6 ਮਹੀਨੇ ਤਾਂ ਪਹਾੜ ਫਿਰ ਨਹੀਂ ਦਿਖਾਈ ਪਏਗਾ, ਅਤੇ ਨਾ ਪੌਦੇ ਦਿਖਾਈ ਪੈਣਗੇ, ਮਾਈਂਡ ਡਲ ਹੋ ਜਾਏਗਾ। ਰਿਪੀਟ ਹੋ ਗਈ ਗੱਲ। ਨਵੀਂ ਦੇ ਪ੍ਰਤੀ ਮਾਈਂਡ ਜਗਦਾ ਹੈ ਅਤੇ ਪੁਰਾਣੇ ਪ੍ਰਤੀ ਡਲ ਹੋ ਜਾਂਦਾ ਹੈ। ਫਿਰ ਅਸੀਂ ਜੋ ਵੀ ਕਰਦੇ ਹਾਂ ਉਹ ਸਭ ਦਾ ਰੈਪੀਟੀਸ਼ਨ ਹੋ ਜਾਂਦਾ ਹੈ, ਸਭ ਰੈਪੀਟੀਸ਼ਨ ਹੋ ਜਾਂਦਾ ਹੈ। ਕੁਝ ਵੀ ਕਰਾਂਗੇ ਤਾਂ ਰਿਪੀਟ ਕਰਾਂਗੇ, ਰੈਪੀਟੀਸ਼ਨ ਵਿੱਚ ਇਹ ਸਭ ਡਲਨੈਸ ਆ ਜਾਏਗੀ। ਅਤੇ ਮਜ਼ੇ ਦੀ ਗੱਲ ਇਹ ਹੈ ਕਿ ਅਸੀਂ ਕੁਝ ਨਾ ਕਰੀਏ, ਸਿਰਫ ਹੋਈਏ, ਤਾਂ ਕਿਉਂਕਿ ਅਸੀਂ ਉੱਥੇ ਕੁਝ ਕਰਦੇ ਹੀ ਨਹੀਂ, ਇਸ ਲਈ ਰਿਪੀਟ ਕਰਨ ਦਾ ਸਵਾਲ ਹੀ ਨਹੀਂ ਉੱਠਦਾ। ਉਹ ਅਨਰਿਪੀਟੇਬਲ ਐਕਸਪੀਰੀਅੰਸ ਹੈ, ਕਿਉਂਕਿ ਅਸੀਂ ਕੁਝ ਕਰਦੇ ਹੀ ਨਹੀਂ ਜਿਸ ਨੂੰ ਅਸੀਂ ਰਿਪੀਟ ਕਰ ਸਕੀਏ। ਕੁਝ ਕਰਦੇ ਤਾਂ ਰਿਪੀਟ ਹੋ ਸਕਦਾ ਸੀ, ਅਸੀਂ ਕੁਝ ਕਰਦੇ ਹੀ ਨਹੀਂ, ਅਸੀਂ ਸਿਰਫ ਹੁੰਦੇ ਹਾਂ। ਤਾਂ ਇੱਕ ਰਿਜ਼ਰਵਾਇਰ ਹੋ ਜਾਂਦਾ ਹੈ ਮਾਈਂਡ ਦਾ, ਕਿਤੇ ਨਹੀਂ ਜਾ ਰਿਹਾ ਬਾਹਰ, ਜਿਵੇਂ ਕੋਈ ਝਰਨਾ ਕਿਤੇ ਨਹੀਂ ਜਾ ਰਿਹਾ, ਠਹਿਰ ਗਿਆ, ਚਾਰੇ ਪਾਸੇ ਬੰਨ ਹੈ, ਝਰਨਾ ਇੱਕ ਝੀਲ ਬਣ ਗਿਆ, ਕਿਤੇ ਜਾ ਨਹੀਂ ਰਿਹਾ, ਕਿਤੇ ਜਾਣ ਦੀ ਕੋਈ ਗੱਲ ਵੀ ਨਹੀਂ, ਸ਼ਾਂਤ ਝੀਲ ਹੈ, ਇੱਕ ਲਹਿਰ ਵੀ ਨਹੀਂ ਹੈ। ਤਾਂ ਸਾਰੀ ਸ਼ਕਤੀ, ਸਾਰੀ ਤਾਜ਼ਗੀ, ਸਾਰਾ ਯੁਵਾਪਣ ਉਸ ਝੀਲ 'ਚ ਪੈਦਾ ਹੋ ਜਾਏਗਾ। ਉਹ ਯੁਵਾਪਣ, ਉਹ ਸ਼ਕਤੀ, ਉਹ ਡਾਇਨੈਮਿਕ ਫੋਰਸ ਕ੍ਰੀਏਟ ਕਰੇਗੀ ਬਹੁਤ ਕੁਝ, ਲੇਕਿਨ ਤਦ ਤੁਸੀਂ ਆਕੂਪਾਈਡ ਨਹੀਂ ਹੋਵੋਗੇ। ਉਹ ਕ੍ਰੀਏਟ ਕਰੇਗੀ, ਉਹਦਾ ਆਟੋਮੈਟਿਕ ਹੈ। ਜਿਵੇਂ ਦਰਖਤ 'ਤੇ ਫੁੱਲ ਆ ਰਿਹਾ ਹੈ, ਇੰਝ ਤੁਹਾਡੇ ਨਾਲ ਵੀ ਚੀਜ਼ਾਂ ਆਉਣਗੀਆਂ, ਲੇਕਿਨ ਤੁਸੀਂ ਫਿਰ ਉਹਨਾਂ ਨੂੰ ਕਰ ਨਹੀਂ ਰਹੇ ਹੋ, ਉਹ ਹੋ ਰਹੀਆਂ ਹਨ। ਤਦ ਤੁਹਾਡੇ ਮਨ ਦਾ ਬੋਝ ਗਿਆ, ਤਦ ਤੁਹਾਡੇ ਮਨ ਉੱਤੇ ਕੋਈ ਬੋਝ ਨਹੀਂ ਹੈ, ਕੋਈ ਭਾਰ ਨਹੀਂ ਹੈ। ਅਜਿਹੀ ਸਥਿਤੀ ਵਿੱਚ ਜੋ ਅਨੁਭਵ ਹੋਏਗਾ, ਉਹ ਅਨੁਭਵ ਤਾਂ ਮੁਕਤੀ ਦਾ ਹੈ, ਨਿਰਭਰ ਹੋਣ ਦਾ ਹੈ। ਲੇਕਿਨ ਚਾਹੀਏ ਤਾਂ ਇਸ ਤਰ੍ਹਾਂ ਦੇ ਝੂਠੇ ਅਨੁਭਵ ਪੈਦਾ ਕਰ ਸਕਦੇ ਹਾਂ, ਅਤੇ ਮਨ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਉਹ ਝੂਠੇ ਅਨੁਭਵ ਪ੍ਰੋਜੈਕਟ ਕਰ ਸਕਦਾ ਹੈ। ਕੋਈ ਵੀ ਅਨੁਭਵ ਉਹ ਚਾਹੇ ਤਾਂ ਪ੍ਰੋਜੈਕਟ ਕਰ ਸਕਦਾ ਹੈ। ਕੇਦਾਰਨਾਥ ਹਿਮਾਲਾ ਵਿੱਚ ਸਨ ਕੋਈ 30 ਸਾਲਾਂ ਤੱਕ, ਅਤੇ 30 ਸਾਲਾਂ ਵਿੱਚ ਉਹਨਾਂ ਨੂੰ ਪੱਕਾ ਅਨੁਭਵ ਹੋ ਗਿਆ ਕਿ ਭਗਵਾਨ ਦੇ ਦਰਸ਼ਨ ਹੋ ਗਏ ਹਨ। ਭਗਵਾਨ ਰੋਜ਼ ਦਿਖਾਈ ਦੇਣ ਲੱਗੇ, ਗੱਲਬਾਤ ਹੋਣ ਲੱਗੀ, ਸਭ ਦਰਸ਼ਨ ਹੋ ਗਿਆ, ਸ਼ੱਕ ਦੀ ਕੋਈ ਗੁੰਜਾਇਸ਼ ਵੀ ਨਹੀਂ ਸੀ। ਜਦੋਂ ਸਾਹਮਣੇ ਹੀ ਭਗਵਾਨ ਦਿਖਦੇ ਹੋਣ ਤਾਂ ਹੁਣ ਹੋਰ ਕੀ ਸੰਦੇਹ ਕਰਨਾ। ਗੱਲ ਹੁੰਦੀ ਹੋਵੇ, ਬਾਤ ਹੁੰਦੀ ਹੋਵੇ, ਤੇ ਇਕੱਲੇ ਸਨ। ਫਿਰ ਉੱਥੋਂ ਪਰਤ ਆਏ। ਪਰਤਨ ਤੇ ਉਹਨਾਂ ਨੂੰ ਹੇਠਾਂ ਆ ਕੇ, ਕਿਉਂਕਿ ਉਹਨਾਂ ਨੂੰ ਭਗਵਾਨ ਦਿਖਦੇ ਸਨ, ਉਹਨਾਂ ਦੇ ਇੱਕ ਗੁਆਂਢੀ ਨੂੰ ਤਾਂ ਦਿਖਦੇ ਨਹੀਂ ਸਨ, ਤਾਂ ਉਹਨਾਂ ਨੂੰ ਇੱਕ ਸ਼ੱਕ ਹੋਣ ਲੱਗਾ ਕਿ ਕਿਤੇ ਮੇਰਾ ਇਲਿਊਜ਼ਨ, ਮੇਰਾ ਭਰਮ ਹੀ ਤਾਂ ਨਹੀਂ ਹੈ ਸਿਰਫ ਇਹ ਜੋ ਮੈਂ ਦੇਖ ਰਿਹਾ। 30 ਸਾਲ ਨਿਰੰਤਰ ਭੁੱਖੇ ਪਿਆਸੇ ਇਸੇ ਦੀ ਧਾਰਨਾ ਕਰਨ ਨਾਲ ਕਿਤੇ ਦਿਖਾਈ ਤਾਂ ਨਹੀਂ ਦੇਣ ਲੱਗਿਆ। ਤਾਂ ਉਹਨਾਂ ਨੇ ਕਿਹਾ ਕਿ ਇਹ ਜੋ ਅਭਿਆਸ ਕਰਦਾ ਰਿਹਾ ਉਸ ਨੂੰ ਛੱਡਾਂ ਕੁਝ ਦਿਨ ਲਈ, ਅਤੇ ਜੇ ਫਿਰ ਵੀ ਦਿਖਾਈ ਦਿੰਦੇ ਰਹੇ ਤਾਂ ਸਮਝਾਂਗਾ ਕਿ ਉਂਝ ਹੀ ਨਹੀਂ, ਹਕੀਕਤ ਵਿੱਚ ਹਨ। ਲੇਕਿਨ ਅਭਿਆਸ ਗਿਆ,
ਕਿ ਭਗਵਾਨ ਗਏ, ਉਹ ਤਾਂ ਅਭਿਆਸ ਨਾਲ ਜੁੜੇ ਹਨ। ਇੱਕ ਸੂਫੀ ਫਕੀਰ ਨੂੰ ਮੇਰੇ ਕੋਲ ਲਿਆਂਦਾ ਗਿਆ ਤਾਂ ਉਹ ਸਭ ਵਿੱਚ ਭਗਵਾਨ ਦਿਖਾਈ ਦਿੰਦੇ ਹਨ। ਉਹਨੂੰ ਪੌਦਿਆਂ 'ਚ, ਪੱਥਰਾਂ 'ਚ, ਸਭ ਵਿੱਚ ਭਗਵਾਨ ਦਿਖਾਈ ਦਿੰਦੇ ਹਨ। ਚੱਲਦਾ ਵੀ ਹੈ ਜਦੋਂ ਰਸਤੇ 'ਚ ਤਾਂ ਸਭ ਪਾਸੇ ਭਗਵਾਨ ਨੂੰ ਹੀ ਦੇਖਦਾ ਹੋਇਆ ਬੜੇ ਆਨੰਦ ਵਿੱਚ। ਮੇਰੇ ਕੋਲ ਉਹਨੂੰ ਕੁਝ ਮੁਸਲਮਾਨ ਲੈ ਕੇ ਆਏ। ਉਹਨਾਂ ਨੇ ਕਿਹਾ ਕਿ ਬਹੁਤ ਅਦਭੁਤ ਫਕੀਰ ਹਨ, ਸਭ ਪਾਸੇ ਭਗਵਾਨ ਹੀ ਭਗਵਾਨ, ਕਣ ਕਣ ਵਿੱਚ ਉਹੀ ਦਿਖਾਈ ਦਿੰਦੇ ਹਨ। ਮੈਂ ਉਹਨਾਂ ਨੂੰ ਕਿਹਾ ਕਿ ਇਹ ਤੁਹਾਨੂੰ ਅਚਾਨਕ ਦਿਖਾਈ ਦੇਣ ਲੱਗੇ ਜਾਂ ਤੁਸੀਂ ਕੋਈ ਇੰਤਜ਼ਾਮ ਕੀਤਾ ਸੀ, ਯੋਜਨਾ ਬਣਾਈ ਸੀ? ਉਹਨਾਂ ਨੇ ਕਿਹਾ ਕਿ ਅਚਾਨਕ ਤਾਂ ਕੁਝ ਵੀ ਨਹੀਂ ਹੋ ਸਕਦਾ ਤੇ ਅਚਾਨਕ ਦਾ ਭਰੋਸਾ ਵੀ ਨਹੀਂ ਕੀਤਾ ਜਾ ਸਕਦਾ। ਜਿਵੇਂ ਹੁਣੇ ਮਹੇਸ਼ ਜੀ ਨੇ ਕਿਹਾ ਅਚਾਨਕ ਦਾ ਭਰੋਸਾ ਵੀ ਨਹੀਂ ਕੀਤਾ ਜਾ ਸਕਦਾ। ਤਾਂ ਵਿਵਸਥਾ ਕੀਤੀ, ਮੈਂ ਸਾਧਨਾ ਕੀਤੀ, ਇੱਕ ਇੱਕ ਚੀਜ਼ 'ਚ ਭਗਵਾਨ ਦੇਖਣਾ ਸ਼ੁਰੂ ਕੀਤਾ। ਫੁੱਲ ਦਿਸੇ ਤਾਂ ਮੈਂ ਕਹਾਂ ਭਗਵਾਨ ਹੈ, ਲੇਕਿਨ ਉਹ 30 ਸਾਲ ਪਹਿਲਾਂ ਦੀ ਗੱਲ ਹੈ। ਫਿਰ ਨਿਰੰਤਰ ਅਭਿਆਸ ਕਰਦੇ 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 ਦਿਖਾਈ ਦੇਣ ਲੱਗੇ। ਹੁਣ ਤਾਂ ਭਗਵਾਨ ਮੈਨੂੰ ਹਰ ਥਾਂ ਦਿਖਾਈ ਦਿੰਦੇ ਹਨ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 3 ਦਿਨ ਮੇਰੇ ਕੋਲ ਠਹਿਰੋ ਤੇ ਅਭਿਆਸ ਬੰਦ ਕਰ ਦਿਓ। ਉਹਨਾਂ ਕਿਹਾ ਅਭਿਆਸ ਮੈਂ ਕਿਵੇਂ ਬੰਦ ਕਰ ਸਕਦਾ? ਮੈਂ ਕਿਹਾ ਹੁਣ ਵੀ ਤੁਸੀਂ ਅਭਿਆਸ ਬੰਦ ਨਹੀਂ ਕਰ ਸਕਦੇ, ਜਦ ਕਿ ਭਗਵਾਨ ਦਿਖਾਈ ਦੇਣ ਲੱਗ ਗਏ ਸਭ ਪਾਸੇ। ਤਾਂ ਹੁਣ ਵੀ ਤੁਹਾਡੇ ਅਭਿਆਸ ਉੱਤੇ ਹੀ ਨਿਰਭਰ ਹੈ ਉਹਦਾ ਦਿਖਾਈ ਦੇਣਾ, ਯਾਨੀ ਹੁਣ ਵੀ ਉਹ ਦਿਖਾਈ ਨਹੀਂ ਪਿਆ ਹੈ। ਮੈਂਟਲ ਪ੍ਰੋਜੈਕਸ਼ਨ ਹੈ। ਹਾਂ, ਪ੍ਰੋਜੈਕਸ਼ਨ ਹੈ। ਤਾਂ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ, ਅਜਿਹਾ ਨਹੀਂ, ਮੈਨੂੰ ਤਾਂ ਦਿਖਾਈ ਦੇਣ ਲੱਗਾ ਹੈ। ਤਾਂ ਮੈਂ ਕਿਹਾ 3 ਦਿਨ ਰੁਕ ਜਾਓ। ਤਾਂ ਉਹ 3 ਦਿਨ ਮੇਰੇ ਕੋਲ ਰੁਕ ਗਏ। ਸ਼ਾਇਦ ਦੂਜੇ ਦਿਨ ਦੀ ਰਾਤ ਨੂੰ ਹੀ, ਕੋਈ 2 ਵਜੇ ਰਾਤ, ਉਹਨਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਤਾਂ ਮੈਂ ਉੱਠ ਕੇ ਗਿਆ। ਮੈਂ ਕਿਹਾ ਕੀ ਹੋਇਆ? ਉਹ ਤਾਂ ਬਹੁਤ ਚੀਕਾਂ ਮਾਰਨ ਲੱਗੇ ਕਿ ਮੇਰਾ ਸਭ ਕੁਝ ਬਰਬਾਦ ਕਰ ਦਿੱਤਾ, ਸਭ ਕੁਝ ਨਸ਼ਟ ਹੋ ਗਿਆ ਤੇ ਮੈਂ ਕਿਹੋ ਜਿਹੇ ਆਦਮੀ ਕੋਲ ਆ ਗਿਆ? ਕਿਹੜੇ ਕਰਮਾਂ ਦੇ ਫਲ ਦੀ ਵਜ੍ਹਾ ਨਾਲ ਮੈਂ ਤੁਹਾਡੇ ਕੋਲ ਆਇਆ? ਮੇਰਾ ਤਾਂ ਸਭ ਕੁਝ ਖਤਮ ਹੋ ਗਿਆ। ਕੋਈ 1.5 ਦਿਨ ਤੋਂ ਅਭਿਆਸ ਨਹੀਂ ਕੀਤਾ ਤਾਂ ਮੈਨੂੰ ਕੁਝ ਦਿਖਾਈ ਨਹੀਂ ਦਿੰਦਾ। ਫੁੱਲ ਦਿਖਾਈ ਦਿੰਦਾ, ਪੱਤੇ ਦਿਖਾਈ ਦਿੰਦੇ ਹਨ। ਮੇਰਾ ਸਾਰਾ ਅਨੁਭਵ ਤਬਾਹ ਹੋ ਗਿਆ। ਮੈਂ ਉਹਨਾਂ ਨੂੰ ਕਿਹਾ ਕਿ ਅਨੁਭਵ ਜਿਹੜਾ 30 ਸਾਲਾਂ ਦੀ ਸਾਧਨਾ ਨਾਲ ਦਿਖਿਆ ਤੇ 1.5 ਦਿਨ ਨਾ ਸਾਧਨ ਨਾਲ ਖਤਮ ਹੋ ਜਾਏ, ਉਹ ਅਨੁਭਵ ਦਾ ਮਤਲਬ ਸਮਝਾਉਂਦੇ? ਉਹ ਤੁਹਾਡਾ ਪ੍ਰੋਜੈਕਸ਼ਨ ਹੈ, ਜਿਸ ਨੂੰ ਕੌਨਸਟੈਂਟਲੀ ਪ੍ਰੋਜੈਕਟ ਕਰਦੇ ਰਹੋ ਤਾਂ ਹੀ ਖੜਾ ਰਹਿ ਸਕਦਾ ਹੈ, ਨਹੀਂ ਤਾਂ ਖੜਾ ਨਹੀਂ ਰਹਿ ਸਕਦਾ। ਤੁਸੀਂ ਜਿਵੇਂ ਕਿ ਅਸੀਂ ਫਿਲਮ ਪ੍ਰੋਜੈਕਟ ਕਰ ਰਹੇ ਹਾਂ ਤਾਂ ਉੱਥੇ ਪਰਦੇ ਉੱਤੇ ਕੁਝ ਹੈ ਤਾਂ ਹੈ ਨਹੀਂ, ਉਹ ਅਸੀਂ ਪ੍ਰੋਜੈਕਟ ਕਰ ਰਹੇ ਹਾਂ ਤਾਂ ਹੈ। ਤੇ 1 ਸੈਕਿੰਡ ਲਈ ਇੱਥੇ ਪ੍ਰੋਜੈਕਸ਼ਨ ਦਾ ਬੰਦ ਕੀਤਾ ਕੰਮ ਕਿ ਉੱਥੇ ਫਿਲਮ ਨਦਾਰਦ ਹੋਈ, ਉੱਥੇ ਪਰਦਾ ਖਾਲੀ ਹੋ ਗਿਆ। ਜਿਵੇਂ ਪਰਦੇ ਉੱਤੇ ਅਸੀਂ ਕੁਝ ਚੀਜ਼ਾਂ ਦੇਖ ਸਕਦੇ ਹਾਂ, ਉਂਝ ਹੀ ਮਨ ਦੇ ਪਰਦੇ ਉੱਤੇ ਪ੍ਰੋਜੈਕਟ ਕਰ ਸਕਦੇ ਹੋ। ਲੇਕਿਨ ਜਦੋਂ ਤੱਕ ਉਹ ਜਾਰੀ ਰਹੇਗਾ ਤਦ ਤੱਕ ਉਹ ਦਿਖਾਈ ਦਿੰਦਾ ਰਹੇਗਾ। ਹੁਣ ਮੇਰਾ ਕਹਿਣਾ ਇਹ ਹੈ ਕਿ ਉਹ ਦਿਖਾਈ ਦੇਣਾ ਚਾਹੀਦਾ ਹੈ, ਜੋ ਸਾਡੇ ਅਭਿਆਸ ਉੱਤੇ ਨਿਰਭਰ ਨਾ ਹੋਵੇ। ਇਸ ਲਈ ਮੈਂ ਸਿਸਟਮ ਦਾ ਵਿਰੋਧੀ ਹਾਂ, ਕਿਉਂਕਿ ਸਿਸਟਮ ਸਾਡਾ ਹੋਏਗਾ, ਤਕਨੀਕ ਸਾਡੀ ਹੋਏਗੀ। ਉਹ ਮਹੇਸ਼ ਜੀ ਨੇ ਜੋ ਕਿਹਾ, ਉਹਨਾਂ ਨੇ ਠੀਕ ਕਿਹਾ ਕਿ ਉਹ ਜ਼ਿਆਦਾ ਸੇਫਰ ਹੈ, ਸੁਰੱਖਿਅਤ ਹੈ, ਵਿਵਸਥਿਤ ਹੈ। ਸਭ ਗਣਿਤ ਦਾ ਹਿਸਾਬ ਹੈ। ਇਹਨੂੰ ਇੰਜ ਕਰੋਗੇ ਤਾਂ ਇੰਜ ਹੋਏਗਾ, ਤੇ ਬਿਲਕੁਲ ਠੀਕ ਕਹਿ ਰਹੇ ਹਨ। ਇੰਜ ਕਰੋਗੇ ਤਾਂ ਇੰਜ ਹੋਏਗਾ, ਲੇਕਿਨ ਉਹ ਜੋ ਹੋਏਗਾ ਉਹ ਇਸ ਕਰਨ ਉੱਤੇ ਨਿਰਭਰ ਹੈ। ਉਹ ਇਹਦੀ ਬਾਈ ਪ੍ਰੋਡਕਟ ਹੈ। ਉਹ ਇੰਜ ਕਰ ਰਹੇ ਹਨ, ਇਸ ਲਈ ਹੋ ਰਿਹਾ ਹੈ। ਯਾਨੀ ਇਹ ਇੰਜ ਹੈ ਜਿਵੇਂ ਕਿ ਮੈਂ ਸ਼ਰਾਬ ਪੀਤੀ ਤੇ ਮੈਨੂੰ ਵੱਡੇ ਵੱਡੇ ਫੁੱਲ ਦਿਖਾਈ ਦੇਣ ਲੱਗਣ ਤੇ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਵੀ ਸ਼ਰਾਬ ਪੀਓ ਤਾਂ ਤੁਹਾਨੂੰ ਵੀ ਵੱਡੇ ਵੱਡੇ ਫੁੱਲ ਦਿਖਾਈ ਦੇਣ ਲੱਗਣਗੇ। ਤੇ ਜੇ ਤੁਹਾਨੂੰ ਨਾ ਦਿਖਾਈ ਦੇਣ ਤਾਂ ਫਿਰ ਮੈਨੂੰ ਕਹਿਣਾ ਤੁਸੀਂ ਵੀ ਸ਼ਰਾਬ ਪੀਤੀ ਹੈ, ਤੁਹਾਨੂੰ ਵੀ ਫੁੱਲ ਵੱਡੇ ਦਿਖਾਈ ਦਿੱਤੇ ਤੇ ਤੁਸੀਂ ਕਿਹਾ ਕਿ ਬਿਲਕੁਲ ਠੀਕ ਕਹਿੰਦੇ ਹੈ, ਫੁੱਲ ਵੱਡੇ ਦਿਖਾਈ ਦਿੰਦੇ ਹਨ। ਫੁੱਲ ਵੱਡੇ ਹਨ। ਸ਼ਰਾਬ ਨੇ ਜੇ ਫੁੱਲ ਵੱਡੇ ਦਿਖਾ ਦਿੱਤੇ ਤਾਂ ਫੁੱਲ ਵੱਡੇ ਨਹੀਂ ਹੁੰਦੇ। ਸ਼ਰਾਬ ਸਿਰਫ ਤੁਹਾਡੀ ਸਟੇਟ ਆਫ ਮਾਈਂਡ ਨੂੰ ਹਿਪਨੋਟਿਕ ਕਰ ਦਿੰਦੀ ਹੈ, ਹੋਰ ਕੁਝ ਨਹੀਂ ਹੁੰਦਾ। ਸਵਾਲ ਇਹ ਨਹੀਂ ਕਿ ਅਸੀਂ ਕੀ ਦੇਖ ਲਈਏ, ਸਵਾਲ ਇਹ ਹੈ ਕਿ ਕੀ ਹੈ। ਇਹ ਸਵਾਲ ਨਹੀਂ ਹੈ ਕਿ ਅਸੀਂ ਕੀ ਰਿਅਲਾਈਜ਼ ਕਰ ਲਈਏ, ਸਵਾਲ ਇਹ ਹੈ ਕਿ ਵਾਟ ਇਜ਼ ਹੈ ਕੀ ਅਸਲ ਵਿੱਚ। ਅਸੀਂ ਕੁਝ ਨਹੀਂ ਰਿਅਲਾਈਜ਼ ਕਰਨਾ, ਅਸੀਂ ਕੁਝ ਪ੍ਰੋਜੈਕਟ ਨਹੀਂ ਕਰਨਾ, ਅਸੀਂ ਕੋਈ ਪੱਕਾ ਮਿੱਥ ਕੇ ਨਹੀਂ ਜਾਂਦੇ ਕਿ ਅਸੀਂ ਇਹ ਦੇਖਣਾ ਹੈ, ਇਹ ਅਨੁਭਵ ਕਰਨਾ ਹੈ, ਇਹ ਪ੍ਰਤੀਤ ਕਰਨਾ ਹੈ। ਪੱਕਾ ਕਰਕੇ ਜਾਓਗੇ ਤਾਂ ਸਭ ਹੋ ਜਾਏਗਾ, ਕਿਉਂਕਿ ਮਾਈਂਡ ਦਾ ਜਾਲ ਇੰਨਾ ਅਦਭੁਤ ਹੈ, ਖੇਡ ਇੰਨੀ ਅਦਭੁਤ ਹੈ ਕਿ ਮਾਈਂਡ ਸਭ ਚੀਜ਼ਾਂ ਦਿਖਾ ਦਿੰਦਾ ਹੈ।
ਜੋ ਤੁਸੀਂ ਦੇਖਣਾ ਚਾਹੋ, ਇਸ 'ਚ ਕੋਈ ਔਖ ਨਹੀਂ ਹੈ। ਤੇ ਉਹ ਜੋ 2-3 ਉਹਨਾਂ ਦੀਆਂ ਔਰਤਾਂ ਕਹਿ ਰਹੀਆਂ ਸਨ ਕਿ ਸਾਨੂੰ ਤਾਂ ਹੋ ਰਿਹਾ ਹੈ, ਉਹ ਠੀਕ ਕਹਿ ਰਹੀਆਂ ਸਨ। ਉਹ ਸਮਝਦੇ ਨਹੀਂ, ਇਲਿਊਜ਼ਨ ਹੈ, ਅਜੇ ਉਹ ਸਮਝਦੇ ਨਹੀਂ। ਉਹ ਸਮਝ ਕਿਵੇਂ ਸਕਦੇ ਹਨ? ਉਹ ਸਮਝ ਹੀ ਨਹੀਂ ਸਕਦੇ ਨਾ। ਉਹ ਸਮਝ ਇਸ ਲਈ ਨਹੀਂ ਸਕਦੇ ਤੇ ਡਰ ਹੈ ਸਮਝਣ ਵਿੱਚ। ਉਹ ਜੋ ਭੈ ਹੈ ਕਿ ਜੇ ਸਮਝਿਆ ਕਿ ਭਰਮ ਹੈ, ਇਲਿਊਜ਼ਨ ਹੈ, ਤਾਂ ਹੁਣੇ ਗਿਆ ਸਭ ਕੁਝ ਹੱਥੋਂ ਤੇ ਸਭ ਚਲਾ ਜਾਏਗਾ। ਉਸ ਵਿੱਚੋਂ ਅੱਧੇ ਦਾ ਤਾਂ ਤੁਹਾਡੇ ਖਿਆਲ ਵਿੱਚ ਨਹੀਂ ਹੈ। ਉਸ ਅੱਧੇ ਗਏ ਦਾ ਅੱਜ ਹੀ ਰਾਤ ਮੁਸ਼ਕਿਲ ਹੋ ਜਾਏਗਾ ਉਹਨਾਂ ਦਾ ਸੌਣਾ, ਕਿਉਂਕਿ ਉਹ ਇੱਕ ਵਾਰ ਸਿਰਫ ਖਿਆਲ ਹੀ ਆ ਜਾਏ ਕਿ ਕਿਤੇ ਇਹ ਇਲਿਊਜ਼ਨ ਤਾਂ ਨਹੀਂ ਹੈ। ਇਹ ਮੈਂ ਨਹੀਂ ਕਹਿ ਰਿਹਾ ਕਿ ਹੈ ਹੀ, ਮੈਂ ਇੰਨਾ ਹੀ ਖਿਆਲ ਦਿਵਾ ਦਿਆਂ ਕਿ ਕਿਤੇ ਇਲਿਊਜ਼ਨ ਤਾਂ ਨਹੀਂ ਹੈ, ਤਾਂ ਇੰਨਾ ਖਿਆਲ ਤੁਹਾਨੂੰ ਫੜ ਲਏ। ਭਰਮ ਕੱਲ ਸੁਬਹ ਹੀ ਨਹੀਂ ਆਏਗਾ, ਕਿਉਂਕਿ ਉਹ ਸੰਦੇਹ ਜੋ ਪੈ ਗਿਆ ਉਹ ਇਲਿਊਜ਼ਨ ਨੂੰ ਕੱਟ ਦਿੰਦਾ ਫੌਰਨ। ਉਹ ਕੱਲ ਸੁਬਹ ਹੀ ਦਿੱਕਤ ਪੈ ਜਾਏਗੀ। ਗਿਆ ਉਹ, ਕਿਉਂਕਿ ਇੱਕ ਵਾਰ ਆਊਟ ਆ ਜਾਏ ਕਿ ਜੋ ਮੈਂ ਦੇਖ ਰਿਹਾ ਇਹ ਹੈ ਵੀ ਬਸ, ਉਹ ਤਾਂ ਅਨਡਾਊਟਿੰਗ ਮਾਈਂਡ ਹੀ ਇਲਿਊਜ਼ਨ ਕ੍ਰੀਏਟ ਕਰ ਸਕਦਾ ਹੈ। ਜੋ ਸ਼ੱਕ ਕਰਦਾ ਹੀ ਨਹੀਂ, ਕਦੀ ਸੰਦੇਹ ਕਰਦਾ ਹੀ ਨਹੀਂ, ਉਹ ਇਲਿਊਜ਼ਨ ਕ੍ਰੀਏਟ ਕਰ ਸਕਦਾ ਹੈ। ਫਿਰ ਇਹ ਇਲਿਊਜ਼ਨ, ਇਹਨਾਂ ਦੇ ਐਕਸਪੀਰੀਅੰਸ ਸਭ ਫਾਲਸ ਹੋ ਸਕਦੇ ਹਨ ਜੇ ਮੈਂਟਲੀ ਪ੍ਰੋਜੈਕਟਡ ਹਨ। ਜਿਵੇਂ ਕਿ ਉੱਥੇ ਅਮਰੀਕਾ 'ਚ ਤੇ ਫਰਾਂਸ ਵਿੱਚ ਕੁਵੇ ਦਾ ਇੱਕ ਮਤ ਚੱਲਦਾ ਹੈ। ਫ੍ਰੈਂਚ ਵਿਚਾਰਕ ਸੀ ਕੁਵੇ, ਤਾਂ ਉਹ ਕਹਿੰਦਾ ਹੈ ਕਿ ਜੋ ਸੋਚੋ ਉਹੀ ਹੋ ਜਾਓ। ਉਹ ਕਹਿੰਦਾ ਕਿ ਜੇ ਤੁਸੀਂ ਬਿਮਾਰ ਹੋ ਤਾਂ ਤੁਸੀਂ ਸੋਚੋ ਮੈਂ ਤੰਦਰੁਸਤ ਹਾਂ, ਮੈਂ ਤੰਦਰੁਸਤ ਹਾਂ, ਮੈਂ ਤੰਦਰੁਸਤ ਹਾਂ, ਤਾਂ ਤੁਸੀਂ ਤੰਦਰੁਸਤ ਹੋ ਜਾਓਗੇ। ਤੇ ਬੜੇ ਮਜ਼ੇ ਦੀ ਗੱਲ ਇਹ ਹੈ ਕਿ ਬਿਮਾਰੀ ਨਹੀਂ ਮਿਟਦੀ ਤੇ ਆਦਮੀ ਤੰਦਰੁਸਤ ਅਨੁਭਵ ਕਰਨ ਲੱਗਦਾ ਹੈ। ਯਾਨੀ ਜੋ ਆਦਮੀ ਕੱਲ ਸੜਕ ਤੇ ਚੱਲ ਨਹੀਂ ਸੀ ਸਕਦਾ ਉਹ ਚੱਲਣ ਲੱਗੇਗਾ। ਜੋ ਆਦਮੀ ਕੱਲ ਬਿਸਤਰਾ ਨਹੀਂ ਸੀ ਛੱਡ ਸਕਦਾ ਬਿਸਤਰਾ ਛੱਡ ਦੇਗਾ, ਤਾਕਤ ਆਉਂਦੀ ਹੋਈ ਲੱਗੇਗੀ। ਉਹ ਬਿਮਾਰੀ ਆਪਣੀ ਥਾਂ ਖੜੀ ਹੈ, ਬਿਮਾਰੀ ਨਹੀਂ ਗਈ। ਬਿਮਾਰੀ ਆਪਣੀ ਥਾਂ ਖੜੀ ਰਹੇਗੀ ਤੇ ਉਹ ਆਦਮੀ ਜੇ ਮੰਜੇ ਉੱਤੇ ਹੀ ਪਿਆ ਰਹਿੰਦਾ ਤਾਂ ਸ਼ਾਇਦ ਬਿਮਾਰੀ ਮਿਟਾ ਸਕਦਾ ਸੀ ਕਿਸੇ ਸਹੀ ਇਲਾਜ ਨਾਲ। ਹੁਣ ਇਹ ਬਿਮਾਰੀ ਦਾ ਇਲਾਜ ਵੀ ਨਹੀਂ ਕਰੇਗਾ, ਕਿਉਂਕਿ ਇੱਕ ਇਲਿਊਜ਼ਨ ਵਿੱਚ ਹੁਣ ਖੜਾ ਹੋ ਗਿਆ ਕਿ ਮੈਂ ਤੰਦਰੁਸਤ ਹਾਂ। ਕੌਣ ਕਹਿੰਦਾ ਹੈ ਕਿ ਮੈਂ ਬਿਮਾਰ ਹਾਂ? ਕੁਵੇ ਕਹਿੰਦਾ ਹੈ ਕਿ ਕੋਈ ਤੁਹਾਨੂੰ ਕਹੇ ਕਿ ਬਿਮਾਰ ਹੋ ਤਾਂ ਮੰਨੋ ਹੀ ਨਾ, ਇਨਕਾਰ ਕਰ ਦਿਓ ਇਸ ਗੱਲ ਤੋਂ, ਕਿਉਂਕਿ ਤੁਸੀਂ ਜੇ ਮੰਨਿਆ ਤਾਂ ਤੁਸੀਂ ਬਿਮਾਰ ਹੋ ਜਾਓਗੇ। ਜ਼ਰੂਰ ਅਜਿਹੀਆਂ ਬਿਮਾਰੀਆਂ ਹਨ ਕਿ ਮੰਨਣ ਨਾਲ ਹੋ ਸਕਦੀਆਂ ਹਨ, ਲੇਕਿਨ ਉਹ ਝੂਠੀਆਂ ਹਨ। ਤੇ ਅਜਿਹੀ ਤੰਦਰੁਸਤੀ ਵੀ ਹੈ ਜੋ ਮੰਨਣ ਨਾਲ ਹੋ ਸਕਦੀ ਹੈ, ਉਹ ਝੂਠੀ ਹੈ। ਤੇ ਅਸਲੀ ਤੇ ਨਕਲੀ ਤੰਦਰੁਸਤੀ 'ਚ ਫਰਕ ਕਰਨਾ ਬੜਾ ਮੁਸ਼ਕਿਲ ਹੈ ਕਿ ਤੁਸੀਂ ਮੰਨ ਬੈਠੇ ਹੋ ਕਿ ਤੁਸੀਂ ਸੱਚਮੁੱਚ ਤੰਦਰੁਸਤ ਹੋ। ਤਾਂ ਮੇਰਾ ਕਹਿਣਾ ਹੈ ਫਰਕ ਇੱਕ ਹੈ। ਨਕਲੀ ਤੰਦਰੁਸਤੀ ਨੂੰ ਤੁਹਾਨੂੰ ਮੰਨ ਕੇ ਪੈਦਾ ਕਰਨਾ ਪੈਂਦਾ ਹੈ। ਅਸਲੀ ਤੰਦਰੁਸਤੀ ਨੂੰ ਤੁਹਾਨੂੰ ਮੰਨ ਕੇ ਪੈਦਾ ਨਹੀਂ ਕਰਨਾ ਪੈਂਦਾ। ਤੁਸੀਂ ਨਾ ਮੰਨੋ ਤਾਂ ਵੀ ਉਹ ਹੈ। ਅਸਲੀ ਤੰਦਰੁਸਤੀ ਜੋ ਹੈ ਉਹ ਹੈ, ਤੁਹਾਨੂੰ ਮੰਨਣਾ ਨਹੀਂ ਪੈਂਦਾ। ਨਕਲੀ ਤੰਦਰੁਸਤੀ ਨੂੰ ਮੰਨ ਕੇ ਪੈਦਾ ਕਰਨਾ ਪੈਂਦਾ ਹੈ। ਤੇ ਸ਼ਾਂਤੀ ਵੀ ਪੈਦਾ ਕੀਤੀ ਜਾ ਸਕਦੀ ਹੈ ਜੋ ਨਕਲੀ ਹੈ, ਤੰਦਰੁਸਤੀ ਵੀ ਪੈਦਾ ਕੀਤੀ ਜਾ ਸਕਦੀ ਹੈ ਜੋ ਨਕਲੀ ਹੈ, ਰੌਸ਼ਨੀ ਵੀ ਪੈਦਾ ਕੀਤੀ ਜਾ ਸਕਦੀ ਹੈ, ਭਗਵਾਨ ਵੀ ਪੈਦਾ ਕੀਤੇ ਜਾ ਸਕਦੇ ਹੈ ਜੋ ਨਕਲੀ ਹਨ। ਤੇ ਨਕਲੀ ਦਾ ਪੈਦਾ ਕਰਨਾ ਸਰਲ ਹੈ ਇੱਕਦਮ, ਕਿਉਂਕਿ ਮਾਈਂਡ ਉਸ ਦੇ ਲਈ ਇੱਕਦਮ ਰਾਜ਼ੀ ਹੋ ਜਾਂਦਾ ਹੈ। ਉਹ ਮਾਈਂਡ ਲਈ ਬੜਾ ਸਰਲ ਹੈ। ਅਸਲੀ ਨੂੰ ਜਾਣਨਾ ਔਖਾ ਹੈ, ਕਿਉਂਕਿ ਉਹਦੇ ਜਾਣਨ ਲਈ ਮਾਈਂਡ ਨੂੰ ਵਿਦਾ ਕਰਨ ਦੀ ਜ਼ਰੂਰਤ ਹੈ। ਤੇ ਮਾਈਂਡ ਹਮੇਸ਼ਾ ਸਿਕਿਉਰਿਟੀ ਮੰਗਦਾ ਹੈ। ਉਹ ਜੇ ਇਸ ਕਮਰੇ ਵਿੱਚ ਵੀ ਰਾਤ ਸੋਏਗਾ ਤਾਂ ਪਤਾ ਲਾ ਲਏਗਾ ਕਿ ਸਭ ਤਾਲੇ ਦਰਵਾਜ਼ੇ ਬੰਦ ਹਨ, ਕੋਈ ਖਤਰਾ ਤਾਂ ਨਹੀਂ ਹੈ। ਉਹ ਜੇ ਕੋਈ ਕਿਤਾਬ ਵੀ ਪੜ੍ਹੇਗਾ ਤਾਂ ਪਹਿਲਾਂ ਪੱਕਾ ਪਤਾ ਲਾ ਲਏਗਾ ਕਿ ਕਿਤਾਬ ਅੱਛੀ ਹੈ, ਕੋਈ ਖਰਾਬ ਗੱਲਾਂ ਤਾਂ ਇਸ ਵਿੱਚ ਨਹੀਂ ਲਿਖੀਆਂ ਹੋਈਆਂ। ਉਹ ਜੇ ਕਿਸੇ ਗੁਰੂ ਨੂੰ ਫੜੇਗਾ ਤਾਂ ਪਹਿਲਾਂ 50 ਲੋਕਾਂ ਨੂੰ ਪੁੱਛ ਲਏਗਾ ਕਿ ਭਾਈ ਉਹ ਗੁਰੂ ਠੀਕ ਹੈ, ਕਿਸੇ ਨੂੰ ਪਹੁੰਚਾਇਆ ਇਹਨੇ, ਤਾਂ ਫਿਰ ਮੈਂ ਵੀ ਇਹਦੇ ਪਿੱਛੇ ਜਾਵਾਂ। ਮਾਈਂਡ ਜੋ ਹੈ ਉਹ ਸਿਕਿਉਰਿਟੀ ਮੰਗਦਾ ਹੈ, ਕਿਉਂਕਿ ਉਹ ਡਰਦਾ ਹੈ ਕਿਤੇ ਮਰ ਨਾ ਜਾਏ। ਤੇ ਮਜ਼ਾ ਇਹ ਹੈ ਕਿ ਜੇ ਤੁਸੀਂ ਉਸ ਨੂੰ ਸਿਕਿਉਰਿਟੀ ਦੇਈ ਜਾਂਦੇ ਹੋ ਹਰ ਤਰ੍ਹਾਂ ਦੀ, ਤਾਂ ਉਹ ਮਜ਼ਬੂਤ ਹੁੰਦਾ ਚਲਾ ਜਾਂਦਾ ਹੈ, ਸੁਰੱਖਿਅਤ ਹੁੰਦਾ ਚਲਾ ਜਾਂਦਾ ਹੈ। ਸੰਨਿਆਸੀ ਦਾ ਮਤਲਬ ਹੈ ਜੋ ਕਹਿੰਦਾ ਹੈ ਅਸੀਂ ਕੋਈ ਸਿਕਿਉਰਿਟੀ ਨਹੀਂ ਮੰਗਦੇ, ਅਸੀਂ ਇਨਸਿਕਿਉਰਿਟੀ 'ਚ ਜਿਉਂਦੇ ਹਾਂ। ਅਸੀਂ ਨਹੀਂ ਕਹਿੰਦੇ ਕਿ ਕੱਲ ਕੁਝ ਮਿਲੇਗਾ ਕਿ ਨਹੀਂ ਮਿਲੇਗਾ, ਕੱਲ ਸੁਬਹ ਦੇਖਾਂਗੇ।
ਇਹ ਆਦਮੀ ਬੁਰਾ ਹੈ ਜਾਂ ਭਲਾ। ਅਸੀਂ ਕਿਉਂ ਸੋਚੀਏ? ਜ਼ਿਆਦਾ ਤੋਂ ਜ਼ਿਆਦਾ ਇਹ ਹੋਏਗਾ ਕਿ ਰਾਤ ਨੂੰ ਬਿਸਤਰਾ ਲੈ ਜਾਏਗਾ ਉਠਾ ਕੇ ਤਾਂ ਲੈ ਜਾਏਗਾ। ਇਹ ਮੈਂ ਕਾਹਦੇ ਵਾਸਤੇ ਨਿਰਣਾ ਕਰਾਂ ਕਿ ਉਹ ਆਦਮੀ ਕਿਹੋ ਜਿਹਾ ਹੈ? ਅਸੀਂ ਕੁਝ ਸੋਚਦੇ ਹੀ ਨਹੀਂ, ਅਸੀਂ ਜਿਉਂਦੇ ਹਾਂ ਚੁੱਪਚਾਪ ਇੱਕ ਇੱਕ ਪਲ ਵਿੱਚ। ਇੰਨੀ ਸਿਕਿਉਰਿਟੀ 'ਚ ਜੋ ਜਿਉਂਦਾ ਹੈ ਉਹਦੇ ਮਾਈਂਡ ਵਿੱਚ ਐਕਸਪਲੋਜ਼ਨ ਹੋ ਸਕਦਾ ਹੈ, ਕਿਉਂਕਿ ਮਾਈਂਡ ਫਿਰ ਜੀ ਨਹੀਂ ਸਕਦਾ। ਮਾਈਂਡ ਨੂੰ ਮਰਨਾ ਪਏਗਾ। ਮਾਈਂਡ ਨੂੰ ਚਾਹੀਦੀ ਹੈ ਸੁਵਿਵਸਥਾ। ਉਹ ਵਿਵਸਥਾ ਖਤਮ ਹੋ ਗਈ। ਉਹ ਕਹਿੰਦਾ ਸੀ ਜੇਬ 'ਚ ਪੈਸੇ ਲੈ ਕੇ ਚੱਲੋ। ਉਹ ਕਹਿੰਦਾ ਸੀ ਬੈਂਕ 'ਚ ਇੰਤਜ਼ਾਮ ਰੱਖੋ। ਉਹ ਕਹਿੰਦਾ ਸੀ ਭਗਵਾਨ ਦੇ ਕੋਲ ਵੀ ਪੁੰਨ ਦੀ ਵਿਵਸਥਾ ਰੱਖੋ। ਸਾਰਾ ਹਿਸਾਬ ਕਰਕੇ ਰੱਖੋ ਤਾਂ ਕਿ ਕੁਝ ਗੜਬੜ ਨਾ ਹੋ ਜਾਏ, ਅਤੇ ਜਿੰਨਾ ਜ਼ਿਆਦਾ ਹਿਸਾਬ ਉਨੀ ਮ੍ਰਿਤ ਚੀਜ਼ ਉਪਲਬਧ ਹੁੰਦੀ ਹੈ। ਉਹ ਜੋ ਕਹਿ ਰਹੇ ਸਨ ਕਿ ਇੰਨੀ ਸੇਫਟੀ, ਇੰਨੀ ਤਾਂ ਬਹੁਤ ਲੰਮਾ ਹੋ ਗਿਆ ਸੀ। ਕੁਝ ਗੱਲ ਕਰਨ ਦਾ ਮਤਲਬ ਨਹੀਂ ਸੀ। ਉਹ ਜਿੰਨੀ ਸਿਕਿਉਰਿਟੀ, ਜਿੰਨੀ ਸੇਫਟੀ, ਓਨਾ ਡੈਡ ਆਦਮੀ, ਅਤੇ ਜਿੰਨੀ ਇਨਸਿਕਿਉਰਿਟੀ, ਜਿੰਨਾ ਜੋਖਮ, ਜਿੰਨਾ ਰਿਸਕ, ਓਨਾ ਲਿਵਿੰਗ ਆਦਮੀ। ਅਤੇ ਮਜ਼ਾ ਇਹ ਹੈ ਕਿ ਭਗਵਾਨ ਦੇ ਮਾਮਲੇ ਵਿੱਚ ਜੋਖਮ ਲੈਣ ਦੀ ਤਿਆਰੀ ਨਾ ਹੋਵੇ, ਉੱਥੇ ਵੀ ਅਸੀਂ ਪੱਕਾ ਹੀ ਕਰਕੇ ਚੱਲੀਏ ਸਭ, ਤਾਂ ਫਿਰ ਬਹੁਤ ਮੁਸ਼ਕਿਲ ਹੋਏਗੀ। ਭਗਵਾਨ ਦਾ ਮਤਲਬ ਹੀ ਇਹ ਹੈ, ਉਹ ਜੋ ਅਨਨੋਨ ਨੇ ਸਾਨੂੰ ਸਾਰੇ ਪਾਸਿਓਂ ਘੇਰਿਆ ਹੋਇਆ ਹੈ, ਉਸ ਵਿੱਚ ਤਾਂ ਸਾਨੂੰ ਕੁੱਦਣਾ ਪਏਗਾ। ਕਿਨਾਰੇ ਨੂੰ ਛੱਡ ਕੇ, ਕਿਨਾਰਾ ਸਿਕਿਉਰ ਸੀ ਬਿਲਕੁਲ, ਉੱਥੇ ਕੋਈ ਖਤਰਾ ਨਹੀਂ ਸੀ ਡੁੱਬਣ ਦਾ, ਕੋਈ ਡਰ ਨਹੀਂ ਸੀ ਕਿਨਾਰੇ ਉੱਤੇ। ਕਿਨਾਰਾ ਬਹੁਤ ਸੁਰੱਖਿਅਤ ਹੈ, ਅਤੇ ਕਿਨਾਰੇ ਉੱਤੇ ਜੋ ਖੜਾ ਹੈ ਉਹ ਜ਼ਿੰਦਗੀ ਭਰ ਖੜਾ ਰਹਿ ਸਕਦਾ ਹੈ। ਲੇਕਿਨ ਸਾਗਰ ਦਾ ਅਨੁਭਵ ਤਾਂ ਉਸੇ ਨੂੰ ਮਿਲਦਾ ਹੈ ਜੋ ਕੁੱਦ ਜਾਏ ਕਿਨਾਰੇ ਤੋਂ। ਖਤਰਾ ਹੈ ਉੱਥੇ, ਖਤਰਾ ਹੈ, ਇਸ ਲਈ ਜ਼ਿੰਦਗੀ ਹੈ ਉੱਥੇ। ਅਤੇ ਸਾਡਾ ਮਨ ਕਿਉਂਕਿ ਨਿਰੰਤਰ ਮੰਗ ਕਰਦਾ ਹੈ ਕਿ ਸਭ ਵਿਵਸਥਿਤ, ਸਿਸਟਮੈਟਿਕ ਹੋਣਾ ਚਾਹੀਦਾ ਹੈ। ਅਤੇ ਬੜੇ ਮਜ਼ੇ ਦੀ ਗੱਲ ਇਹ ਹੈ ਕਿ ਜ਼ਿੰਦਗੀ ਬਿਲਕੁਲ ਸਿਸਟਮੈਟਿਕ ਨਹੀਂ ਹੈ। ਜ਼ਿੰਦਗੀ ਬਹੁਤ ਅਨਾਰਕਿਕ ਹੈ, ਅਤੇ ਅਨਾਰਕਿਕ ਹੈ ਇਸ ਲਈ ਲਿਵਿੰਗ ਹੈ। ਤੁਸੀਂ ਫਰਕ ਕਰ ਲਓ। ਇੱਕ ਪੱਥਰ ਬਹੁਤ ਸਿਸਟਮੈਟਿਕ ਹੈ, ਇੱਕ ਫੁੱਲ ਓਨਾ ਸਿਸਟਮੈਟਿਕ ਨਹੀਂ ਹੈ। ਫੁੱਲ 'ਚ ਜ਼ਿੰਦਗੀ ਹੈ। ਪੱਥਰ ਕੱਲ੍ਹ ਵੀ ਉੱਥੇ ਸੀ, ਅੱਜ ਵੀ ਉੱਥੇ ਹੈ, ਪਰਸੋਂ ਵੀ ਉੱਥੇ ਹੋਏਗਾ, ਅਤੇ ਫੁੱਲ ਸੁਬਾਹ ਉੱਥੇ ਸੀ, ਸ਼ਾਮੀ ਨਹੀਂ ਹੈ। ਉਹਦਾ ਕੋਈ ਭਰੋਸਾ ਨਹੀਂ ਹੈ। ਹੁਣੇ ਹੈ, ਜ਼ੋਰ ਦੀ ਹਵਾ ਚੱਲੇਗੀ, ਡਿੱਗ ਜਾਏਗਾ। ਹੁਣੇ ਹੈ, ਸੂਰਜ ਨਿਕਲੇਗਾ, ਕੁਮਲਾ ਜਾਏਗਾ। ਹੁਣੇ ਹੈ, ਮੀਂਹ ਆਇਆ, ਮਿਟ ਜਾਏਗਾ। ਪੱਥਰ ਉੱਥੇ ਹੋਏਗਾ। ਪੱਥਰ ਬਹੁਤ ਸਿਸਟਮੈਟਿਕ ਹੈ। ਕਹਿਣਾ ਚਾਹੀਦਾ ਹੈ ਪੱਥਰ ਬਹੁਤ ਕੰਸਿਸਟੈਂਟ ਹੈ, ਜਿਵੇਂ ਹੈ ਉਵੇਂ ਹੀ ਸਦਾ ਉੱਥੇ ਪਿਆ ਹੋਇਆ। ਲੇਕਿਨ ਪੱਥਰ ਡੈਡ ਹੈ ਇਸੇ ਅਰਥ ਵਿੱਚ, ਅਤੇ ਫੁੱਲ ਵਿੱਚ ਇੱਕ ਲਿਵਿੰਗ ਕੁਆਲਿਟੀ ਹੈ। ਤਾਂ ਮੇਰਾ ਕਹਿਣਾ ਇਹ ਹੈ ਕਿ ਜਿਸ ਵਿਅਕਤੀ ਨੂੰ ਜਿੰਨੇ ਡੂੰਘੇ ਸੱਚ ਵੱਲ ਜਾਣਾ ਹੋਵੇ, ਉਨੇ ਸੁਰੱਖਿਆ ਦੇ ਇੰਤਜ਼ਾਮ ਛੱਡ ਕੇ ਜਾਣਾ ਚਾਹੀਦਾ ਹੈ। ਉਹਨੂੰ ਜਾਣ ਲੈਣਾ ਚਾਹੀਦਾ ਹੈ ਕਿ ਖਤਰੇ 'ਚ ਮੈਂ ਜਾਂਦਾ ਹਾਂ। ਸੁਰੱਖਿਅਤ ਤਾਂ ਜ਼ਿੰਦਗੀ ਇੱਥੇ ਹੈ, ਉੱਥੇ ਤਾਂ ਖਤਰਾ ਹੈ। ਲੇਕਿਨ ਜੋ ਪਰਮ ਖਤਰੇ 'ਚ ਉਤਰਨ ਦੀ ਤਿਆਰੀ ਕਰਦਾ ਹੈ, ਉਹ ਖਤਰੇ 'ਚ ਉਤਰਨ ਦੀ ਤਿਆਰੀ ਹੀ ਉਹਦੇ ਅੰਦਰ ਟਰਾਂਸਫੋਰਮੇਸ਼ਨ ਬਣ ਜਾਂਦੀ ਹੈ, ਕਿਉਂਕਿ ਇਸ ਖਤਰੇ 'ਚ ਜਾਣਾ, ਬਦਲ ਜਾਣਾ ਹੈ। ਸਭ ਵਿਵਸਥਾ ਛੱਡ ਕੇ, ਸਭ ਸੁਰੱਖਿਆ ਛੱਡ ਕੇ ਜੋ ਉਤਰ ਜਾਂਦਾ ਹੈ ਅਣਜਾਣ ਵਿੱਚ, ਇਹ ਉਤਰਨ ਦੀ ਤਿਆਰੀ ਹੀ, ਇਹ ਕਰੇਜ਼ ਹੀ ਉਹਦੇ ਅੰਦਰ ਮਿਊਟੇਸ਼ਨ ਬਣਦਾ ਹੈ, ਉਹਦੇ ਅੰਦਰ ਪਰਿਵਰਤਨ ਹੋ ਜਾਂਦਾ ਹੈ। ਅਤੇ ਜਿੰਨੀ ਵੱਡੀ ਸੁਰੱਖਿਆ ਵਿੱਚ ਜਾਣ ਨੂੰ ਅਸੀਂ ਤਿਆਰ ਹਾਂ, ਉਨੇ ਹੀ ਅਸੀਂ ਦਰਅਸਲ ਸੁਰੱਖਿਅਤ ਹੋ ਜਾਂਦੇ ਹਾਂ, ਕਿਉਂਕਿ ਫਿਰ ਕੋਈ ਭੈ ਨਾ ਰਿਹਾ, ਫਿਰ ਕੋਈ ਡਰ ਨਾ ਰਿਹਾ। ਇਹ ਜੋ ਸਾਰਾ ਸਾਨੂੰ ਲੱਗਦਾ ਹੈ ਨਾ, ਨਾਪ ਤੋਲ ਕੇ ਚੱਲਣਾ, ਇੱਕ ਇੱਕ ਇੰਚ, ਇਹਨਾਂ ਸਾਰੇ ਨਾਪ ਤੋਲ ਵਾਲਿਆਂ ਨੇ ਤਾਂ ਸਵਰਗ ਨਰਕ ਦੇ ਨਕਸ਼ੇ ਬਣਾ ਦਿੱਤੇ ਹਨ। ਮਕਸਦ ਦੀ ਦੂਰੀ ਦੱਸ ਦਿੱਤੀ ਹੈ ਕਿ ਕਿੰਨੀ ਦੂਰ ਫਲਾਣੀ ਥਾਂ ਹੈ, ਤਾਂ ਕਿ ਪੱਕਾ ਰਹੇ, ਕੋਈ ਚੀਜ਼ ਅਣਜਾਣੀ ਨਾ ਰਹਿ ਜਾਏ। ਲੇਕਿਨ ਕੁਝ ਹੈ ਜੋ ਅਣਜਾਣਿਆ ਹੈ ਨਿਰੰਤਰ, ਅਤੇ ਉਹੀ ਹੈ ਪਰਮਾਤਮਾ। ਉਹ ਜੀਵਨ ਹੈ ਜੋ ਅਣਜਾਣਿਆ ਹੈ, ਜੋ ਮ੍ਰਿਤ ਹੈ। ਉਹ ਕੱਲ੍ਹ ਉਹਦੇ ਬਾਰੇ ਅਸੀਂ ਸੁਰੱਖਿਅਤ ਹੋ ਸਕਦੇ ਹਾਂ। ਜੋ ਜੀਵਨ ਹੈ ਉਹ ਕੱਲ੍ਹ ਕਿਵੇਂ ਦਾ ਹੋਏਗਾ, ਕੁਝ ਵੀ ਕਹਿਣਾ ਮੁਸ਼ਕਿਲ ਹੈ। ਜਿਉਂਦੇ ਦੇ ਨਾਲ ਬਹੁਤ ਸਾਰੀ ਔਕੜ ਹੈ, ਅਤੇ ਅਸੀਂ ਸਾਰੀ ਵਿਵਸਥਾ ਜਮਾ ਕੇ ਉਹਨੂੰ ਮਾਰ ਲੈਂਦੇ ਹਾਂ। ਅਤੇ ਮਜ਼ੇ ਦੀ ਗੱਲ ਇਹ ਹੈ, ਜਦੋਂ ਵੀ ਸਿਸਟਮ ਬਣਾਇਆ ਜਾਏ, ਉਹ ਗੱਲ ਝੂਠੀ ਹੋ ਜਾਂਦੀ ਹੈ। ਝੂਠੀ ਇਸ ਲਈ ਹੋ ਜਾਂਦੀ ਹੈ ਕਿ ਉਸ ਵਿੱਚ ਕੰਟਰਾਡਿਕਸ਼ਨ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਤਾਂ ਇਸ ਵਿੱਚ ਉਹ ਕੰਟਰਾਡਿਕਸ਼ਨ ਅਲੱਗ ਕਰ ਦੇਣੇ ਪੈਂਦੇ ਹਨ। ਯਾਨੀ ਉਹ ਜਿਹਾ ਹੈ ਜਿਵੇਂ ਕੋਈ ਪੇਂਟਰ ਇੱਕ ਚਿੱਤਰ ਬਣਾਏ ਤਾਂ ਉਹ ਕਾਲਾ ਰੰਗ ਵੀ ਲਿਆਉਂਦਾ, ਸਫੈਦ ਰੰਗ ਵੀ ਲਿਆਉਂਦਾ, ਅਤੇ ਸਫੈਦ ਅਤੇ ਕਾਲੇ ਨੂੰ ਲਿਆ ਕੇ ਚਿੱਤਰ ਬਣਾ ਦਿੰਦਾ।
लेकिन वो कंट्राडिक्शन है। फिर एक पेंटर आए, वो कहे भाई इस 'ਚ बहुत कंट्राडिक्शन है, किते सफेद किते काला, ਇਹ ਕੋਈ ਭਰੋਸੇ ਵਾਲੀ ਗੱਲ ਨਹੀਂ ਲੱਗਦੀ। ਜਾਂ ਤਾਂ ਕਾਲਾ ਹੀ ਕਾਲਾ ਹੋਵੇ ਤਾਂ ਸਾਫ਼ ਪਤਾ ਲੱਗਦਾ ਹੈ ਕਿ ਕੀ ਹੈ, ਜਾਂ ਸਫੈਦ ਹੀ ਸਫੈਦ ਹੋਵੇ ਤਾਂ ਪਤਾ ਲੱਗਦਾ ਹੈ ਕੀ ਹੈ। ਤਾਂ ਉਹ ਇੱਕ ਸਫੇਦ ਪੇਂਟਿੰਗ ਬਣਾ ਦੇਵੇ, ਇੱਕ ਕਾਲੀ ਪੇਂਟਿੰਗ ਬਣਾ ਦੇਵੇ, ਉਹ ਦੋ ਚੀਜ਼ਾਂ ਹੋ ਗਈਆਂ। ਲੇਕਿਨ ਦੋਹਾਂ 'ਚ ਕੋਈ ਪੇਂਟਿੰਗ ਨਹੀਂ ਹੈ, ਉਹ ਦੋਵੇਂ ਬਿਲਕੁਲ ਹੀ ਸਾਫ਼ ਸੁਥਰੀ ਹੋ ਗਈ। ਵਿਰੋਧੀ ਗੱਲ ਹੈ ਹੀ ਨਹੀਂ ਉਹਨਾਂ 'ਚ ਕੋਈ। ਜ਼ਿੰਦਗੀ ਪੂਰੇ ਵਿਰੋਧ ਤੋਂ ਮਿਲ ਕੇ ਬਣੀ ਹੈ। ਸਭ ਚੀਜ਼ਾਂ ਵਿੱਚ ਵਿਰੋਧ ਹੈ। ਇਸ ਲਈ ਜੋ ਪੂਰੀ ਜ਼ਿੰਦਗੀ ਨੂੰ ਸਮਝਣ ਜਾਏਗਾ, ਉਹ ਸਭ ਤਰ੍ਹਾਂ ਦੇ ਵਿਰੋਧਾਂ ਨੂੰ ਸਵੀਕਾਰ ਕਰੇਗਾ ਕਿ ਉਹ ਹਨ, ਉਹ ਦੋਵੇਂ ਹਨ ਉੱਥੇ, ਅਤੇ ਦੋਵੇਂ ਹਨ ਤੇ ਦੋਵੇਂ ਇੱਕ ਦੇ ਹੀ ਰੂਪ ਹਨ। ਜੇ ਅਜਿਹਾ ਕੋਈ ਕਹੇਗਾ ਤਾਂ ਕੰਟਰਾਡਿਕਸ਼ਨ ਲੱਗੇਗਾ ਕਿ ਇਹ ਤਾਂ ਬੜੀ ਉਲਟੀ ਗੱਲ ਹੋ ਰਹੀ ਹੈ। ਜਿਵੇਂ ਕਿ ਸਮਝ ਲਈਏ ਕਿ ਮੈਂ ਕਹਿੰਦਾ ਕਿ ਉਹਨੂੰ ਪਾਉਣ ਲਈ ਕੁਝ ਵੀ ਨਹੀਂ ਕਰਨਾ, ਲੇਕਿਨ ਜੋ ਕੁਝ ਵੀ ਨਹੀਂ ਕਰ ਰਹੇ ਉਹ ਉਹਨੂੰ ਪਾ ਲੈਣਗੇ। ਇਹ ਮੈਂ ਨਹੀਂ ਕਹਿੰਦਾ। ਹੁਣ ਇਹ ਕੰਟਰਾਡਿਕਸ਼ਨ ਲੱਗਦਾ ਹੈ ਨਾ, ਯਾਨੀ ਮੈਂ ਇਹ ਕਹਿਣਾ ਕਿ ਉਹਨੂੰ ਪਾਉਣ ਲਈ ਕੁਝ ਵੀ ਕਰਨਾ ਨਹੀਂ ਹੈ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਜੋ ਕੁਝ ਵੀ ਨਹੀਂ ਕਰ ਰਹੇ ਉਹਨੂੰ ਪਾ ਲੈਣਗੇ। ਹੁਣ ਇਹ ਬਿਲਕੁਲ ਕੰਟਰਾਡਿਕਟਰੀ ਗੱਲ ਹੈ, ਲੇਕਿਨ ਜੇ ਮੇਰੀ ਗੱਲ ਸਮਝ ਜਾਏ ਤਾਂ ਸਮਝ ਆ ਜਾਏਗੀ। ਜਦੋਂ ਮੈਂ ਕਹਿੰਦਾ ਨਾਟ ਡੂਇੰਗ ਐਨੀਥਿੰਗ, ਤਾਂ ਇਹਦਾ ਮਤਲਬ ਇਹ ਨਹੀਂ ਕਿ ਡੂਇੰਗ ਨਥਿੰਗ। ਨਾਟ ਡੂਇੰਗ ਐਨੀਥਿੰਗ ਇਹਦਾ ਇਹ ਮਤਲਬ ਨਹੀਂ ਕਿ ਡੂਇੰਗ ਨਥਿੰਗ। ਫਿਰ ਤਾਂ ਕੋਈ ਵੀ ਆਦਮੀ ਜੋ ਕੁਝ ਵੀ ਨਹੀਂ ਕਰ ਰਹੇ, ਸੜਕ ਉੱਤੇ ਚੱਲ ਰਹੇ ਆ, ਉਹਨਾਂ ਨੂੰ ਮਿਲ ਜਾਣਾ ਚਾਹੀਦਾ ਹੈ। ਇਹ ਮੈਂ ਨਹੀਂ ਕਹਿ ਰਿਹਾ। ਸੜਕ ਉੱਤੇ ਚੱਲਣ ਵਾਲਾ ਵੀ ਕੁਝ ਕਰ ਰਿਹਾ ਹੈ। ਜਿਹਨੂੰ ਅਸੀਂ ਕਹਿੰਦੇ ਹਾਂ ਕੁਝ ਨਹੀਂ ਕਰ ਰਿਹਾ, ਉਹ ਵੀ ਕੁਝ ਕਰ ਰਿਹਾ ਹੈ। ਮੰਦਰ 'ਚ ਬੈਠਾ ਆਦਮੀ ਵੀ ਕੁਝ ਕਰ ਰਿਹਾ ਹੈ, ਸੰਨਿਆਸੀ ਵੀ ਕੁਝ ਕਰ ਰਿਹਾ ਹੈ। ਸੱਚ ਵਿੱਚ ਅਜਿਹੀ ਦਸ਼ਾ ਵਿੱਚ ਕੋਈ ਵੀ ਨਹੀਂ ਖੜਾ ਹੋ ਰਿਹਾ। ਜਦੋਂ ਕੋਈ ਕੁਝ ਵੀ ਨਹੀਂ ਕਰ ਰਿਹਾ, ਕੋਈ ਖੜਾ ਹੋ ਜਾਏ ਤਾਂ ਪਾ ਲਏ। ਲੇਕਿਨ ਇਹ ਨਾ ਕਰਨਾ, ਜਿਵੇਂ ਮੈਂ ਕਿਹਾ, ਕਿ ਬਹੁਤ ਔਖਾ ਹੈ। ਔਖਾ ਇਸ ਲਈ ਹੈ ਕਿ ਕੋਈ ਤਕਨੀਕ ਨਾਲ ਸਰਲ ਹੋ ਜਾਏਗਾ। ਇਹ ਔਖਾ ਇਸ ਲਈ ਹੈ ਕਿ ਸਾਡੀ ਕਰਨ ਦੀ ਆਦਤ ਮਜ਼ਬੂਤ ਹੈ ਅਤੇ ਤਕਨੀਕ ਇਹਨੂੰ ਸਰਲ ਨਹੀਂ ਬਣਾਏਗੀ, ਇਹਨੂੰ ਹੋਣ ਹੀ ਨਹੀਂ ਦੇਵੇਗੀ, ਕਿਉਂਕਿ ਤਕਨੀਕ ਫੇਰ ਕਰਨ ਦੀ ਆਦਤ ਨੂੰ ਮਜ਼ਬੂਤ ਕਰ ਦੇਵੇਗੀ। ਇਹ ਜੋ ਮਾਮਲਾ ਹੈ ਸਾਰਾ, ਯਾਨੀ ਮੈਂ ਜੋ ਕਹਿ ਰਿਹਾ ਹਾਂ ਕਿ ਇਹ ਜੋ ਨਾ ਕਰਨਾ ਹੈ, ਜਿਵੇਂ ਉਹਨਾਂ ਨੇ ਕਿਹਾ ਕਿ ਨਾ ਕਰਨ ਨੂੰ ਅਸੀਂ ਤਕਨੀਕ ਦੁਆਰਾ ਕਰਾਂਗੇ ਤਾਂ ਸਰਲ ਹੋ ਜਾਏਗਾ, ਕਿਉਂਕਿ ਔਖਾ ਹੈ। ਔਖਾ ਮੈਂ ਇਸ ਲਈ ਨਹੀਂ ਕਹਿ ਰਿਹਾ ਕਿ ਉਹ ਸਰਲ ਹੋ ਸਕਦਾ। ਔਖਾ ਮੈਂ ਇਸ ਲਈ ਕਹਿ ਰਿਹਾ ਕਿ ਸਾਡੇ ਮਨ ਦੀ ਆਦਤ ਕਰਨ ਦੀ ਹੈ, ਨਾ ਕਰਨ ਦੀ ਉਹਦੀ ਆਦਤ ਨਹੀਂ ਹੈ, ਅਤੇ ਤਕਨੀਕ ਵੀ ਕਰਨਾ ਹੈ। ਮਨ ਉਸ ਲਈ ਰਾਜ਼ੀ ਹੋ ਜਾਏਗਾ ਕਿ ਚਲੋ ਕਰਦੇ ਹਾਂ, ਲੇਕਿਨ ਕਰੇ ਕੋਈ ਕਿੰਨਾ ਹੀ, ਕਰਨ ਤੋਂ ਨਾ ਕਰਨ ਤੱਕ ਕਿਵੇਂ ਪੁੱਜਿਆ ਜਾ ਸਕਦਾ ਹੈ। ਡੂਇੰਗ ਨਾਨ ਡੂਇੰਗ ਕਿਵੇਂ ਬਣ ਸਕਦਾ ਹੈ, ਉਹ ਤਾਂ ਕਿਸੇ ਨਾ ਕਿਸੇ ਪਲ ਉਹਨੂੰ ਜਾਣਨਾ ਪਏਗਾ ਕਿ ਡੂਇੰਗ ਨਾਲ ਨਹੀਂ ਹੁੰਦਾ, ਅਤੇ ਡੂਇੰਗ ਛੁੱਟ ਜਾਏਗੀ ਤਾਂ ਨਾਨ ਡੂਇੰਗ ਬਾਕੀ ਰਹਿ ਜਾਏਗੀ। ਇਹ ਜੋ ਸਾਰੀਆਂ ਬਹੁਤ ਸਾਰੀਆਂ ਔਕੜਾਂ ਨਾ ਕਰਨ 'ਚ ਠਹਿਰਨ ਦੀਆਂ ਹਨ, ਤਾਂ ਕੋਈ ਵੀ ਕਰਨਾ ਫੜਾ ਦਿੱਤਾ ਜਾਏ ਤੁਹਾਨੂੰ ਕਿ ਰਾਮ ਰਾਮ ਜਪੋ ਤਾਂ ਤੁਸੀਂ ਠਹਿਰ ਸਕਦੇ ਹੋ, ਫਿਰ ਕੋਈ ਔਕੜ ਨਹੀਂ ਰਹੇਗੀ। ਲੇਕਿਨ ਉਹ ਗੱਲ ਹੀ ਖਤਮ ਹੋ ਗਈ, ਉਹ ਗੱਲ ਹੀ ਖਤਮ। ਉਹ ਨਾ ਕਰਨ 'ਚ ਠਹਿਰਨਾ ਸੀ। ਫਿਰ ਕਈ ਵਾਰ ਸਾਨੂੰ ਵੱਡਾ, ਜਿਵੇਂ ਉਹਨਾਂ ਨੇ ਕਿਹਾ ਕਿ ਕੋਈ ਸੁਪਨਾ ਡੂੰਘਾ, ਕੋਈ ਅੱਧਾ, ਇਹ ਸਵਾਲ ਹੀ ਨਹੀਂ ਹੈ। ਜਿਵੇਂ ਕੋਈ ਆਦਮੀ ਕਹੇ, ਇੱਕ ਆਦਮੀ ਨੂੰ 2 ਪੈਸੇ ਦੀ ਚੋਰੀ ਕੀਤੀ ਅਤੇ ਇੱਕ ਆਦਮੀ ਨੇ 2 ਲੱਖ ਦੀ ਚੋਰੀ ਕੀਤੀ, ਤਾਂ ਇੱਕ ਦੀ ਚੋਰੀ ਛੋਟੀ ਅਤੇ ਇੱਕ ਦੀ ਚੋਰੀ ਵੱਡੀ। ਜੇ ਕੋਈ ਠੀਕ ਤਰ੍ਹਾਂ ਸਮਝੇਗਾ ਤਾਂ ਚੋਰੀ ਛੋਟੀ ਵੱਡੀ ਹੋ ਸਕਦੀ ਹੈ। ਚੋਰੀ ਕਰਨਾ ਇੱਕ ਮਾਈਂਡ ਦੀ ਗੱਲ ਹੈ। ਚੋਰ ਉਹ 2 ਪੈਸੇ ਚੁਰਾਉਂਦਾ ਹੈ ਕਿ 2 ਲੱਖ, ਇਹ ਸਵਾਲ ਹੀ ਨਹੀਂ ਹੈ ਬਿਲਕੁਲ। 2 ਪੈਸੇ ਚੁਰਾਉਣ 'ਚ ਜਿੰਨਾ ਚੋਰ ਹੋਣਾ ਪੈਂਦਾ, ਉਨਾ ਹੀ 2 ਲੱਖ ਚੁਰਾਉਣ 'ਚ ਵੀ ਹੋਣਾ ਪੈਂਦਾ। ਚੋਰ ਜੋ ਅੰਕੜਾ ਹੈ, ਉਹ 2 ਪੈਸੇ ਤੇ 2 ਲੱਖ ਦਾ ਹੈ, ਚੋਰੀ ਦਾ ਨਹੀਂ ਹੈ। ਚੋਰੀ ਕਰਨ ਵਾਲੇ ਦਾ ਜੋ ਮਨ ਹੈ ਉਹ ਬਿਲਕੁਲ ਬਰਾਬਰ ਹੈ, ਚਾਹੇ ਉਹ 2 ਪੈਸੇ ਚੁਰਾਏ, ਚਾਹੇ ਇੱਕ ਕੰਕਰ ਚੁਰਾਏ, ਚਾਹੇ 2 ਕਰੋੜ ਚੁਰਾਏ। ਕੋਈ ਇਹ ਨਹੀਂ ਕਹਿ ਸਕਦਾ ਕਿ 2 ਪੈਸੇ ਚੁਰਾਉਣ ਵਾਲਾ ਛੋਟਾ ਚੋਰ ਹੈ, 2 ਕਰੋੜ ਚੁਰਾਉਣ ਵਾਲਾ ਵੱਡਾ ਚੋਰ ਹੈ। ਵੱਡੇ ਤੇ ਛੋਟੇ ਚੋਰ ਹੁੰਦੇ ਨੇ, ਕਿਤੇ ਚੋਰ ਹੁੰਦੇ ਹਨ, ਛੋਟੇ ਤੇ ਵੱਡੇ ਮੌਕੇ ਹੁੰਦੇ ਹਨ। ਚੋਰ ਛੋਟਾ ਵੱਡਾ ਨਹੀਂ ਹੁੰਦਾ। ਇੱਕ ਨੂੰ 2 ਪੈਸੇ ਚੁਰਾਉਣ ਦਾ ਮੌਕਾ ਮਿਲਿਆ ਹੈ, ਇੱਕ ਨੂੰ 2 ਕਰੋੜ ਚੁਰਾਉਣ ਦਾ ਮੌਕਾ ਮਿਲਿਆ ਹੈ। ਚੋਰ ਦਾ ਮਾਈਂਡ ਹੈ ਇੱਕ, ਚੋਰੀ ਛੋਟੀ ਵੱਡੀ ਨਹੀਂ ਹੁੰਦੀ। ਇੱਕ ਆਦਮੀ ਸੁਪਨਾ ਦੇਖ ਰਿਹਾ ਹੈ, ਸਧਾਰਨ ਜਿਹਾ, ਹਲਕਾ ਫੁਲਕਾ। ਇੱਕ ਆਦਮੀ ਬਹੁਤ ਡੂੰਘਾ ਸੁਪਨਾ ਦੇਖ ਰਿਹਾ ਹੈ,
ਇਹ ਜੋ ਫਰਕ ਹੈ, ਇਹ ਫਰਕ ਇਸ ਤਰ੍ਹਾਂ ਦੇ ਹਨ ਜਿਵੇਂ 2 ਪੈਸੇ ਦੀ ਚੋਰੀ ਦੇ ਤੇ ਲੱਖ ਦੀ ਚੋਰੀ ਦੇ। ਸੁਪਨਾ ਸੁਪਨਾ ਹੈ, ਨੀਂਦ ਨੀਂਦ ਹੈ, ਉਹਦਾ ਟੁੱਟਣਾ ਟੁੱਟਣਾ ਹੈ। ਇਹਨਾਂ ਦੋਹਾਂ ਦੇ ਵਿਚਕਾਰ ਸੱਚ ਵਿੱਚ ਵੀ ਕੋਈ ਪੌੜੀ ਨਹੀਂ ਹੈ। ਸੁੱਤਾ ਹੋਇਆ ਆਦਮੀ ਹੈ, ਜਾਗਿਆ ਹੋਇਆ ਆਦਮੀ ਹੈ। ਇਹਨਾਂ ਦੋਹਾਂ ਵਿਚਕਾਰ ਕੋਈ ਗੈਪ ਨਹੀਂ ਹੈ ਜਿਸ 'ਚ ਪੌੜੀਆਂ ਲੰਘਣੀਆਂ ਹੋਣ ਕਿ ਇਹ ਆਦਮੀ ਥੋੜ੍ਹਾ ਜਾਗ ਗਿਆ, ਇਹ ਆਦਮੀ ਥੋੜ੍ਹਾ ਹੋਰ ਜਾਗ ਗਿਆ, ਇਹ ਆਦਮੀ ਥੋੜ੍ਹਾ ਹੋਰ ਜਾਗ ਗਿਆ। ਇੰਜ ਨਹੀਂ ਹੈ। ਜਾਗ ਜੋ ਹੈ ਉਸ ਦੀ ਕੁਆਂਟਿਟੀ ਨਹੀਂ ਹੈ ਕਿ ਛੋਟੀ ਵੱਡੀ ਹੋ ਸਕੇ। ਜਾਗ, ਤੁਸੀਂ ਬਿਸਤਰੇ ਉੱਤੇ ਪਏ ਹੋ, ਬਾਹਰ ਦਾ ਆਦਮੀ ਕਹਿ ਸਕਦਾ ਹੈ ਕਿ ਇਹ ਆਦਮੀ ਥੋੜ੍ਹਾ ਜਿਹਾ ਜਾਗ ਗਿਆ, ਪਾਸੇ ਬਦਲਦਾ, ਅੱਖਾਂ ਖੋਲ੍ਹ ਕੇ ਦੇਖਿਆ, ਲੇਕਿਨ ਤੁਸੀਂ ਪੂਰੇ ਜਾਗ ਗਏ ਹੋ, ਪਏ ਰਹੋ। ਇਹ ਦੂਜੀ ਗੱਲ ਹੈ। ਜਾਗ ਅਜਿਹੀ ਨਹੀਂ ਹੈ ਕਿ ਥੋੜ੍ਹੇ ਜਿਹੇ ਜਾਗ ਗਏ ਹੋ, ਤੁਸੀਂ ਜਾਗ ਗਏ ਹੋ। ਲੇਕਿਨ ਆਦਮੀ ਨੂੰ ਇੱਕਦਮ ਇਹ ਗੱਲ ਔਖੀ ਲੱਗਦੀ ਹੈ ਤਾਂ ਉਹਨੂੰ ਸਟੈਪਸ ਚਾਹੀਦੇ ਹਨ। ਉਹ ਕਹਿੰਦਾ ਪੌੜੀਆਂ ਦੱਸ ਦਿਓ, ਤਾਂ ਪਹਿਲੀ ਪੌੜੀ, ਦੂਜੀ ਪੌੜੀ, ਤੀਜੀ ਪੌੜੀ, ਅਜਿਹੀਆਂ ਪੌੜੀਆਂ ਦੱਸੋ, ਕਿਉਂਕਿ ਸਾਡੀ ਸਮਰੱਥਾ ਘੱਟ ਹੈ। ਅਸੀਂ ਪੂਰੀਆਂ ਪੌੜੀਆਂ ਉੱਤੇ ਨਹੀਂ ਜਾਂਦੇ, ਅਸੀਂ ਇੱਕ ਉੱਤੇ ਜਾਵਾਂਗੇ। ਤਾਂ ਆਦਮੀ ਦੀ ਇਹ ਮੰਗ ਜੋ ਹੈ ਇਹ ਪੌੜੀਆਂ ਪੈਦਾ ਕਰਵਾ ਦਿੰਦੀ ਹੈ। ਤੇ ਪੌੜੀਆਂ ਪੈਦਾ ਕਰਨ ਵਾਲੇ ਹਨ ਜੋ ਜ਼ਰਾ ਹੀ ਸਮਝ ਦਾ ਪ੍ਰਯੋਗ ਕਰ ਸਕਦੇ ਹਨ। ਉਹ 50 ਪੌੜੀਆਂ ਬਣਾ ਦੇਣ ਤਦ ਉਹ ਸਭ ਨੂੰ ਤ੍ਰਿਪਤੀ ਦੇ ਦਿੰਦੇ ਹਨ ਕਿ ਤੁਸੀਂ ਪਹਿਲੀ ਪੌੜੀ ਉੱਤੇ, ਉਹ ਦੂਜੀ ਪੌੜੀ ਉੱਤੇ, ਉਹ ਤੀਜੀ ਪੌੜੀ ਉੱਤੇ, ਸਭ ਨੂੰ ਤ੍ਰਿਪਤੀ ਵੀ ਮਿਲ ਰਹੀ ਹੈ। ਲੇਕਿਨ ਜਿੱਥੇ ਪੌੜੀਆਂ ਹੁੰਦੀਆਂ ਹੀ ਨਹੀਂ, ਉੱਥੇ ਕਿੱਥੇ ਪਹਿਲੀ ਪੌੜੀ, ਕਿੱਥੇ ਦੂਜੀ ਪੌੜੀ, ਕਿੱਥੇ ਤੀਜੀ ਪੌੜੀ। ਹੁਣ ਮੇਰੀ ਨਜ਼ਰ 'ਚ ਅਨੁਭੂਤੀਆਂ ਪੌੜੀਆਂ ਚੜ੍ਹਨ ਵਾਂਗ ਨਹੀਂ ਹਨ। ਅਨੁਭੂਤੀ ਛੱਤ ਤੋਂ ਛਾਲ ਮਾਰਨ ਵਾਂਗ ਹੈ। ਉਸ ਵਿੱਚ ਕੋਈ ਪੌੜੀ ਹੁੰਦੀ ਹੀ ਨਹੀਂ। ਬੰਦੇ ਨੇ ਛਾਲ ਮਾਰੀ ਬਸ। ਪਰ ਸਾਡਾ ਮਨ ਚੜ੍ਹਨਾ ਚਾਹੁੰਦਾ ਹੈ। ਇਹ ਵੀ ਧਿਆਨ ਰੱਖਣਾ ਚਾਹੀਦਾ ਹੈ। ਹੰਕਾਰ ਚੜ੍ਹਨ 'ਚ ਰਸ ਲੈਂਦਾ ਹੈ, ਉਤਰਨ 'ਚ ਰਸ ਨਹੀਂ ਲੈਂਦਾ। ਹੰਕਾਰ ਕਹਿੰਦਾ ਚੜਾਓ ਕਿਤੇ ਉੱਪਰ, ਤੇ ਇੱਕ ਪੌੜੀ ਤੇ ਇੱਕ ਪੌੜੀ ਤੇ ਇੱਕ ਪੌੜੀ। ਇਹ ਪੌੜੀਆਂ ਕਿਸੇ ਵੀ ਚੀਜ਼ ਦੀਆਂ ਹੋਣ, ਹੰਕਾਰ ਕਹਿੰਦਾ ਉੱਪਰ ਚੜਾਓ। ਤੇ ਇਸ ਲਈ ਹੰਕਾਰ ਮਾਰਗ ਫੜਦਾ ਹੈ, ਰਸਤਾ ਪਕੜਦਾ ਹੈ, ਤਕਨੀਕ ਪਕੜਦਾ ਹੈ, ਗੁਰੂ ਪਕੜਦਾ ਹੈ, ਸ਼ਾਸਤਰ ਪਕੜਦਾ ਹੈ, ਸਭ ਪਕੜਦਾ ਹੈ। ਤੇ ਧਰਮ ਕਹਿੰਦਾ ਕੁੱਦ ਜਾਓ। ਚੜ੍ਹਨ ਦਾ ਇੱਥੇ ਕੀ ਉਪਾਅ? ਇੱਥੇ ਤਾਂ ਬਿਲਕੁਲ ਉਤਰ ਜਾਓ। ਆਖਰ ਜਿੱਥੇ ਉਤਰ ਸਕਦੇ ਹੋ, ਤੇ ਉਤਰਨਾ ਵੀ ਹੋ ਸਕਦਾ ਸੀ ਜੇ ਪੌੜੀਆਂ ਹੁੰਦੀਆਂ। ਉਤਰਨਾ ਹੈ ਨਹੀਂ ਕਿਉਂਕਿ ਪੌੜੀਆਂ ਨਹੀਂ ਹਨ। ਕੁੱਦ ਹੀ ਸਕਦੇ ਹੋ, ਛਾਲ ਹੀ ਮਾਰ ਸਕਦੇ ਹੋ। ਇਹ ਜੋ ਛਾਲ ਮਾਰਨ ਦੀ ਸਾਡੇ 'ਚ ਹਿੰਮਤ ਨਹੀਂ ਹੁੰਦੀ ਤਾਂ ਅਸੀਂ ਕਹਿੰਦੇ ਹਾਂ ਭਾਈ ਇਹ ਜ਼ਿਆਦਾ ਹੋ ਜਾਂਦਾ ਹੈ, ਤਾਂ ਥੋੜ੍ਹਾ ਸਿੰਪਲ ਕਰੋ, ਸਰਲ ਕਰੋ, ਕੋਈ ਤਕਨੀਕ, ਕੋਈ ਵਿਵਸਥਾ, ਕੋਈ ਵਿਧੀ ਜਿਸ ਨਾਲ ਅਸੀਂ ਟੁਕੜਿਆਂ 'ਚ ਪਾ ਲਈਏ। ਇੱਕ ਹਿੱਸਾ ਪਹਿਲਾਂ ਪਾ ਲਈਏ, ਫਿਰ ਇੱਕ ਹਿੱਸਾ ਪਾ ਲਵਾਂਗੇ, ਇੰਸਟਾਲਮੈਂਟ 'ਚ ਪਾ ਲਈਏ। ਇਹ ਸਾਡਾ ਖਿਆਲ ਹੁੰਦਾ ਹੈ, ਉਹ ਇੰਸਟਾਲਮੈਂਟ 'ਚ ਮਿਲਦਾ ਨਹੀਂ। ਤੇ ਹਰ ਆਦਮੀ ਖੋਜ ਰਿਹਾ ਹੈ, ਸ਼ਾਂਤੀ ਖੋਜ ਰਿਹਾ ਹੈ, ਸੁੱਖ ਖੋਜ ਰਿਹਾ ਹੈ, ਆਨੰਦ ਖੋਜ ਰਿਹਾ ਹੈ। ਤਾਂ ਕਿਸੇ ਆਦਮੀ ਨੂੰ ਕਹੋ ਖੋਜੋ ਨਾ, ਤਾਂ ਉਹ ਕਹਿ ਸਕਦਾ ਮਰ ਗਏ, ਕਿਉਂਕਿ ਜਿੱਥੇ ਉਹ ਖੜਾ ਹੈ ਉੱਥੇ ਤਾਂ ਦੁੱਖ ਹੀ ਦੁੱਖ ਲੱਗ ਰਿਹਾ ਹੈ। ਉਹਨੂੰ ਲੱਗਦਾ ਹੈ ਕਿ ਜੇ ਨਾ ਖੋਜਾਂ ਤਾਂ ਫਿਰ ਗਿਆ, ਕਿਉਂਕਿ ਜੋ ਮੈਂ ਹਾਂ ਉੱਥੇ ਤਾਂ ਦੁੱਖ ਚਿੰਤਾ ਦੇ ਸਿਵਾਏ ਕੁਝ ਵੀ ਨਹੀਂ ਹੈ। ਤੇ ਤੁਸੀਂ ਕਹਿੰਦੇ ਹੋ ਨਾ ਖੋਜੋ, ਤਾਂ ਫਿਰ ਮੈਂ ਗਿਆ, ਫਿਰ ਕੀ ਹੋਏਗਾ? ਲੇਕਿਨ ਉਹਨੂੰ ਪਤਾ ਹੀ ਨਹੀਂ ਕਿ ਖੋਜਣ ਦੀ ਮਨ ਦਸ਼ਾ ਕੀ ਹੈ। ਨਾ ਖੋਜਣ ਦੀ ਮਨ ਦਸ਼ਾ ਉਹਨੇ ਕਦੀ ਜਾਣੀ ਹੀ ਨਹੀਂ। ਉਹ ਸਦਾ ਹੀ ਖੋਜਦਾ ਰਿਹਾ। ਕਦੀ ਖਿਡੌਣੇ ਖੋਜਦਾ ਸੀ, ਕਦੀ ਪਦਵੀਆਂ ਖੋਜਦਾ ਸੀ, ਕਦੀ ਮੋਕਸ਼ ਖੋਜਦਾ ਸੀ। ਛੋਟਾ ਜਿਹਾ ਬੱਚਾ ਖੋਜਣਾ ਸ਼ੁਰੂ ਕਰ ਦਿੰਦਾ ਹੈ, ਮਰਦਾ ਬੁੱਢਾ ਤੱਕ ਖੋਜਦਾ ਰਹਿੰਦਾ ਹੈ। ਇੱਕ ਪਲ ਵੀ ਪਤਾ ਨਹੀਂ ਲੱਗਦਾ ਉਹਨੂੰ ਕਿ ਖੋਜਣਾ ਕੀ ਹੈ, ਨੋ ਸੀਕਿੰਗ ਕੀ ਹੈ। ਤਦ ਉਹ ਕਹਿੰਦਾ ਜੇ ਨਹੀਂ ਖੋਜਾਂਗਾ ਤਾਂ ਗਏ। ਤਾਂ ਅਸੀਂ ਖੋਜ ਤਾਂ ਰਹੇ ਹੀ ਨਹੀਂ ਸੀ ਪਹਿਲਾਂ ਤੋਂ। ਮੇਰੇ ਕੋਲ ਕੋਈ ਆਇਆ, ਕਹਿੰਦਾ ਅਸੀਂ ਤੁਹਾਡੇ ਕੋਲ ਇਸ ਲਈ ਤਾਂ ਆਏ ਹਾਂ ਕਿ ਤੁਸੀਂ ਸਾਨੂੰ ਖੋਜ ਉੱਪਰ ਲਗਾ ਦਿਓ। ਖੋਜ ਤਾਂ ਅਸੀਂ ਪਹਿਲਾਂ ਤੋਂ ਹੀ ਨਹੀਂ ਸੀ ਰਹੇ, ਜੇ ਮਿਲਣਾ ਹੁੰਦਾ ਤਾਂ ਉਦੋਂ ਮਿਲ ਗਿਆ ਹੁੰਦਾ। ਮੈਂ ਕਿਹਾ ਤੁਸੀਂ ਖੋਜ ਤਾਂ ਨਹੀਂ ਸੀ ਰਹੇ, ਲੇਕਿਨ ਕੁਝ ਹੋਰ ਖੋਜ ਰਹੇ ਸਨ। ਇਹ ਨਹੀਂ ਖੋਜ ਰਹੇ ਸਨ, ਨਾ ਖੋਜ ਨਹੀਂ ਸੀ ਉਹ। ਇਹ ਨਾ ਖੋਜ ਗੱਲ ਹੀ ਵੱਖਰੀ ਹੈ। ਤੇ ਜਿਵੇਂ ਹੀ ਨਾ ਖੋਜ 'ਚ ਕੋਈ ਠਹਿਰ ਜਾਏ, ਐਕਸਪਲੋਜ਼ਨ ਹੋ ਜਾਂਦਾ ਹੈ। ਉਹ ਜੋ ਉਹਨਾਂ ਨੇ ਪਿੱਛੇ ਕਿਹਾ ਕਿ ਉਹਨਾਂ ਦਾ ਕੋਈ ਗੁਰੂ ਨਹੀਂ ਹੈ, ਇਹ ਗੱਲ ਠੀਕ ਹੈ, ਮੇਰਾ ਕੋਈ ਗੁਰੂ ਨਹੀਂ ਹੈ। ਲੇਕਿਨ ਇਸ ਵਜ੍ਹਾ ਨਾਲ ਮੈਂ ਗੁਰੂ ਨੂੰ ਇਨਕਾਰ ਨਹੀਂ ਕਰ ਰਿਹਾ।
ਤੇ ਨਾ ਹੀ ਇਸ ਵਜ੍ਹਾ ਨਾਲ ਇਨਕਾਰ ਕਰ ਰਹੇ ਹਾਂ ਕਿ ਕਿਉਂਕਿ ਮੈਂ ਨਹੀਂ ਦੱਸ ਸਕਦਾ ਕਿ ਸਿਸਟਮ ਕੀ ਹੈ, ਇਸ ਲਈ ਵੀ ਇਨਕਾਰ ਨਹੀਂ ਕਰ ਰਿਹਾ ਕਿ ਸਿਸਟਮ ਬਣਾਉਣ ਤੋਂ ਆਸਾਨ ਚੀਜ਼ ਹੈ ਦੁਨੀਆ ਵਿੱਚ। ਆਦਮੀ ਥੋੜ੍ਹਾ ਸੋਚ ਵਿਚਾਰ ਜਾਣਦਾ ਹੋਵੇ, ਸਿਸਟਮ ਬਣਾਉਣ ਵਿੱਚ ਕੀ ਤਕਲੀਫ ਹੈ। ਬਹੁਤ ਸਰਲ ਜਿਹੀ ਗੱਲ ਹੈ। ਵਿਵਸਥਾ ਬਣਾ ਲੈਣਾ ਤਾਂ ਵੱਡੀ ਗੱਲ, ਤਾਂ ਵਿਵਸਥਾ ਵਿੱਚ ਉਤਰਨਾ ਹੈ। ਵਿਵਸਥਾ ਬਣਾਉਣਾ ਤਾਂ ਬੜੀ ਸਰਲ ਗੱਲ ਹੈ। ਵਿਵਸਥਾ 'ਚ ਉਤਰਨਾ, ਐਨਾਰਕੀ 'ਚ ਉਤਰਨਾ ਹੀ ਵੱਡੀ ਗੱਲ ਹੈ। ਅਤੇ ਉਹਨੇ ਰੈਵੋਲਿਊਸ਼ਨ ਦਾ ਖਿਆਲ ਨਹੀਂ ਹੁੰਦਾ। ਹੁਣ ਉਹ ਜਿੰਨੇ ਲੋਕ ਸਨ, ਉਹਨਾਂ ਸਾਰਿਆਂ ਨੂੰ ਜੋ ਔਖ ਹੋ ਰਹੀ ਹੈ, ਉਹ ਔਖ ਬਹੁਤ ਡੂੰਘੀ ਹੈ। ਉਹ ਔਖ ਇਹ ਨਹੀਂ ਕਿ ਉਹ ਸਭ ਡਿਫੈਂਸ 'ਚ ਲੱਗੇ ਹੋਏ ਹਨ। ਉਹ ਸਾਰਾ ਜੋ ਪੂਰਾ ਵਕਤ ਹੈ ਉਹ ਇੱਕਦਮ ਡਿਫੈਂਸ 'ਚ ਲੱਗੇ ਹੋਏ ਹਨ, ਕਿਉਂਕਿ ਗਏ ਜੇ ਇਹ ਗੱਲ ਠੀਕ ਹੈ ਅਤੇ ਗੁਰੂ ਅਤੇ ਸਾਧਨਾ ਅਤੇ ਜੋ ਚੱਲ ਰਿਹਾ ਇਹ ਸਭ ਗਿਆ, ਤਾਂ ਉਹ ਡਿਫੈਂਸ 'ਚ ਲੱਗੇ ਹੋਏ ਹਨ ਪੂਰਾ ਵਕਤ ਕਿ ਨਹੀਂ ਇਹ ਗੱਲ ਠੀਕ ਨਹੀਂ ਹੋ ਸਕਦੀ, ਪਰ ਅਸੀਂ ਮੰਨ ਨਹੀਂ ਸਕਦੇ। ਇਹਨੂੰ ਅਸੀਂ ਕਿਵੇਂ ਮੰਨ ਸਕਦੇ ਹਾਂ? ਸਮਝਣ ਦਾ ਸਵਾਲ ਹੀ ਪੈਦਾ ਨਹੀਂ। ਇਹ ਡਿਫੈਂਸ ਚੱਲ ਰਿਹਾ ਪੂਰਾ ਸਮਾਂ ਮਾਈਂਡ ਵਿੱਚ। ਸਮਝਣ ਦਾ ਸਵਾਲ ਹੋਵੇ ਤਾਂ ਇੱਕਦਮ ਗੱਲ ਦਿਖਾਈ ਪੈ ਜਾਏ। ਅਤੇ ਇਸ ਲਈ ਮੇਰੀ ਗੱਲ ਥੋੜ੍ਹੀ ਔਖੀ ਤਾਂ ਹੈ, ਥੋੜ੍ਹੀ ਔਖੀ ਇਸ ਲਈ ਕਿ ਸਾਡਾ ਮਾਈਂਡ ਜੋ ਚਾਹੁੰਦਾ ਹੈ ਉਹ ਮੈਂ ਨਹੀਂ ਦੇ ਰਿਹਾ, ਅਤੇ ਉਹ ਮੈਂ ਦੇ ਨਹੀਂ ਸਕਦਾ, ਕਿਉਂਕਿ ਉਹਨੂੰ ਦੇਣਾ ਮਾਈਂਡ ਨੂੰ ਤਕੜਾ ਕਰਨਾ ਹੈ, ਉਹਨੂੰ ਮਜ਼ਬੂਤ ਕਰਨਾ ਹੈ, ਅਤੇ ਟੁੱਟਣਾ ਚਾਹੀਦਾ, ਮਜ਼ਬੂਤ ਹੋਣਾ ਨਹੀਂ ਚਾਹੀਦਾ। ਓਸ਼ੋ, ਉਹ ਡੂਇੰਗ ਅਤੇ ਅਨਡੂਇੰਗ, ਇਹ ਜੋ ਤੁਸੀਂ ਗੱਲ ਕਰ ਰਹੇ ਹੋ, ਅਤੇ ਕਿਰਿਆ ਅਤੇ ਅਕਿਰਿਆ ਵਿੱਚ ਤੁਸੀਂ ਹੋਰ ਜਿਵੇਂ ਵੀਲ ਅਤੇ ਐਕਸੈਲ, ਇਹਨਾਂ ਤਿੰਨਾਂ ਵਿੱਚ ਅੰਦਰੋਂ ਅਤੇ ਬਾਹਰੋਂ ਅਜਿਹਾ ਲੱਗਦਾ ਹੈ ਕਿ ਜੋ ਨਾਨ ਡੂਇੰਗ ਹੈ ਤਾਂ ਬਾਹਰੋਂ ਕੁਝ ਨਹੀਂ ਹੈ, ਲੇਕਿਨ ਸੱਚਮੁੱਚ ਤਾਂ ਤੁਸੀਂ ਅਜਿਹਾ ਬੋਲ ਰਹੇ ਹੋ ਕਿ ਬਾਹਰ ਤੋਂ ਮੈਕਸੀਮਮ ਕਿਰਿਆ ਹੋਏਗੀ ਅਤੇ ਅੰਦਰੋਂ। ਇਹ ਪ੍ਰਸ਼ਨ ਹੈ। ਬਾਹਰ ਦੀ ਕਿਰਿਆ ਦਾ ਕੋਈ ਸਬੰਧ ਹੀ ਨਹੀਂ ਹੈ। ਸਬੰਧ ਹੀ ਨਹੀਂ ਹੈ। ਹਾਂ, ਸਬੰਧ ਹੀ ਨਹੀਂ ਹੈ। ਓਸ਼ੋ, ਲੇਕਿਨ ਸਮਝਾਉਣ ਵਿੱਚ ਜਦੋਂ ਤੁਸੀਂ ਨਾਨ ਡੂਇੰਗ ਬੋਲਦੇ ਹੋ ਤਾਂ ਖਿਆਲ ਅਜਿਹਾ ਆ ਜਾਂਦਾ ਹੈ ਕਿ ਨਾਨ ਡੂਇੰਗ ਦਾ ਮਤਲਬ ਨਾਨ ਡੂਇੰਗ ਇੰਪ੍ਰੈਸ਼ਨ ਅਜਿਹਾ ਕ੍ਰੀਏਟ ਹੋ ਰਿਹਾ। ਹਾਂ, ਮੈਂ ਸਮਝਿਆ, ਬਿਲਕੁਲ ਗਲਤ ਹੋ ਜਾਂਦਾ ਹੈ। ਅਸਲ 'ਚ ਜੋ ਵਿਅਕਤੀ ਅੰਦਰ ਜਿੰਨਾ ਡੂਇੰਗ 'ਚ ਉਲਝਿਆ ਹੋਇਆ ਹੈ, ਬਾਹਰ ਦੀ ਉਸਦੀ ਡੂਇੰਗ ਓਨੀ ਕਮਜ਼ੋਰ ਹੋਏਗੀ, ਕਿਉਂਕਿ ਉਹਦੀ ਸ਼ਕਤੀ ਤਾਂ ਵੰਡੀ ਜਾ ਰਹੀ ਹੈ ਇਸ ਧੰਦੇ ਵਿੱਚ। ਅੰਦਰ ਉਹ ਜੋ ਦਿਮਾਗ 'ਚ ਚੱਲ ਰਿਹਾ ਹੈ। ਪ੍ਰਸ਼ਨ ਓਸ਼ੋ, ਡੂਇੰਗ ਕਮਜ਼ੋਰ ਹੋਏਗੀ ਕਿ ਜੋ ਮੰਨਣ ਦੀ ਹੈ, ਲੇਕਿਨ ਜਿਵੇਂ ਵੀਲ ਹੈ, ਵੀਲ ਤਾਂ ਬਾਹਰ ਦਾ ਬਾਹਰ ਹੀ ਰਹੇਗਾ। ਹਾਂ, ਉਹ ਤਾਂ ਫਿਰਦਾ ਹੀ ਰਹੇਗਾ ਅਤੇ ਤੇਜ਼ੀ ਨਾਲ ਫਿਰੇਗਾ, ਮੈਕਸੀਮਮ ਫਿਰੇਗਾ, ਪੂਰਾ ਮੈਕਸੀਮਮ ਫਿਰੇਗਾ, ਕਿਉਂਕਿ ਜਿੰਨਾ ਹੀ ਤੁਸੀਂ ਅੰਦਰ ਨਾਨ ਡੂਇੰਗ 'ਚ ਉਤਰ ਗਏ, ਓਨਾ ਹੀ ਤੁਹਾਡੇ ਚਾਰੇ ਪਾਸੇ ਡੂਇੰਗ ਦਾ ਬਹੁਤ ਤੇਜ਼ ਭਾਵ ਹੋਏਗਾ, ਅਤੇ ਤਦ ਤੁਹਾਡੇ ਲਈ ਡੂਇੰਗ ਇੱਕ, ਜਿਹਨੂੰ ਅਸੀਂ ਕਹੀਏ ਐਕਸਪ੍ਰੈਸ਼ਨ, ਇੱਕ ਪਾਗਲ ਨੀਡ ਨਹੀਂ ਹੋਏਗੀ। ਤੁਹਾਡੀ ਡੂਇੰਗ ਤੁਹਾਡੇ ਅੰਦਰ ਜੋ ਹੋਇਆ ਹੈ ਉਹਨੂੰ ਕ੍ਰੀਏਟ ਕਰਨ, ਵੰਡਣ ਦਾ ਐਕਸਪ੍ਰੈਸ਼ਨ ਹੋਏਗਾ। ਬਹੁਤ ਰੂਪਾਂ ਵਿੱਚ ਹੋਏਗਾ। ਅਜਿਹਾ ਆਦਮੀ 24 ਘੰਟੇ ਸਕ੍ਰਿय ਹੋਏਗਾ, ਲੇਕਿਨ ਅੰਦਰ ਬਿਲਕੁਲ ਨਿਸ਼ਕ੍ਰਿय ਹੋਏਗਾ, ਅੰਦਰ ਕੁਝ ਵੀ ਨਹੀਂ ਹੋਏਗਾ। ਪ੍ਰਸ਼ਨ ਓਸ਼ੋ, ਲੇਕਿਨ ਜਦੋਂ ਤੁਸੀਂ ਨਾਨ ਡੂਇੰਗ ਬੋਲਦੇ ਹੋ ਤਦ ਲੋਕਾਂ ਦਾ ਖਿਆਲ ਹੋ ਜਾਂਦਾ ਹੈ ਕਿ ਨਾਨ ਡੂਇੰਗ 'ਚ ਸੁਪਨੇ ਦੇਖਦਾ ਹੈ ਕਿ ਕਿਰਿਆ ਅਤੇ ਨੋ ਕਿਰਿਆ, ਅਜਿਹਾ ਹੀ ਜ਼ਰਾ ਇੰਪ੍ਰੈਸ਼ਨ ਹੋ ਜਾਂਦਾ ਹੈ। ਕਈ ਵਾਰ ਹੋ ਜਾਂਦਾ ਹੈ, ਕਈ ਵਾਰ ਖਿਆਲ ਹੋ ਜਾਂਦਾ ਹੈ, ਕਈ ਵਾਰ ਬਾਹਰ ਦੀ ਡੂਇੰਗ ਨਾਲ ਕੋਈ ਵਾਸਤਾ ਹੀ ਨਹੀਂ ਹੈ। ਅਤੇ ਮਜ਼ਾ ਇਹ ਹੈ ਕਿ ਕਈ ਲੋਕ ਬਾਹਰ ਦੀ ਡੂਇੰਗ ਛੱਡ ਕੇ ਭੱਜ ਜਾਂਦੇ ਹਨ ਅਤੇ ਅੰਦਰ ਦੀ ਡੂਇੰਗ ਜਾਰੀ ਰੱਖਦੇ ਹਨ। ਲੇਕਿਨ ਬਾਹਰ ਤਾਂ ਕੋਈ ਸੰਨਿਆਸੀ ਹੋ ਜਾਂਦਾ ਹੈ ਦੁਕਾਨ ਛੱਡ ਕੇ, ਲੇਕਿਨ ਅੰਦਰ ਦਾ ਕੰਮ ਜਾਰੀ ਰੱਖਦਾ ਹੈ। ਉਹ ਜਾਰੀ ਰੱਖਦਾ ਪੂਰਾ ਵਕਤ। ਔਖਾ ਹੈ, ਲੇਕਿਨ ਇੱਕ ਵਾਰ ਖਿਆਲ 'ਚ ਆ ਜਾਏ। ਪ੍ਰਸ਼ਨ ਓਸ਼ੋ, ਬੀ ਸਟਿਲ ਦਾ ਕੀ ਖਿਆਲ ਹੈ ਜੀਸਸ ਦਾ? ਜੀਸਸ ਦਾ ਖਿਆਲ ਬਿਲਕੁਲ ਉਹ ਹੈ ਜੋ ਮੈਂ ਕਹਿ ਰਿਹਾ। ਜੀਸਸ ਇਹੋ ਕਹਿ ਰਹੇ ਹਨ ਕਿ ਬੀ ਸਟਿਲ। ਬੀ ਸਟਿਲ ਅਸਲ 'ਚ ਜੋ ਮਤਲਬ ਹੈ ਉਹ ਇਹ ਹੈ ਕਿ ਕੋਸ਼ਿਸ਼ ਕਰੋ ਸਟਿਲ ਹੋਣ ਦੀ, ਜਸਟ ਬੀ ਸਟਿਲ। ਹਾਂ, ਜੇ ਸਟਿਲ ਹੋਣ ਦੀ ਕੋਸ਼ਿਸ਼ ਕਰੋ, ਤਕਨੀਕ ਲਗਾਓ ਅਤੇ ਸਾਧਨ ਪ੍ਰੋਸੈਸ ਲਿਆਓ, ਤਦ ਅਜੇ ਤਾਂ ਸਟਿਲ ਨਹੀਂ ਹੈ, ਅਜੇ ਸ਼ਾਂਤ ਨਹੀਂ ਹੋ, ਤਾਂ ਸ਼ਾਂਤ ਕਿਵੇਂ ਹੋ ਜਾਓਗੇ? ਤਾਂ ਸ਼ਾਂਤ ਹੋਣ ਲਈ ਕੁਝ ਕਰੋ ਅਤੇ ਕਰਕੇ ਤੁਸੀਂ ਸ਼ਾਂਤ ਹੋ ਜਾਓਗੇ। ਅਤੇ ਮਜ਼ਾ ਇਹ ਹੈ ਕਿ ਅਸੀਂ ਅਸ਼ਾਂਤ ਇਸ ਲਈ ਹਾਂ ਕਿ ਅਸੀਂ ਕੁਝ ਕਰ ਰਹੇ ਹਾਂ। ਇਹ ਜੋ ਪ੍ਰੋਬਲਮ ਹੈ ਇਸ ਲਈ ਹੈ। ਜੀਸਸ ਜੋ ਕਹਿੰਦੇ ਹਨ ਬੀ ਸਟਿਲ, ਉਹ ਕਹਿੰਦੇ ਹਨ ਕਿ ਬਹੁਤ ਮੁਸ਼ਕਿਲ ਮਾਮਲਾ ਹੈ। ਮਹੇਸ਼ ਜੀ ਦਾ ਤਾਂ ਬਿਲਕੁਲ ਨਹੀਂ ਸਮਝੇ।
ਉਹ ਤਾਂ ਇਸ ਕਾਹਲੀ ਵਿੱਚ ਗੱਲ ਕੀਤੀ ਹੈ ਕਿ ਕਿਸੇ ਤਰ੍ਹਾਂ ਮੈਂ ਉਹਨਾਂ ਨੂੰ ਸਮਝਾ ਦੇਵਾਂ ਕਿ ਦੋਵੇਂ ਇੱਕੋ ਗੱਲ ਹਨ। ਕਿਸੇ ਤਰ੍ਹਾਂ ਮੈਂ ਦੱਸਦੀ ਹਾਂ ਕਿ ਦੋਵੇਂ ਗੱਲਾਂ ਇੱਕ ਹੀ ਹਨ। ਉਹ ਕੋਸ਼ਿਸ਼ 'ਚ ਪੂਰਾ ਵਕਤ ਉਹਨਾਂ ਦਾ ਮਨ ਲੱਗਿਆ ਹੋਇਆ ਸੀ ਤੇ ਉਹਨਾਂ ਦੀ ਤੇ ਸਾਡੀ ਗੱਲ ਦਾ ਤਾਲਮੇਲ ਹੀ ਕਿੱਥੇ। ਕੋਈ ਵੀ ਤਾਲਮੇਲ ਨਹੀਂ ਹੈ, ਯਾਨੀ ਇਸ ਤੋਂ ਜ਼ਿਆਦਾ ਉਲਟੀ ਗੱਲ ਹੋ ਹੀ ਨਹੀਂ ਸਕਦੀ। ਤੇ ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੂੰ ਉਹ ਪਹੁੰਚ ਜਾਏ ਜੋ ਮੈਂ ਕਹਿ ਰਿਹਾ, ਪਰ ਉਹ ਇੱਕ ਤਾਂ ਸਭ ਮਨ 'ਚ ਭਰਿਆ ਹੁੰਦਾ ਹੈ, ਪੂਰੇ ਦਾ ਪੂਰਾ ਤਿਆਰ ਹੈ ਤੇ ਇਸ ਤੋਂ ਬਗੈਰ ਤਾਂ ਬਹੁਤ ਔਖ ਹੈ। ਤੇ ਫਿਰ ਸ਼ਾਗਿਰਦਾਂ ਦੇ ਸਾਹਮਣੇ ਤਾਂ ਹੋਰ ਵੀ ਬਹੁਤ ਔਖ ਹੈ। ਛੋਟਾ ਮਾਮਲਾ ਨਹੀਂ ਹੈ ਇਹ। ਜੋ ਵੱਡਾ ਮਕਾਨ ਬਣਾ ਕੇ ਆਦਮੀ ਖੜਾ ਹੁੰਦਾ ਨਾ, ਤਾਂ ਸਭ ਢਹਿ ਜਾਏਗਾ ਕਿ ਤੁਸੀਂ ਜਾ ਕੇ ਕਹਿੰਦੇ ਹੋ ਕਿ ਮਕਾਨ ਹੈ ਹੀ ਨਹੀਂ, ਤਾਂ ਮੰਨਣ ਦਾ ਸਵਾਲ ਹੀ ਨਹੀਂ ਹੈ। ਸਮਝੀਏ ਤਾਂ ਸਮਝਣਾ ਵੀ ਮੁਸ਼ਕਿਲ ਮਾਮਲਾ ਹੈ। ਤੇ ਸ਼ਬਦਾਂ 'ਚ ਅਜਿਹਾ ਮਜ਼ਾ ਹੈ ਕਿ ਜਿੰਨੀ ਡੂੰਘੀ ਗੱਲ ਹੋਵੇ ਓਨਾ ਹੀ ਸ਼ਬਦਾਂ 'ਚ ਕਹਿਣਾ ਔਖਾ ਹੋ ਜਾਂਦਾ ਹੈ। ਤੇ ਜਿਵੇਂ ਹੀ ਕਹਿੰਦੇ ਆ ਉਵੇਂ ਹੀ ਸ਼ਬਦ ਕੰਟਰਾਡਿਕਟਰੀ ਹੋ ਜਾਂਦਾ ਹੈ। ਹੁਣ ਜਿਵੇਂ ਕਿ ਸਟਿਲ ਹੈ, ਹੁਣ ਇਹਦਾ ਮਤਲਬ ਕੁੱਲ ਇੰਨਾ ਹੀ ਹੈ। ਜੀਸਸ ਦੇ ਜੀਵਨ 'ਚ ਇੱਕ ਜ਼ਿਕਰ ਹੈ। ਉਹ ਇੱਕ ਕਿਸ਼ਤੀ 'ਤੇ ਹਨ, ਗੈਲੀਲੀ ਨਾਂ ਦੀ ਝੀਲ ਵਿੱਚ, ਤੇ ਕੁਝ ਮਿੱਤਰ ਨਾਲ ਹਨ। ਗੈਲੀਲੀ ਦੀ ਝੀਲ ਵਿੱਚ ਕਿਸ਼ਤੀ 'ਤੇ ਉਹ ਸੌਂ ਗਏ ਹਨ। ਝੀਲ 'ਚ ਤੂਫਾਨ ਆ ਗਿਆ ਹੈ, ਬਹੁਤ ਜ਼ੋਰਾਂ ਨਾਲ। ਸਾਰੀ ਕਿਸ਼ਤੀ ਡੁੱਬਣ ਦੇ ਨੇੜੇ ਪੁੱਜੀ ਹੈ। ਮਿੱਤਰਾਂ ਨੇ ਉਹਨਾਂ ਨੂੰ ਜਗਾਇਆ ਕਿ ਕੀ ਸੌਂ ਰਹੇ ਹੋ, ਅਸੀਂ ਮਾਰੇ ਜਾ ਰਹੇ ਹਾਂ। ਤਾਂ ਉਹਨਾਂ ਨੇ ਕਿਹਾ, ਜਾਓ ਕਹਿ ਦਿਓ ਝੀਲ ਨੂੰ ਕਿ ਸ਼ਾਂਤ ਹੋ ਜਾ, ਤੇ ਫਿਰ ਸੌਂ ਗਏ। ਉਹਨਾਂ ਨੇ ਕਿਹਾ, ਨਦੀ ਨੂੰ ਕਹਿਣ ਨਾਲ ਤੂਫਾਨ ਕੋਈ ਸ਼ਾਂਤ ਹੋ ਜਾਏਗਾ? ਕਿਤੇ ਕਹਿਣ ਨਾਲ ਵੀ ਕੋਈ ਸ਼ਾਂਤ ਹੋਇਆ? ਸ਼ਾਂਤ ਕਰਨ ਲਈ ਕੁਝ ਕਰਨਾ ਪਏਗਾ। ਜੀਸਸ ਨੂੰ ਉਹਨਾਂ ਨੇ ਕਿਹਾ। ਜੀਸਸ ਉੱਠੇ ਹਨ ਤੇ ਝੀਲ ਦੇ ਕੰਢੇ ਗਏ ਹਨ। ਇਹ ਤਾਂ ਪੈਰੀਬਲ ਹੈ। ਝੀਲ ਦੇ ਕੰਢੇ ਜਾ ਕੇ ਉਹਨਾਂ ਨੇ ਕਿਹਾ, ਸ਼ਾਂਤ ਹੋ ਜਾ, ਬੀ ਸਟਿਲ, ਤੇ ਝੀਲ ਸ਼ਾਂਤ ਹੋ ਗਈ। ਉਹ ਮਿੱਤਰ ਬੜੇ ਹੈਰਾਨ ਹੋਏ। ਉਹਨਾਂ ਨੇ ਕਿਹਾ, ਇਹ ਕਿਵੇਂ ਹੋਇਆ? ਸਿਰਫ ਕਹਿਣ ਨਾਲ ਕਿ ਸ਼ਾਂਤ ਹੋ ਜਾ। ਇਹ ਤਾਂ ਪੈਰੀਬਲ ਹੈ, ਯਾਨੀ ਮਤਲਬ ਇਹ ਹੈ ਕਿ ਅਸੀਂ ਜਿਸ ਝੀਲ 'ਚ ਹਾਂ, ਜਿੱਥੇ ਸਾਡੀ ਕਿਸ਼ਤੀ ਡਗਮਗਾ ਰਹੀ ਹੈ, ਡੋਲ ਰਹੀ ਹੈ, ਉੱਥੇ ਕੁਝ ਕਰਨਾ ਨਹੀਂ ਹੈ, ਬਲਕਿ ਇਹ ਸਮਝ ਲੈਣਾ ਹੈ ਕਿ ਸਟਿਲਨੈਸ ਕੀ ਹੈ, ਤਾਂ ਬੀ ਸਟਿਲ ਦੀ ਗੱਲ ਹੋ ਜਾਏਗੀ। ਤੇ ਜਦੋਂ ਵੀ ਅਸੀਂ ਚਾਹਿਆ ਕਿ ਸ਼ਾਂਤ ਕਿਵੇਂ ਹੋਈਏ, ਤਾਂ ਇਹ ਨਵੀਂ ਅਸ਼ਾਂਤੀ ਦੀ ਸ਼ੁਰੂਆਤ ਹੈ, ਹੋਰ ਕੁਝ ਵੀ ਨਹੀਂ ਹੈ। ਜਿਵੇਂ ਕਿਹਾ ਕਿ ਹਾਊ ਟੂ ਬੀ ਸਟਿਲ, ਤਾਂ ਸਾਨੂੰ ਇੱਕ ਮੈਥਡ ਚਾਹੀਦਾ ਹੈ, ਫਿਰ ਮੈਥਡ 'ਚ ਲੱਗੀਏ, ਸ਼ਾਂਤੀ ਆ ਜਾਏਗੀ। ਹੁਣ ਇਹ ਅਸ਼ਾਂਤੀ ਦਾ ਨਵਾਂ ਮਾਮਲਾ ਹੈ। ਅਸ਼ਾਂਤੀ ਦਾ ਮਤਲਬ ਕੀ ਹੈ? ਸ਼ਾਂਤੀ ਦਾ ਮਤਲਬ ਹੈ ਜਿੱਥੇ ਅਸੀਂ ਹਾਂ ਉੱਥੇ ਨਾ ਹੋਣ ਦਾ ਸਾਡਾ ਮਨ ਹੈ। ਇਹ ਸਾਡੇ ਮਨ ਦੀ ਅਸ਼ਾਂਤੀ ਹੈ, ਇਹ ਟੈਨਸ਼ਨ ਹੈ। ਤੇ ਬੀ ਸਟਿਲ ਦਾ ਮਤਲਬ ਹੈ ਕਿ ਜਿੱਥੇ ਹੋ ਉੱਥੇ ਹੋ ਜਾਓ। ਬੀ ਵੇਅਰ ਯੂ ਆਰ, ਇੰਨਾ ਹੀ ਮਤਲਬ ਹੈ। ਜੇ ਸ਼ਾਂਤ ਹੋ ਤਾਂ ਫਿਰ ਅਸ਼ਾਂਤ ਹੋਵੋਗੇ ਕਿਵੇਂ? ਯਾਨੀ ਮਤਲਬ ਇਹ ਹੈ ਕਿ ਅਸ਼ਾਂਤ ਹੋਣ ਦੀ ਤਰਕੀਬ ਹੀ ਇਹ ਹੈ ਕਿ ਜਿੱਥੇ ਹੋ ਉੱਥੇ ਨਾ ਰਹੋ, ਹਮੇਸ਼ਾ ਸ਼ੁੱਧ 'ਚ ਜਾਓ, ਉੱਥੇ ਹੋਣਾ ਚਾਹੀਦਾ ਹੈ, ਤਾਂ ਫਿਰ ਅਸ਼ਾਂਤੀ ਹੋਏਗੀ। ਤੇ ਸ਼ੁੱਧ 'ਚ ਜੀਓ ਹੀ ਨਾ ਕਿ ਹੋਣਾ ਚਾਹੀਦਾ, ਜੋ ਹੈ ਹੈ, ਤੇ ਚੁੱਪ ਹੈ, ਤੇ ਚੁੱਪ ਹੋ ਜਾਓ ਤਾਂ ਉਸੇ ਵਕਤ ਸ਼ਾਂਤ ਹੋ ਜਾਓਗੇ। ਉਹ ਸਮਝ 'ਚ ਆਉਣਾ ਸੱਚਮੁੱਚ ਹੀ ਔਖਾ, ਇੱਕਦਮ ਔਖਾ। ਪ੍ਰਸ਼ਨ, ਓਸ਼ੋ ਹਿਪਨੋਸਿਸ ਨਾਲ ਜੋ ਸ਼ਾਂਤੀ ਮਿਲਦੀ ਹੈ ਉਸ ਨਾਲ ਖੁਸ਼ ਹੋ ਜਾਂਦੇ ਹੋ ਕਿ ਨਹੀਂ? ਕਿੰਨੇ ਦਿਨ? 3 ਮਹੀਨੇ ਤੋਂ ਜ਼ਿਆਦਾ ਨਹੀਂ, 6 ਮਹੀਨੇ ਤੋਂ ਜ਼ਿਆਦਾ ਨਹੀਂ। 6 ਮਹੀਨੇ ਬਾਅਦ ਉਹਨਾਂ ਵਿੱਚੋਂ ਇੱਕ ਆਦਮੀ ਨੂੰ ਮੋੜ ਲਿਆਓ। 6 ਮਹੀਨੇ ਬਾਅਦ ਦੂਸਰੇ ਆ ਜਾਣਗੇ, ਉਹ ਦੂਜੀ ਗੱਲ ਹੈ। 6 ਮਹੀਨੇ ਤੋਂ ਜ਼ਿਆਦਾ ਨਹੀਂ, ਕਿਉਂਕਿ ਹਿਪਨੋਟਿਕ ਜੋ ਸ਼ਾਂਤੀ ਹੈ ਉਹ ਰੂਟੀਨ ਹੋ ਜਾਂਦੀ ਹੈ। ਜੇ ਹੋਣ ਲੱਗੀ ਹੈ ਤੁਹਾਨੂੰ ਤਾਂ 2 ਮਹੀਨੇ ਮਗਰੋਂ ਪ੍ਰਭਾਵ ਜਾਂਦਾ ਰਹੇਗਾ। ਰੂਟੀਨ ਹੋ ਗਈ ਕਿ ਵਿਅਰਥ ਹੋ ਜਾਂਦੀ ਹੈ, ਫਿਰ ਗਿਆ ਉਹ, ਫਿਰ ਉਹਦਾ ਕੋਈ ਮਤਲਬ ਨਾ ਰਿਹਾ, ਉਹ ਟ੍ਰਿਕ ਹੋ ਗਿਆ। ਤੇ ਤੁਹਾਨੂੰ ਪਤਾ ਹੋ ਗਿਆ ਕਿ ਬੈਠ ਕੇ ਅਜਿਹਾ ਰਾਮ ਰਾਮ ਜਪਣ ਨਾਲ ਥੋੜਾ ਮਨ ਸ਼ਾਂਤ ਹੋ ਜਾਂਦਾ ਹੈ। ਉਹਨੂੰ ਰੋਜ਼ ਹੁਣ ਰੋਜ਼ ਹੋਣ ਲੱਗਿਆ। ਪਹਿਲੇ ਦਿਨ ਆਉਂਦਾ ਤਾਂ ਚੰਗਾ ਲੱਗਾ, ਦੂਜੇ ਦਿਨ ਘੱਟ ਚੰਗਾ ਲੱਗਾ, ਤੀਜੇ ਦਿਨ ਹੋਰ ਘੱਟ, ਚੌਥੇ ਦਿਨ ਹੋਰ ਘੱਟ। 25 ਦਿਨ ਕੋਈ ਫਿਲਮ ਦੇਖ ਲਓ ਤਾਂ ਉਹ ਬੇਕਾਰ ਹੋ ਗਈ। ਇਵੇਂ ਇਹ ਵੀ 3 ਮਹੀਨੇ ਬਾਅਦ ਬੇਕਾਰ ਹੋ ਜਾਣ ਵਾਲਾ ਹੈ। ਇਸ ਲਈ ਹੁੰਦਾ ਕੀ ਹੈ, ਅਸਲ 'ਚ 3 ਮਹੀਨੇ ਬਾਅਦ ਉਹ ਖਿਸਕ ਜਾਏਗਾ, ਫਿਰ ਦੂਜਾ ਕੋਈ ਹੱਥ ਪੈ ਜਾਏਗਾ। ਤੇ ਦੁਨੀਆ ਇੰਨੀ ਵੱਡੀ ਹੈ, ਇਸ ਲਈ ਕਿਤੇ ਪਤਾ ਨਹੀਂ ਲੱਗਦਾ ਕਿ ਇਸ ਗੱਲ ਦਾ ਠੀਕ ਠੀਕ ਕਿ ਕਿਸ ਨੂੰ ਹੋ ਗਿਆ। ਉਹ ਹੋਣ ਦਾ ਮਾਮਲਾ ਨਹੀਂ ਹੈ, ਜੋ ਚਲਾ ਗਿਆ ਉਹ ਚਲਾ ਗਿਆ, ਦੂਜਾ ਆ ਗਿਆ, ਹੁਣ ਉਹ ਗੱਲ ਉਹਨੂੰ ਹੋਣ ਲੱਗੀ ਹੈ। ਮੇਰਾ ਕਹਿਣਾ ਇਹ ਹੈ ਕਿ ਹਿਪਨੋਟਿਕ ਢੰਗ ਨਾਲ ਪੈਦਾ ਕੀਤੀ ਗਈ ਸ਼ਾਂਤੀ ਕਿਉਂਕਿ ਝੂਠੀ ਹੈ, ਇਸ ਲਈ ਬਹੁਤ ਜਲਦੀ ਉਹਦਾ ਮਲਮਾ ਉਤਰ ਜਾਂਦਾ ਹੈ।
ਉਹ 2-3-4 ਮਹੀਨਿਆਂ 'ਚ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਤੁਸੀਂ ਫਿਰ ਉੱਥੇ ਦੇ ਉੱਥੇ ਖੜੇ ਹੋ। ਹੁਣ ਤੁਸੀਂ ਫਿਰ ਨਵਾਂ ਗੁਰੂ ਭਾਲੋਗੇ, ਤਦ ਵੀ ਤੁਹਾਨੂੰ ਇਹ ਖਿਆਲ ਨਹੀਂ ਆਏਗਾ ਕਿ ਗੁਰੂ ਭਾਲਣ ਵਿੱਚ ਹੀ ਗੜਬੜ ਹੈ, ਇਹਨੂੰ ਛੱਡ ਕੇ ਉਹਦੇ ਕੋਲ ਚੱਲੀਏ, ਇਸ ਨਾਲ ਕੁਝ ਨਹੀਂ ਰੁਕਿਆ। ਤਦ ਇੱਕ ਆਸ਼ਰਮ ਤੋਂ ਦੂਜੇ ਆਸ਼ਰਮ ਜਾਂਦਾ ਹੈ, ਤੀਜੇ ਜਾਂਦਾ ਹੈ, ਇੱਕ ਗੁਰੂ, ਦੂਜਾ ਗੁਰੂ, ਤੀਜਾ ਗੁਰੂ ਬਦਲਦਾ ਰਹਿੰਦਾ ਹੈ ਤੇ ਹਰ ਗੁਰੂ ਉਹਨੂੰ ਤਕਨੀਕ ਦੱਸ ਦਿੰਦਾ ਹੈ। ਉਹਨੂੰ ਲੱਗਦਾ ਹੈ ਕਿ ਤਕਨੀਕ ਹੀ ਗਲਤ ਹੈ, ਲੇਕਿਨ ਇਹ ਖਿਆਲ ਵਿੱਚ ਨਹੀਂ ਆਉਂਦਾ ਕਿ ਉਸ ਵਿੱਚ ਕੁਝ ਗੜਬੜ ਹੋਏਗੀ, ਪਰ ਇਹ ਧਿਆਨ ਵਿੱਚ ਨਹੀਂ ਰੱਖਦਾ ਕੋਈ ਤਰਕੀਬ ਹੋਏਗੀ ਕਿ ਉਸ ਤੱਕ ਪਹੁੰਚਿਆ ਜਾ ਸਕੇ। ਚੰਗਾ ਹੋਇਆ ਗੁਰੂ ਤੇ ਗੱਲਬਾਤ ਚੰਗੀ ਹੋਈ। ਅਜਿਹੀਆਂ 4-6 ਗੱਲਾਂ ਦੀ ਜ਼ਰੂਰਤ ਹੈ। 4-6 ਦਿਨਾਂ 'ਚ ਹੋਰ ਪਾਸੇ ਦੇਖਾਂਗੇ, ਇੱਕ ਦਿਨ ਵਿੱਚ ਤਾਂ ਇਹ ਸਭ ਮੁਸ਼ਕਿਲ ਹੋ ਜਾਏਗਾ। ਸਵਾਲ ਇਹ ਹੈ ਕਿ 2 ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ, ਜਾਂ ਤਾਂ ਗ੍ਰੈਜੂਅਲ ਪ੍ਰੋਸੈਸ ਹੁੰਦਾ ਹੈ ਕਿਸੇ ਚੀਜ਼ ਦਾ, ਜਾਂ ਐਕਸਪਲੋਜ਼ਨ ਹੁੰਦਾ ਹੈ। ਐਕਸਪਲੋਜ਼ਨ ਦਾ ਮਤਲਬ ਹੈ ਗ੍ਰੈਜੂਅਲ ਪ੍ਰੋਸੈਸ ਨਹੀਂ, ਐਵੋਲਿਊਸ਼ਨ। ਤਾਂ ਗ੍ਰੈਜੂਅਲ ਪ੍ਰੋਸੈਸ ਹੁੰਦਾ ਹੈ ਕਿਸੇ ਇੱਕ ਚੀਜ਼ ਦਾ, ਤੇ ਇੱਕ ਚੀਜ਼ ਦਾ ਗ੍ਰੈਜੂਅਲ ਪ੍ਰੋਸੈਸ ਨਹੀਂ ਹੁੰਦਾ। ਜੋ ਚੀਜ਼ ਸਾਡੇ ਤੋਂ ਦੂਰ ਹੈ ਉਹਨੂੰ ਤਾਂ ਸਾਨੂੰ ਗ੍ਰੈਜੂਅਲੀ ਹਾਸਲ ਕਰਨਾ ਹੋਏਗਾ। ਐਕਸਪਲੋਜ਼ਨ ਦਾ ਮਤਲਬ ਹੀ ਇੰਨਾ ਹੈ ਕਿ ਸਿਰਫ ਕਿ ਕੋਈ ਚੀਜ਼ ਇੱਕਦਮ ਸਡਨਲੀ ਹੋਵੇ ਤੇ ਜ਼ਿਆਦਾ ਤੋਂ ਜ਼ਿਆਦਾ ਜੋ ਕਰ ਸਕਦੇ ਹਾਂ ਉਹ ਇਹ ਕਿ ਹੋਣ ਦੀ ਸਥਿਤੀ ਬਣ ਜਾਏ। ਤਾਂ ਉਸ ਦੇ ਲਈ ਮੈਂ ਕਹਿ ਰਿਹਾ ਕਿ ਨॉन ਡੂਇੰਗ ਮਾਈਂਡ ਚਾਹੀਦਾ ਹੈ। ਪ੍ਰਸ਼ਨ ਹੈ, ਕੋਈ ਚੀਜ਼ ਮਿਲੇਗੀ? ਮਿਲਣ ਦਾ ਜੋ ਖਿਆਲ ਹੈ ਨਾ, ਉਹ ਤਾਂ ਸਾਡੇ ਦੁੱਖ ਦੀ ਜੜ ਹੈ। ਮਿਲੇਗੀ ਮਿਲੇਗੀ। ਹੁੰਦਾ ਕੀ ਹੈ, ਲੋਕ ਖੋਲ੍ਹਣ ਨੂੰ ਵੀ ਐਕਟ ਸਮਝਦੇ ਹਨ, ਕਿਉਂਕਿ ਸ਼ਬਦ ਵਿੱਚ ਤਾਂ ਇੱਕ ਆਦਮੀ ਜੋ ਵਿਚਾਲੇ ਕਹਿ ਰਹੇ ਸਨ ਉਹ ਠੀਕ ਕਹਿ ਰਹੇ ਸਨ। ਮੈਂ ਕਹਿੰਦਾ ਕਿ ਮੁੱਠੀ ਖੋਲ੍ਹੋ ਹੀ ਨਾ। ਤੁਸੀਂ ਜੋ ਬੰਦ ਕਰਨ ਦੀ ਕਿਰਿਆ ਕਰ ਰਹੇ ਹੋ ਉਹ ਨਾ ਕਰੋ ਤਾਂ ਮੁੱਠੀ ਖੁੱਲ੍ਹ ਜਾਏਗੀ। ਖੁੱਲ੍ਹਿਆ ਹੋਣਾ ਮੁੱਠੀ ਦਾ ਸੁਭਾਅ ਹੈ ਤੇ ਬੰਦ ਕਰਨਾ ਐਕਟ ਹੈ। ਤੁਸੀਂ ਬੰਦ ਨਾ ਕਰੋ ਤਾਂ ਮੁੱਠੀ ਖੁੱਲ੍ਹ ਜਾਏਗੀ। ਲੇਕਿਨ ਉਹ ਕਹੇਗਾ ਨਹੀਂ, ਖੁੱਲ੍ਹ ਜਾਣਾ ਤਾਂ ਇੱਕ ਕਿਰਿਆ ਹੈ, ਖੋਲੋਗੇ ਤਦ ਹੀ ਖੁੱਲ੍ਹੇਗੀ ਨਾ। ਉਹ ਜੋ ਉਕਾਈ ਹੋ ਜਾਂਦੀ ਹੈ, ਸ਼ਬਦਾਂ ਵਿੱਚ ਬੜੀ ਉਕਾਈ ਹੈ। ਜੇ ਸਮਝਣ ਨੂੰ ਤਿਆਰ ਹੋਵੋ ਤਾਂ ਸਮਝ ਵਿੱਚ ਆ ਜਾਂਦਾ ਹੈ, ਨਹੀਂ ਤਾਂ ਫਿਰ ਕੋਈ ਉਪਾਅ ਨਹੀਂ ਹੈ। ਧੰਨਵਾਦ। ਓਸ਼ੋ ਦਾ ਪ੍ਰਵਚਨ ਹੈ, ਪਰਮਾਤਮਾ ਨੂੰ ਖੋਜਣ ਲਈ ਕਿਧਰੇ ਨਹੀਂ ਜਾਣਾ।